ਸਤਿ ਸ਼੍ਰੀ ਅਕਾਲ ਜੀ। ਹਮਦਰ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪ੍ਰੋਗਰਾਮ ਨਿਊਜ਼ ਐਂਡ ਵਿਊਜ਼ ਵਿੱਚ। ਮੈਂ ਹਾਂ ਤਰਨਜੀਤ ਕੌਰ ਘੁੰਮਣ ਹਾਜ਼ਰਾਂ ਲੈ ਕੇ ਜੀ ਹੁਣ ਤੱਕ ਦੀਆਂ ਜੋ ਤਾਜ਼ਾ ਖਬਰਾਂ ਨੇ ਦੇਸ਼ ਤੇ ਦੁਨੀਆ ਦੀਆਂ। ਸੋ ਉਹਨਾਂ ਉੱਤੇ ਅੱਜ ਅਸੀਂ ਕਰਾਂਗੇ ਵਿਚਾਰ ਵਟਾਂਦਰਾ। ਸੋ ਆਪਣੇ ਵਿਚਾਰ ਵੀ ਦੇਣਾ ਨਾ ਭੁੱਲਿਓ ਤੇ ਤੁਹਾਡੇ ਵਿਚਾਰਾਂ ਉੱਤੇ ਵੀ ਅਸੀਂ ਚਰਚਾ ਕਰਾਂਗੇ। ਸੋ ਅੱਜ ਕਈ ਅਹਿਮ ਮੁੱਦੇ ਨੇ, ਅਹਿਮ ਖਬਰਾਂ ਨੇ ਜੋ ਤੁਸੀਂ ਮਿਸ ਨਾ ਕਰਿਓ, ਜੋ ਕਿ ਅੱਜ ਅਸੀਂ ਵਿਚਾਰਨੀਆਂ ਨੇ। ਤੇ ਸਭ ਤੋਂ ਪਹਿਲਾਂ ਅਸੀਂ ਜੋੜ ਲੈਂਦੇ ਹਾਂ ਮੇਰੇ ਸਹਿਯੋਗੀ ਮਰਗਿਨ ਨਾਚੀ ਨੂੰ। ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ। ਤਰ ਮੇਰੇ ਵੱਲੋਂ ਤੁਹਾਨੂੰ ਸਾਰੇ ਦਰਸ਼ਕਾਂ ਨੂੰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ ਜੀ। ਸਰ ਕਾਫੀ ਦਿਨਾਂ ਤੋਂ ਅਸੀਂ ਗੱਲ ਕਰ ਰਹੇ ਸੀ, ਮੌਸਮ ਦੀ ਡਿਸਕਸ਼ਨ ਕਰਦੇ ਸੀ, ਨਾਲ ਹੀ ਅਸੀਂ ਵੈਦਰ ਰਿਪੋਰਟ ਵੀ ਪੇਸ਼ ਕਰ ਦਿੰਦੇ ਹੁੰਦੇ ਹਾਂ ਕਦੇ-ਕਦੇ। ਅੱਜ ਮੌਸਮ ਬਹੁਤ ਸੋਹਣਾ, ਆਫਟਰ ਲੰਬੀ ਗਰਮੀ ਤੋਂ ਬਾਅਦ ਥੋੜਾ ਜਿਹਾ ਅੱਜ ਰਾਹਤ ਮਿਲੀ। ਅੱਜ ਬਿਲਕੁਲ ਮੀਂਹ ਦਾ ਸਵਾਦ ਉਵੇਂ ਆਇਆ ਤਰਨ ਜਿਵੇਂ ਇੰਡੀਆ ਚ ਆਉਂਦਾ ਹੁੰਦਾ। ਇੰਡੀਆ ਚ ਮੀਂਹ ਪੈਂਦਾ ਚੰਗਾ ਲੱਗਦਾ, ਇੱਥੇ ਮੀਂਹ ਪੈਂਦਾ ਬਹੁਤਾ ਚੰਗਾ ਨਹੀਂ ਲੱਗਦਾ। ਰੀਜ਼ਨ ਇਹ ਹੈ ਕਿ ਇੱਥੇ ਸਮਰ ਬੜੀ ਥੋੜੀ ਹੈ, ਜਦੋਂ ਮੀਂਹ ਪੈਂਦਾ ਠੰਡ ਹੋ ਜਾਂਦੀ ਹੈ ਤੇ ਠੰਡ 'ਚ ਮੀਂਹ ਚੰਗਾ ਨਹੀਂ ਲੱਗਦਾ। ਪਰ ਇੰਡੀਆ ਦੀਆਂ ਗਰਮੀਆਂ ਬੜੀਆਂ ਲੰਬੀਆਂ ਨੇ, ਮੀਂਹ ਪੈਂਦਾ, ਮੀਂਹ ਦੇ ਵਿੱਚ ਕਿਤੇ ਤੁਰ ਕੇ ਜਾਣਾ, ਕਹਿੰਦੇ ਪਿੱਤ ਨਿਕਲਦੀ ਹੈ ਛੋਟੀ ਛੋਟੀ, ਉਹ ਮੀਂਹ ਦੇ ਨਾਲ ਠੀਕ ਹੋ ਜਾਂਦੀ ਹੈ, ਬੜਾ ਚੰਗਾ ਲੱਗਦਾ ਹੁੰਦਾ ਸੀ। ਪਰ ਇੱਥੇ ਮੀਂਹ ਤੁਰਨਾ ਚੰਗਾ ਲੱਗਿਆ। ਅੱਜ ਬੜਾ ਸੋਹਣਾ ਸੀਗਾ ਮੌਸਮ ਜੀ। ਸਰ ਅੱਜ ਦੀਆਂ ਕੋਈ ਪ੍ਰਮੁੱਖ ਖਬਰਾਂ ਦੀ ਥੋੜੀ ਜਿਹੀ ਝਾਤ ਮਰਵਾ ਦਈਏ ਸਾਡੇ ਦਰਸ਼ਕਾਂ ਨੂੰ। ਜ਼ਰੂਰ ਜੀ। ਅੱਜ ਜਿਹੜੀਆਂ ਪ੍ਰਮੁੱਖ ਖਬਰਾਂ ਤੇ ਜੀ ਅਸੀਂ ਗੱਲਬਾਤ ਕਰਨੀ ਹੈ, ਪਹਿਲਾਂ ਤਾਂ ਦੱਸ ਦਈਏ ਕਿ ਮਿਸਟਰ ਟਰੰਪ ਵੱਲੋਂ, ਜੋ ਕਿ ਅਮਰੀਕਾ ਦੇ ਰਾਸ਼ਟਰਪਤੀ ਹਨ, ਉਹਨਾਂ ਵੱਲੋਂ ਜੋ ਬੈਨਸ ਲਗਾਏ ਗਏ ਸੀ ਇਮੀਗ੍ਰੇਸ਼ਨ ਦੇ ਉੱਤੇ, ਉਹ ਬੈਨ ਵਧਾ ਦਿੱਤੇ ਗਏ ਨੇ। ਲਗਭਗ ਸਾਲ ਦੀ ਅਖੀਰ ਤੱਕ ਇਹ ਬੈਨ ਜਿਹੜੇ ਰਹਿਣ ਦੀ ਉਮੀਦ ਹੈਗੀ ਆ। ਉਸ ਤੋਂ ਬਾਅਦ ਕੁਝ ਦੇਸ਼ਾਂ ਵੱਲੋਂ ਭਾਰਤ ਦੀਆਂ ਜਿਹੜੀਆਂ ਵੰਦੇ ਮਿਸ਼ਨ ਫਲਾਈਟਸ ਸੀਗੀਆਂ ਉਹ ਰੋਕਣ ਦੇ ਜਿਹੜੀ ਖਬਰਾਂ ਸਾਹਮਣੇ ਆ ਰਹੀਆਂ ਨੇ। ਭਾਰਤ ਕੁਝ ਮੁਲਕਾਂ ਲਈ ਅੰਤਰਰਾਸ਼ਟਰੀ ਉਡਾਨਾਂ ਸ਼ੁਰੂ ਕਰ ਸਕਦਾ ਆ। ਇਹਦੇ ਬਾਰੇ ਅਸੀਂ ਵਿਚਾਰ ਵਟਾਂਦਰਾ ਕਰਾਂਗੇ। ਇਸ ਤੋਂ ਇਲਾਵਾ ਕੁਝ ਅਹਿਮ ਜਿਹੜੀਆਂ ਗੱਲਾਂ ਨੇ ਕੈਨੇਡਾ ਦੀਆਂ, ਆਟਵਾ ਵਿੱਚ ਅੱਜ ਕੀ ਨਵਾਂ ਵਾਪਰਿਆ, ਓਨਟਾਰੀਓ ਵਿੱਚ ਕੀ ਨਵਾਂ ਵਾਪਰਿਆ ਤੇ ਦੇਸ਼ ਦੁਨੀਆ ਵਿੱਚ ਕੀ ਨਵਾਂ ਵਾਪਰਿਆ, ਉਹਦੇ ਬਾਰੇ ਅਸੀਂ ਗੱਲਬਾਤ ਕਰਾਂਗੇ। ਸੋ ਸਭ ਤੋਂ ਪਹਿਲਾਂ ਸਰ ਸ਼ੁਰੂਆਤ ਕਰਦੇ ਹਾਂ ਜਿਹੜੀ ਖਬਰਾਂ ਦੀ। ਇਸ ਵਕਤ ਮਿਸਟਰ ਟਰੰਪ ਦੀ ਜਿਹੜਾ ਟਰੈਵਲ ਬੈਨ ਆ 2 ਮਹੀਨੇ ਲਈ ਲਗਾਇਆ ਸੀ। ਇਹ ਸੋਚ ਕੇ ਲਗਾਇਆ ਗਿਆ ਸੀ ਕਿ ਕਰੋਨਾ ਵਾਇਰਸ ਦੇ ਕਰਕੇ ਇਹ ਜਿਹੜਾ ਬੈਨ ਲਗਾਇਆ ਜਾ ਰਿਹਾ। ਹਾਲਾਂਕਿ ਮਾਮਲੇ ਹੁਣ ਉੱਥੇ ਸਾਹਮਣੇ ਆ ਰਹੇ ਨੇ ਪਰ ਉਸ ਰਫ਼ਤਾਰ 'ਚ ਸਾਹਮਣੇ ਨਹੀਂ ਆ ਰਹੇ, ਸਭ ਕੁਝ ਓਪਨ ਹੋ ਰਿਹਾ। ਸੋ ਹੁਣ ਜਿਹੜਾ ਆ ਟਰੈਵਲ ਬੈਨ ਉਹ ਲਿਫਟ ਕਿਉਂ ਨਹੀਂ ਕੀਤਾ ਜਾ ਰਿਹਾ? ਤਰਨ ਇਹ ਬੜੀ ਵੱਡੀ ਗੱਲ ਹੈ ਜੀ, ਜਿਹੜਾ ਇਹ ਟਰੰਪ ਸਾਹਿਬ ਦਾ ਨਵਾਂ ਆਇਆ ਜੀ। ਜਿਹੜੇ ਆਪਣੇ ਵੀਜ਼ੇ ਹੈਗੇ ਨੇ, 4 ਕਿਸਮ ਦਾ ਵੀਜ਼ਾ, H1B ਜੀ, ਹਾਂਜੀ 1B, ਜਿਹੜੇ ਮੋਸਟਲੀ ਆਪਣੇ ਇੰਡੀਅਨਸ ਲੋਕ ਵਰਤਦੇ। ਵੈਸੇ ਸਾਡੇ ਕੈਨੇਡੀਅਨਸ ਨੇ ਬੜੇ ਨੇ ਵਰਤਿਆ ਜੀ। ਇੱਕ ਉਹ ਹੈ ਜੀ, ਇੱਕ ਗ੍ਰੀਨ ਕਾਰਡ ਦੇ ਉੱਤੇ ਬੈਨ ਲੱਗਿਆ ਜੀ, ਤੇ 3 ਹੋਰ ਕਿਸਮ ਦੇ ਹੈਗੇ ਵੀਜ਼ੇ ਜਿਨ੍ਹਾਂ ਦੇ ਉੱਤੇ ਬੈਨ ਲੱਗ ਗਿਆ ਜੀ। ਇਹ ਵੈਨਸਡੇ ਤੋਂ ਦੁਬਾਰਾ ਸ਼ੁਰੂ ਹੋ ਜਾਏਗਾ। ਔਰ ਮੈਨੂੰ ਲੱਗਦਾ ਕਿ ਇਹ ਜਿਹੜੀ ਉੱਥੋਂ ਦੀ ਇਕੋਨਮੀ ਹੈ ਜੀ, ਉਸ ਇਕੋਨਮੀ ਦੇ ਉੱਤੇ ਜ਼ਰੂਰ ਅਸਰ ਪੈ ਰਿਹਾ। ਜਿਹੜੀ ਟਰੰਪ ਐਡਮਿਨਿਸਟ੍ਰੇਸ਼ਨ ਆ, ਕਿਉਂਕਿ ਇਲੈਕਸ਼ਨ ਆ ਰਹੀ ਹੈ, ਉਹ ਚਾਹੁੰਦੀ ਹੈ ਵੀ ਕਿਸੇ ਨਾ ਕਿਸੇ ਹਿਸਾਬ ਦੇ ਵਿੱਚ ਉੱਥੋਂ ਦੀ ਇਕੋਨਮੀ ਰੀਸਟਾਰਟ ਹੋਵੇ, ਦੁਬਾਰੇ ਲੋਕ ਕੰਮ ਕਰਨ ਲੱਗਣ। ਤੇ ਨਾਲੇ ਇਹ ਟਰੰਪ ਸਾਹਿਬ ਨੂੰ ਕਹਿਣਾ ਬੜਾ ਸੌਖਾ ਹੈ ਕਿ ਅਸੀਂ ਜਿਹੜੇ ਬਾਹਰੋਂ ਲੋਕ ਆ ਰਹੇ ਆ ਉਹਨਾਂ ਨੂੰ ਰੋਕ ਰਹੇ ਹਾਂ, ਕਿਉਂਕਿ ਉਹਨਾਂ ਨੂੰ ਇਹ ਹੁਣ ਪ੍ਰੂਵ ਕਰਨਾ ਪੈਣਾ। ਤੁਹਾਨੂੰ ਆਪਾਂ ਕੱਲ੍ਹ ਵੀ ਗੱਲ ਕੀਤੀ ਸੀ ਕਿ ਸਖਤੀ ਹੁਣ ਉਹਨਾਂ ਦੀ ਇਹ ਹੈ, ਉਹਨਾਂ ਨੇ ਇੱਕ ਐਸੀ ਲਾਈਨ ਖਿੱਚਣੀ ਹੈ ਜਿਹਦੇ ਵਿੱਚ ਕਿ ਅਮਰੀਕਨਸ ਨੂੰ ਤੇ ਦੂਜਿਆਂ ਨੂੰ, ਤੇ ਅਮਰੀਕਨ ਦੇ ਵਿੱਚੋਂ ਵੀ ਜਿਵੇਂ ਜ਼ਾਤ-ਪਾਤ ਆਪਣੇ ਕਰਦੇ ਆ, ਇੱਥੇ ਰੰਗ ਦਾ ਫਰਕ ਪਾਏਗਾ। ਔਰ ਉਹਨਾਂ ਦੀ ਇਹ ਪੂਰੀ ਕੋਸ਼ਿਸ਼ ਹੈ ਵੀ ਅਸੀਂ ਜਿੰਨੀ ਸੁਸਾਇਟੀ ਹੈ ਉਹਨੂੰ ਜਿੰਨਾ ਛੇਤੀ ਡਿਵਾਈਡ ਕਰਨਗੇ, ਜਿੰਨਾ ਜ਼ਿਆਦਾ ਡਿਵਾਈਡ ਕਰਨਗੇ ਉਹਨਾਂ ਨੂੰ ਜਿਹੜੀਆਂ ਵੋਟਾਂ ਉਹ ਵੱਧ ਮਿਲਣ ਦੇ ਚਾਂਸਸ ਹੈਗੇ ਜੀ। ਸੋ ਇਸ ਕਰਕੇ ਜਿਹੜੀ ਟਰੰਪ ਐਡਮਿਨਿਸਟ੍ਰੇਸ਼ਨ ਆ ਉਹਨੇ ਇਹ ਗੱਲ ਵੈਨਸਡੇ ਤੋਂ ਦੁਬਾਰੇ ਫੇਰ ਇਹ ਸ਼ੁਰੂ ਹੋ ਜਾਣਾ ਜੀ। ਸੋ ਇਹਦੇ 'ਤੇ ਬਹੁਤ ਲੋਕਾਂ ਨੂੰ, ਸਾਡੇ ਕੈਨੇਡੀਅਨਸ ਬੜੇ ਇੱਥੇ ਅਸਰ ਹੋਏਗਾ ਜੀ। ਜਿਹੜਾ ਇੰਡੀਅਨਸ ਦਾ ਅਸਰ ਹੋਣਾ ਹੀ ਹੋਣਾ। ਸਾਡੇ ਕੈਨੇਡੀਅਨਸ ਬਹੁਤ ਐਸੇ ਨੇ ਜਿਹੜੇ ਕਿ ਇਹਨਾਂ ਚਾਰੇ ਕੈਟੇਗਰੀਜ਼ ਦੇ ਵਿੱਚ ਆਉਂਦੇ ਨੇ ਔਰ ਜਾਂਦੇ ਨੇ। ਔਰ ਕਈ ਐਸੇ ਲੋਕ ਵੀ ਨੇ ਤਰਨ ਜਿਹੜੇ ਡੇਲੀ US ਦੇ ਵਿੱਚ ਜਾ ਕੇ ਕੰਮ ਕਰਕੇ ਵਾਪਸ ਆਉਂਦੇ ਨੇ। ਸੋ ਇਸ ਕਰਕੇ ਦੇਖੋ ਜੀ ਅੱਗੇ ਹੁਣ ਬਣਦਾ ਕੀ ਹੈ। US ਦੇ ਵਿੱਚ ਟਰੰਪ ਸਾਹਿਬ ਦੇ ਹੱਕ ਵਿੱਚ ਜਾਂਦਾ ਜਾਂ ਉਹਨਾਂ ਦੇ ਅਗੇਂਸਟ ਜਾਂਦਾ ਜੀ? ਸਰ ਉਹਨਾਂ ਨੇ ਜਦੋਂ ਪਿਛਲੀ ਵਾਰੀ ਵੈਸੇ ਵੀ ਗੱਦੀ ਸੰਭਾਲੀ ਸੀ ਰਾਸ਼ਟਰਪਤੀ ਦੀ, ਉਦੋਂ ਵੀ ਉਹਨਾਂ ਨੇ ਇਹ ਗੱਲ ਨੂੰ ਪ੍ਰਮੁਖਤਾ ਨਾਲ ਉਠਾਇਆ ਸੀ। ਉਹਨਾਂ ਦਾ ਇਲੈਕਸ਼ਨਸ ਵਿੱਚ ਵੀ ਇਹੀ ਮੁੱਦਾ ਰਿਹਾ ਸੀ ਕਿ ਜਿਹੜੇ ਵਿਦੇਸ਼ੀ ਕਾਮੇ ਨੇ ਉਹਨਾਂ ਦੀ ਥਾਂ ਤੇ ਅਮਰੀਕੀਆਂ ਨੂੰ ਭਰਤੀ ਕੀਤਾ ਜਾਵੇ। ਇਸ ਵਾਰ ਫਿਰ ਉਹਨਾਂ ਨੇ ਆਪਦੀ ਉਹੀ ਚੀਜ਼ ਦੁਹਰਾਉਣ ਦੀ ਕੋਸ਼ਿਸ਼ ਕੀਤੀ ਆ ਜੋ ਉਹਨਾਂ ਦਾ ਕਾਰਜਕਾਲ ਰਿਹਾ। ਇਸ ਪੂਰੇ ਕਾਰਜਕਾਲ ਵਿੱਚ ਅਸੀਂ ਦੇਖਿਆ ਕਦੇ ਮੁਸਲਿਮ ਕੰਟਰੀਜ਼ ਦੇ ਉੱਤੇ ਬੈਨ ਦੀ ਗੱਲ ਆਉਂਦੀ ਆ, ਕਦੇ ਵਿਦੇਸ਼ੀ ਕਾਮਿਆਂ ਉੱਤੇ ਬੈਨ ਦੀ ਗੱਲ ਆਉਂਦੀ ਆ। ਪਰ ਹੁਣ ਸਥਿਤੀ ਵੀ ਥੋੜੀ ਜਿਹੀ ਵੱਖਰੀ ਹੋ ਚੁੱਕੀ ਹੈ। ਚਾਹੇ ਅਸੀਂ ਇਲੈਕਸ਼ਨਸ ਨੂੰ ਇਸ ਨੂੰ ਇੱਕ ਮੁੱਦਾ ਬਣਾ ਰਹੇ ਹਾਂ ਇਲੈਕਸ਼ਨਸ ਕਰਕੇ, ਪਰ ਜੇ ਅਸੀਂ ਅੱਜ ਕੈਨੇਡਾ ਦੀ ਗੱਲ ਕਰੀਏ ਤਾਂ ਕੈਨੇਡਾ ਵਿੱਚ ਵੀ ਇਹੀ ਹੈ ਕਿ ਜਿਹੜੇ ਵਿਦੇਸ਼ੀ ਕਾਮੇ ਨੇ ਹੁਣ ਉਹਨਾਂ ਨੂੰ ਪ੍ਰੈਫਰੈਂਸ ਦਿੱਤੀ ਜਾ ਰਹੀ ਆ। ਜਿਹੜੇ ਅਸੈਂਸ਼ੀਅਲ ਵਰਕਰਸ ਹੈਗੇ ਨੇ, ਦੂਸਰਿਆਂ ਨੂੰ ਥੋੜਾ ਜਿਹਾ ਹੁਣ ਪ੍ਰਾਇੋਰਟੀ ਨਹੀਂ ਦਿੱਤੀ ਜਾ ਰਹੀ। ਸੋ ਲਗਭਗ ਹਰ ਮੁਲਕ ਹੀ ਆਪਣੀ ਅਨਐਮਪਲੋਇਮੈਂਟ ਨੂੰ ਖਤਮ ਕਰਨ ਲਈ ਹੁਣ ਆਪਣੇ ਲੋਕਾਂ ਨੂੰ ਪ੍ਰਾਇੋਰਟੀ ਦੇ ਰਹੇ ਆ। ਸਾਡੇ ਇਸ ਵੇਲੇ ਇੱਕ ਐਕਸੈਪਸ਼ਨ ਹੈ ਟਰਨ ਆਪਣੇ ਕੈਨੇਡਾ ਦੇ ਵਿੱਚ, ਜਿਹੜੇ ਕਿ ਫਾਰਮ ਵਰਕਰਸ ਨੇ। ਸਾਡੇ ਇੱਥੇ ਕੈਨੇਡਾ ਦੇ ਵਿੱਚ ਜਿਹੜੇ ਫਾਰਮ ਵਰਕਰਸ ਆ ਉਹਨਾਂ ਦੀ ਬਹੁਤ ਘਾਟ ਹੈ ਜੀ ਇਸ ਵੇਲੇ। ਔਰ ਹਰ ਸਾਲ ਫਾਰਮ ਵਰਕਰਸ ਆਉਂਦੇ ਨੇ, ਕੰਮ ਕਰਦੇ ਨੇ, ਫਾਰਮਿੰਗ ਦੇ ਸੀਜ਼ਨ 'ਚ ਆਉਂਦੇ, ਵਾਪਸ ਚਲੇ ਜਾਂਦੇ। ਉਸ ਤੋਂ ਬਿਨਾਂ ਜਿਹੜੀ ਤੁਸੀਂ ਕਿਹਾ ਵੀ ਅਸੈਂਸ਼ੀਅਲ ਸਰਵਿਸਿਜ਼ ਆ ਉਹੀ ਅਲਾਉਡ ਹੈਗੇ। ਬਾਕੀ ਹਰ ਕੰਟਰੀ ਦੀ ਇਸ ਵੇਲੇ ਕੋਸ਼ਿਸ਼ ਹੈ ਕਿਉਂਕਿ ਇਕੋਨਮੀ ਸਟਾਰਟ ਕਰਨੀਆਂ ਨੇ, ਰੀਸਟਾਰਟ ਕਰਨੀਆਂ ਨੇ। ਇਹ ਐਸੇ ਠੰਡੇ ਬਸਤੇ 'ਚ ਪੈ ਗਈ ਹੈ ਜਾ ਕੇ ਚੀਜ਼ ਕਿ ਇਹਨੂੰ ਦੁਬਾਰੇ ਰੀਸਟਾਰਟ ਕਰਨਾ
ਇਟਸ ਨਾਟ ਗੋਇੰ ਟੂ ਬੀ ਈਜ਼ੀ ਬਿਕਾਜ਼ ਆਫ ਦ ਕੋਵਿਡ-19 ਵੈਸੇ ਜਿਹੜੇ ਵੀਜ਼ੇ ਬੈਨ ਕੀਤੇ ਆ ਜੀ ਮੈਂ ਉਹ ਵੀ ਦੱਸ ਦਿਆਂ ਇੱਕ H1B ਹੈ ਇੱਕ H2B ਹੈ ਇੱਕ J1 ਹੈ ਤੇ ਇੱਕ L1 ਹੈ ਜਿਹੜਾ H1B ਤਾਂ ਆਪਣੇ ਬਹੁਤ ਲੋਕ ਵਰਤਦੇ ਆ J1 ਜਿਹੜਾ ਹੈਗਾ ਕਲਚਰਲ ਐਕਸਚੇਂਜ ਦੇ ਵਿੱਚ ਵਰਤਿਆ ਜਾਂਦਾ ਹੈਗਾ ਤੇ ਜਿਹੜਾ ਹੈਗਾ L1 ਆ ਉਹਦੇ ਚ ਜਿਹੜੇ ਆਮ ਲੋਕ ਮੈਨੇਜਰਸ ਇਹੋ ਜਿਹਾ ਕੁਝ ਕੰਮ ਕਰਦੇ ਹੈਗੇ ਆ ਉਹ ਵੀ ਬੰਦ ਕਰਤਾ ਗਿਆ ਜੀ ਤੋਂ ਇਟਸ ਗੋਇੰ ਟੂ ਬੀ ਇਫੈਕਟਿਵ ਫਰੋਮ ਵੈਨਸਡੇ ਤੇ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਹਰ ਇੱਕ ਕੰਟਰੀ ਦੀ ਕੋਸ਼ਿਸ਼ ਹੈ ਕਿ ਆਪਦੇ ਵਿੱਚ ਆਪਦੇ ਨਾਲ ਹੀ ਆਪਦੇ ਸੋਰਸਿਸ ਨੂੰ ਵਰਤਿਆ ਜਾਵੇ ਔਰ ਮੇਰਾ ਖਿਆਲ ਹੈ ਆਪਾਂ ਹੁਣ ਤੋਂ ਕੁਝ ਮਹੀਨੇ ਮੇਰੇ ਖਿਆਲ ਪਹਿਲਾਂ ਗੱਲ ਕੀਤੀ ਸੀ ਕਿ ਇੰਡੀਆ ਦੇ ਵਿੱਚੋਂ ਵੀ ਅਸੀਂ ਸੋਚਦੇ ਕਿ ਜਿਹੜੇ ਨਵੇਂ ਇਮੀਗ੍ਰੇਸ਼ਨ ਹੈਗੀ ਆ ਉਹਦੇ ਉੱਤੇ ਵੀ ਅਸਰ ਪਏਗਾ ਕਿਉਂਕਿ ਸਾਡੇ ਇੰਡੀਆ 'ਚੋਂ ਬਹੁਤ ਵੱਡਾ ਚੰਕ ਹੈ ਜੀ ਜਿਹੜਾ ਇਮੀਗ੍ਰੇਸ਼ਨ ਲੈ ਕੇ ਕੈਨੇਡਾ ਦੇ ਵਿੱਚ ਆਉਂਦਾ ਹੈ ਔਰ ਇਹ ਨੈਚੁਰਲੀ ਹੈ ਜੀ ਉਸ ਦੇ ਉੱਤੇ ਅਸਰ ਪਏਗਾ ਹੀ ਪਏਗਾ ਜ਼ਰੂਰ ਇਸ ਚੀਜ਼ ਨੂੰ ਰੋਕਿਆ ਜਾਵੇਗਾ ਕਿਉਂਕਿ ਸਰਕਾਰਾਂ ਦੇ ਅਗੇਂਸਟ ਗੱਲ ਜਾਏਗੀ ਜੇ ਇਮੀਗ੍ਰੇਸ਼ਨ ਇੱਕਦਮ ਬਹੁਤ ਜ਼ਿਆਦਾ ਖੋਲ੍ਹ ਦਿੱਤੀ ਜਾਂਦੀ ਹੈ ਜੀ ਬਿਲਕੁਲ ਸਰ ਜਦੋਂ ਵੀ ਪ੍ਰੋਟੈਸਟ ਹੁੰਦੇ ਆ ਕਈ ਵਾਰੀ ਇਹ ਹਿੰਸਕ ਰੂਪ ਧਾਰਨ ਕਰਦੇ ਆ ਤਾਂ ਪਬਲਿਕ ਪ੍ਰਾਪਰਟੀ ਜਿਹੜੀ ਹੈ ਇਸ ਵਕਤ ਉਹਦੇ ਤੇ ਬਹੁਤ ਜ਼ਿਆਦਾ ਇਹਦਾ ਅਸਰ ਦੇਖਣ ਨੂੰ ਮਿਲਦਾ ਤੋੜ ਭੰਨ ਜਦੋਂ ਹੋਣੀ ਸ਼ੁਰੂ ਹੋ ਜਾਂਦੀ ਆ ਅਸੀਂ ਇਹ ਨਹੀਂ ਦੇਖਦੇ ਕਿ ਇਹਦੇ ਉੱਤੇ ਪਬਲਿਕ ਦਾ ਪੈਸਾ ਹੀ ਲੱਗਿਆ ਹੋਇਆ ਹੁਣ ਮਿਸਟਰ ਟਰੰਪ ਨੇ ਖਾਸ ਤੌਰ ਤੇ ਕਿਹਾ ਕਿਉਂਕਿ ਜਿਵੇਂ ਹੁਣ ਪ੍ਰੋਟੈਸਟ ਹੋ ਰਹੇ ਸੀ ਬਲੈਕ ਲਾਈਵਸ ਮੈਟਰ ਜੋ ਹੁਣ ਇਸ ਵਕਤ ਸਭ ਤੋਂ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਕਿਤੋਂ ਬੁੱਤ ਹਟਾਏ ਜਾ ਰਹੇ ਨੇ ਕਿਤੇ ਬੁੱਤਾਂ ਉੱਤੇ ਕਾਲਖ ਪੋਖੀ ਜਾ ਰਹੀ ਹੈ ਸੋ ਹੁਣ ਖਾਸ ਤੌਰ ਤੇ ਮਿਸਟਰ ਟਰੰਪ ਦਾ ਇਹ ਹੁਕਮ ਆਇਆ ਕਿ ਜਿਹੜਾ ਵੀ ਹੁਣ ਅਜਿਹਾ ਕਰਦਾ ਪਾਇਆ ਗਿਆ ਤਾਂ ਉਹਦੇ ਸਜ਼ਾ ਦਾ ਭਾਗੀ ਹੋਏਗਾ ਉਹ ਅਸਲ ਤਰਨ ਇੰਨੇ ਜ਼ਿਆਦਾ ਬੁੱਤ ਆਲਰੇਡੀ ਰਿਮੂਵ ਹੋ ਚੁੱਕੇ ਨੇ ਉਹਦਾ ਰੀਜ਼ਨ ਇਹ ਹੈ ਕਿ ਜਿਵੇਂ ਤੁਸੀਂ ਕਹੇ ਭੰਨਤੋੜ ਹੋਣੀ ਸ਼ੁਰੂ ਹੋ ਗਈ ਸੀ ਉਹਨਾਂ ਤੇ ਰੰਗ ਦੂਸਰਾ ਪੁੱਤਿਆ ਜਾਣ ਲੱਗਿਆ ਸੀਗਾ ਔਰ ਉਹ ਜਿਹੜੇ ਬੁੱਤ ਨੇ ਦੇ ਆਰ ਪਾਰਟ ਆਫ ਦਾ ਹਿਸਟਰੀ ਇਹ ਠੀਕ ਹੈ ਕਿ ਉਹ ਪਾਰਟ ਐਸੀ ਹਿਸਟਰੀ ਹੈ ਜਿਹਦੇ ਵਿੱਚ ਕਿ ਗੁਲਾਮਾਂ ਦੇ ਉੱਤੇ ਜਿਹਦੇ ਵਿੱਚ ਕਿ ਇੱਥੋਂ ਦੇ ਨੇਟਿਵ ਇੰਡੀਅਨਸ ਉੱਤੇ ਜਿਹਨਾਂ ਲੋਕਾਂ ਨੇ ਧੱਕਾ ਕੀਤਾ ਉਹਨਾਂ ਦੇ ਬੁੱਤ ਲੱਗੇ ਹੋਏ ਨੇ ਉਹ ਉਸ ਵੇਲੇ ਤਾਂ ਉਹ ਲੋਕ ਜਿਨ੍ਹਾਂ ਦੇ ਉਹਨਾਂ ਦੇ ਬੁੱਤ ਲਾਏ ਨੇ ਉਹ ਉਸ ਕਮਿਊਨਿਟੀ ਵਾਸਤੇ ਬੜੇ ਵਧੀਆ ਸੀਗੇ ਤਾਂ ਹੀ ਉਹਨਾਂ ਦੇ ਬੁੱਤ ਲੱਗੇ ਨੇ ਅਦਰਵਾਈਜ਼ ਦੂਸਰੀ ਕਮਿਊਨਿਟੀ ਵਾਸਤੇ ਉਹ ਮਾੜੇ ਸੀ ਹੁਣ ਉਹ ਬੁੱਤ ਬਦਲਣ ਲੱਗੇ ਨੇ ਔਰ ਜਿਹੜੇ ਟਰੰਪ ਸਾਹਿਬ ਨੇ ਕਿਉਂਕਿ ਟਰੰਪ ਸਾਹਿਬ ਨੂੰ ਇਹ ਚੀਜ਼ ਕਰਨੀ ਪੈਣੀ ਆ ਰੀਜ਼ਨ ਕਿ ਉਹਨਾਂ ਨੇ ਡਿਵਾਈਡ ਕਰਨਾ ਆਪਾਂ ਜਿਵੇਂ ਹੁਣੇ ਗੱਲ ਕਰਕੇ ਹਟੇ ਆ ਉਹਨਾਂ ਨੇ ਸੁਸਾਇਟੀ ਨੂੰ ਡਿਵਾਈਡ ਕਰਨਾ ਔਰ ਜਿਹੜੇ ਮੋਸਟਲੀ ਉਹ ਬੁੱਤ ਨੇ ਉਹ ਨੈਚੁਰਲੀ ਆ ਜਿਹੜੀ ਵਾਈਟ ਕਲਾਸ ਹੈਗੀ ਆ ਉਹਦੇ ਹੱਕ ਵਾਲੇ ਬੁੱਤ ਨੇ ਕਿਉਂਕਿ ਉਹਨਾਂ ਨੇ ਉਸ ਵੇਲੇ ਧੱਕਾ ਕੀਤਾ ਉਹਨਾਂ ਨੇ ਗੁਲਾਮ ਰੱਖੇ ਔਰ ਉਹਨਾਂ ਦੇ ਹੱਕ ਵਾਲੇ ਬੁੱਤ ਨੇ ਔਰ ਟਰੰਪ ਸਾਹਿਬ ਨੇ ਅੱਜ ਸਾਈਨ ਕਰ ਦਿੱਤੇ ਨੇ ਜੀ ਸਵੇਰੇ ਖਬਰ ਆਈ ਸੀ ਕਰਨਗੇ ਵੈਸੇ ਇਸ ਵੇਲੇ ਉਹਨਾਂ ਨੇ ਆਲਰੇਡੀ ਉਸ ਡਿਕਲੇਰੇਸ਼ਨ ਤੇ ਸਾਈਨ ਕਰ ਦਿੱਤੇ ਆ ਐਗਜ਼ੈਕਟਿਵ ਆਰਡਰ ਦੇ ਉੱਤੇ ਕਿ ਕੋਈ ਵੀ ਬੁੱਤ ਨੂੰ ਭੰਨ ਨਹੀਂ ਸਕੇਗਾ ਜਿਹੜਾ ਭੰਨੇਗਾ ਜੀ ਉਹਨੂੰ ਉਹ ਸਜ਼ਾ ਕੋਈ ਨਾ ਕੋਈ ਜ਼ਰੂਰ ਮਿਲਿਆ ਕਰੇਗੀ ਸੋ ਚਾਹੇ ਉਹਨਾਂ ਨੇ ਸਾਈਨ ਕਰਤੇ ਨੇ ਪਰ ਜਿਹੜੀ ਬਲੈਕ ਲਾਈਵਸ ਮੈਟਰ ਵਾਲੀ ਜਿਹੜੀ ਇਸ ਵੇਲੇ ਜੋ ਕੁਝ ਹੋ ਰਿਹਾ ਮੈਨੂੰ ਨਹੀਂ ਲੱਗਦਾ ਇਹ ਜਿਹੜਾ ਇੱਕ ਪੇਪਰ ਦੇ ਉੱਤੇ ਸਾਈਨ ਕੀਤੇ ਆ ਇਹਨੂੰ ਲਾਗੂ ਕਰਨਾ ਕਿੰਨਾ ਆਸਾਨ ਹੋਵੇਗਾ ਇੰਨਾ ਆਸਾਨ ਨਹੀਂ ਹੋਵੇਗਾ ਕਿਉਂਕਿ ਜਦੋਂ ਮੌਬ ਕਿਤੇ ਇਕੱਠਾ ਹੋਇਆ ਹੈ ਮੌਬ ਦੇ ਮੂਹਰੇ ਕਿਸੇ ਦਾ ਜ਼ੋਰ ਨਹੀਂ ਚੱਲਦਾ ਔਰ ਇਸ ਤਰ੍ਹਾਂ ਕਈ ਹੋਰ ਵੀ ਮੈਨੂੰ ਲੱਗਦਾ ਜਿਹੜੇ ਹੈਗੇ ਨੇ ਬੁੱਤ ਜਿਹੜੇ ਐਸੇ ਜਿਹੇ ਨੇ ਉਹ ਜ਼ਰੂਰ ਬਦਲੇ ਜਾਣਗੇ ਬਿਲਕੁਲ ਜੀ ਇੱਕ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ ਇਸ ਤੋਂ ਬਾਅਦ ਅਸੀਂ ਨੈਕਸਟ ਖਬਰ ਵੱਲ ਵਧਾਂਗੇ ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਰ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ ਦੱਸੋ ਸਰ ਕੀ ਕਹਿਣਾ ਚਾਹੁੰਦੇ ਹੋ ਮੈਡਮ ਆਪਣੇ ਨਾਲ ਜੋ ਡਰਾਈਵਿੰਗ ਲਾਇਸੈਂਸ ਆ ਮੈਂ ਜੀ ਦਾ ਟੈਸਟ ਦੇਣਾ ਹੈਗਾ ਮੈਂ ਉਹ ਪਤਾ ਕਰਨਾ ਵੀ ਕਦੋਂ ਤੱਕ ਵੀ ਓਪਨ ਹੋਣਗੇ ਡਰਾਈਵਿੰਗ ਟੈਸਟ ਸੈਂਟਰ ਸਰ ਤੁਸੀਂ ਬੋਲ ਕਿੱਥੋਂ ਰਹੇ ਹੋ ਮੈਡਮ ਬ੍ਰੈਂਪਟਨ ਚੋਂ ਜੀ ਬ੍ਰੈਂਪਟਨ ਤੋਂ ਜੀ ਸਰ ਵੈਸੇ ਜਿੱਥੇ ਤੱਕ ਸਾਡੀ ਨੌਲੇਜ ਹੈਗੀ ਆ ਵੈਂਸਡੇ ਨੂੰ ਸ਼ੁਰੂ ਹੋ ਜਾਣਾ ਬਾਕੀ ਤੁਸੀਂ ਪ੍ਰੋਗਰਾਮ ਜਿਹੜਾ ਆ ਅਖੀਰ ਤੱਕ ਦੇਖੋ ਤੁਹਾਡੇ ਇਸ ਸਵਾਲ ਦਾ ਜਵਾਬ ਅਸੀਂ ਸਾਰੀਆਂ ਕਾਲਸ ਅਟੈਂਡ ਕਰਕੇ ਅਸੀਂ ਕੋਸ਼ਿਸ਼ ਕਰਾਂਗੇ ਕਿ ਪ੍ਰੋਗਰਾਮ ਦੇ ਅਖੀਰ ਵਿੱਚ ਸਭ ਦਾ ਜਵਾਬ ਦਿੱਤਾ ਜਾਵੇ ਪ੍ਰੋਗਰਾਮ ਨਾਲ ਜੁੜੇ ਰਹੋ ਤੁਹਾਡੇ ਸਵਾਲ ਦਾ ਜਵਾਬ ਦੇ ਰਹੇ ਹਾਂ ਜੀ ਥੈਂਕ ਯੂ ਸੋ ਮਚ ਥੈਂਕ ਯੂ ਜੀ ਸਰ ਇਹਨਾਂ ਦੇ ਸਵਾਲ ਦਾ ਜਵਾਬ ਆਪਾਂ ਪ੍ਰੋਗਰਾਮ ਦੇ ਅਖੀਰ 'ਚ ਜ਼ਰੂਰ ਦੇਣ ਦੀ ਕੋਸ਼ਿਸ਼ ਕਰਾਂਗੇ ਤੇ ਬਿਲਕੁਲ ਜੀ ਹਾਂ ਅਗਲੀ ਖਬਰ ਵੱਲ ਅਸੀਂ ਵਧੀਏ ਤਾਂ ਮਿਸਟਰ ਟਰੰਪ ਦੀ ਜਿਹੜੀ ਪਹਿਲੀ ਰੈਲੀ ਹੋਈ ਸੀ ਆਪਾਂ ਦਾਅਵਾ ਕੀਤਾ ਸੀ ਜਿਵੇਂ ਕਿ ਇੱਕ ਰਿਪੋਰਟ ਦੇ ਮੁਤਾਬਿਕ ਉੱਥੋਂ ਦੀ ਸਥਾਨਕ ਮੀਡੀਆ ਦੀ ਰਿਪੋਰਟ ਦੇ ਮੁਤਾਬਿਕ 6500 ਦੇ ਕਰੀਬ ਉੱਥੇ ਇਕੱਠ ਹੋਇਆ ਸੀ ਹਾਲਾਂਕਿ 19000 ਦੀ ਸਮਰੱਥਾ ਵਾਲਾ ਉਹ ਸਟੇਡੀਅਮ ਸੀ ਤੇ ਇਸ ਤੋਂ ਪਹਿਲਾਂ ਮਿਸਟਰ ਟਰੰਪ ਦੇ ਆਫੀਸ਼ੀਅਲਸ ਵੱਲੋਂ ਦਾਅਵਾ ਕੀਤਾ ਜਾ ਰਿਹਾ ਸੀ ਕਿ ਉੱਥੇ ਮਿਲੀਅਨ ਲੋਕੀ ਪਹੁੰਚ ਸਕਦੇ ਆ ਉਹਨਾਂ ਦੇ ਪਹੁੰਚਣ ਦੀ ਉਮੀਦ ਹੈਗੀ ਆ ਪਹੁੰਚੇ 6500 ਕਿੰਨੀ ਹਿੱਟ ਰਹੀ ਕਿੰਨੀ ਫਲॉप ਰਹੀ ਇਹ ਅਮਰੀਕਨਸ ਜ਼ਿਆਦਾ ਬੈਟਰ ਵੇ ਨਾਲ ਜਾਣਦੇ ਨੇ ਪਰ ਜਿਹੜੀ ਉਹਨਾਂ ਦੀ ਹੁਣ ਸੈਕੰਡ ਰੈਲੀ ਹੋਣ ਜਾ ਰਹੀ ਆ ਐਰੀਜ਼ੋਨਾ ਦੇ ਵਿੱਚ ਉਹਦੇ ਬਾਰੇ ਕਹਿੰਦੇ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਨੇ ਤੇ ਤਿਆਰੀਆਂ ਦੇ ਨਾਲ ਨਾਲ ਉੱਥੋਂ ਦੇ ਸਥਾਨਕ ਮੇਅਰ ਨੇ ਵੀ ਕਹਿ ਦਿੱਤਾ ਮਿਸਟਰ ਟਰੰਪ ਨੂੰ ਬੇਨਤੀ ਕੀਤੀ ਆ ਕਿਰਪਾ ਕਰਕੇ ਮਾਸਕ ਪਾ ਕੇ ਆਇਓ ਤੁਸੀਂ ਹੁਣ ਇਉਂ ਦੇਖੋ ਕਿ ਜਦੋਂ ਮੇਅਰ ਸਾਹਿਬ ਨੇ ਇਹ ਅਨਾਉਂਸ ਉਹਨਾਂ ਨੂੰ ਕਿਹਾ ਤੇ ਟਰੰਪ ਸਾਹਿਬ ਨਹੀਂ ਪਾਉਂਦੇ ਲੈ ਹੁਣ ਤੱਕ ਇਹਨਾਂ ਨੇ ਮਾਸਕ ਪਾਇਆ ਨਹੀਂ ਔਰ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮੈਨੂੰ ਤੁਸੀਂ ਮਾਸਕ ਵਿੱਚ ਨਹੀਂ ਦੇਖੋਗੇ ਚਲੋ ਅਗਲੇ ਦੀ ਮਰਜ਼ੀ ਹੈ ਜੀ ਪਰ ਤੁਹਾਡੀ ਬਿਮਾਰੀ ਤਾਂ ਕਿਸੇ ਨੂੰ ਲੱਗ ਸਕਦੀ ਹੈ ਨਾ ਔਰ ਹੁਣ ਇਹਨਾਂ ਦੇ ਨੇੜੇ ਦੇ ਸਰਕਲ ਦੇ ਵਿੱਚੋਂ ਜਦੋਂ ਪਿਛਲੀ ਓਕਲਾਹੋਮਾ ਦੇ ਵਿੱਚ ਰੈਲੀ ਹੋਈ ਹੈ ਤਰਨ ਉਹ 'ਚ 6
ਇਨਰ ਸਰਕਲ ਦੇ ਬੰਦੇ ਉਹਨਾਂ ਨੂੰ ਕੋਵਿਡ-19 ਪੋਜ਼ਿਟਿਵ ਆਇਆ ਤੇ ਕੱਲ 2 ਹੋਰ ਆ ਗਏ ਨੇ ਜੀ ਉਸੇ ਰੈਲੀ ਦੇ ਵਿੱਚੋਂ। ਤੇ ਟਰੰਪ ਸਾਹਿਬ ਅਜੇ ਤੱਕ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਆ। ਔਰ ਜੇ ਇਹ ਰੈਲੀ ਨੈਚੁਰਲੀ ਜੀ ਆਪਾਂ 6500 ਸੀਗਾ ਮੇਰੇ ਖਿਆਲ ਨੰਬਰ ਜੀ, ਜਿਹੜਾ ਅਰੀਨੇ ਦੇ ਵਿੱਚ ਸਰਕਾਰੀ ਨੰਬਰ ਸੀਗਾ, ਜਿਹੜਾ ਕਿ ਆਪਾਂ ਗੱਲ ਕੀਤੀ ਸੀ ਜਿਹੜੇ ਫਾਇਰ ਡਿਪਾਰਟਮੈਂਟ ਨੇ ਨੰਬਰ ਦਿੱਤਾ ਸੀਗਾ। ਹੁਣ ਇੱਥੇ ਵੀ ਇਹੋ ਹੀ ਗੱਲ ਹੋਣੀ ਆ, ਜੇ ਇਹ ਰੈਲੀ ਠੁੱਸ ਹੋ ਜਾਂਦੀ ਹੈ ਤਾਂ ਮੈਨੂੰ ਨਹੀਂ ਲੱਗਦਾ ਕਿ ਜਿਹੜੇ ਟਰੰਪ ਸਾਹਿਬ ਹੈ ਉਹਨਾਂ ਨੂੰ ਮੁੜ ਕੇ ਜਿਹਨੂੰ ਕਹਿੰਦੇ ਐਕਚੁਅਲ ਟਰੈਕਸ਼ਨ ਗੇਨ ਕਰਨੀ ਇਟਸ ਨਾਟ ਗੋਇੰਗ ਟੂ ਬੀ ਈਜ਼ੀ, ਕਿਉਂਕਿ ਉਹਨਾਂ ਨੇ ਜਿਹੜੀ ਆਪਦੀ ਪਾਲਿਸੀਜ਼ ਹੈਗੀਆਂ ਨੇ ਜਿਹੜੀ ਡਿਵਾਈਡ ਕਰਨ ਵਾਲੀਆਂ ਹੈਗੀਆਂ ਨੇ ਉਹੀ ਚੱਲ ਰਹੀ ਹੈ, ਉਹ 'ਚ ਚੇਂਜ ਕੋਈ ਨਹੀਂ ਆ ਰਹੀ। ਸਮਾਂ ਉਹ ਤੇ ਹੋਰ ਸਖਤ ਹੋ ਰਹੇ ਨੇ। ਜੇ ਐਰੀਜ਼ੋਨਾ ਵਗੈਰਾ ਦੇ ਵਿੱਚ ਵੀ ਇਹਨਾਂ ਦੀ ਜਿਹੜੀ ਰੈਲੀ ਹੈਗੀ ਆ ਉਹ ਫੇਲ ਹੋ ਜਾਂਦੀ ਹੈ ਤਾਂ ਟਰੰਪ ਸਾਹਿਬ ਦੀ ਟੀਮ ਨੂੰ ਬਹੁਤ ਸੀਰੀਅਸਲੀ ਸੋਚਣਾ ਪਵੇਗਾ ਕਿ ਉਹਨਾਂ ਨੂੰ ਆਪਦੀ ਸਟ੍ਰੈਟਜੀ ਮੈਨੂੰ ਲੱਗਦਾ ਚੇਂਜ ਕਰਨੀ ਪਏਗੀ। ਬਿਲਕੁਲ ਜੀ, ਕਾਲਰ ਸਾਡੇ ਨਾਲ ਜੁੜ ਚੁੱਕੇ ਨੇ, ਫਿਰ ਅਸੀਂ ਮੁੱਦੇ ਉੱਤੇ ਅਸੀਂ ਡਿਸਕਸ਼ਨ ਕਰਾਂਗੇ। ਹੈਲੋ ਜੀ ਤੁਹਾਨੂੰ ਸਤਿ ਸ੍ਰੀ ਅਕਾਲ ਬੇਟੇ। ਸਤਿ ਸ੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ। ਹਾਂਜੀ ਮੈਮ, ਕਿੱਥੋਂ ਬੋਲ ਰਹੇ ਹੋ? ਮੈਂ ਇੱਕ ਡਾਕਟਰ ਦਾ ਪੁੱਤਰ ਬੋਲਦੀ ਹਾਂ। ਮੈਨੂੰ ਆ ਬੜੀ ਖੁਸ਼ੀ ਹੋਈ ਹੈ ਜਿਹੜਾ ਉੱਤੇ ਆ ਰਿਹਾ ਆਪਣੇ ਫਲੈਟਾਂ ਬੰਦ ਕਰਦੀਆਂ ਨੇ ਭਾਰਤ ਦੀਆਂ। ਮੈਂ ਤਾਂ ਜਦੋਂ ਗੱਲ ਹੋ ਗਈ ਆ ਕਿ ਤੇਰੇ ਅੰਕਲ ਜੀ 4 ਮਹੀਨੇ ਹੋਏ ਨੇ ਫਸਿਆ ਨੂੰ ਉੱਥੇ ਇੰਡੀਆ ਵਿੱਚ, ਤੇ ਮੈਂ ਰੋਜ਼ ਤੁਹਾਡਾ ਟੀਵੀ ਦੇਖਦੀ ਆ ਵੀ ਕਦੋਂ ਦੱਸਣ ਕੋਈ ਫਲੈਟ ਆਵੇ ਤੇ ਤੇਰੇ ਅੰਕਲ ਜੀ ਇੱਥੇ ਆਉਣ। ਮੈਂ ਦੁਖੀ ਹੋਏ ਪਿਆ। ਅੱਜ ਮੈਂ ਬਹੁਤ ਖੁਸ਼ ਹਾਂ ਵੀ ਬੰਦ ਹੋਣ ਤੇ ਚੰਗੀਆਂ ਨਾਰਮਲ ਫਲੈਟ ਆਉਣ ਤੇ ਤੇਰੇ ਅੰਕਲ ਜੀ ਇੱਥੇ ਆਉਣ। ਬਿਲਕੁਲ ਜੀ, ਇੱਕ ਪੁੱਤਰ ਮੈਂ ਬਸ ਆਹੀ ਗੱਲ ਕਰਨੀ ਸੀਗੀ ਤੇ ਫਲੈਟਾਂ ਦਾ ਦੱਸਿਓ ਵੀ ਦੂਸਰੀਆਂ ਫਲੈਟਾਂ ਕਦੋਂ ਆ ਰਹੀਆਂ। ਬਿਲਕੁਲ ਮੈਮ, ਤੁਸੀਂ ਪ੍ਰੋਗਰਾਮ ਨਾਲ ਜੁੜੇ ਰਹੋ। ਇਹ ਕਿਉਂ ਬੰਦ ਕੀਤੀਆਂ ਗਈਆਂ ਨੇ ਤੇ ਭਾਰਤ ਹੁਣ ਕੀ ਖੋਲਣ ਜਾ ਰਿਹਾ ਇੰਟਰਨੈਸ਼ਨਲ ਫਲਾਈਟਸ, ਅਸੀਂ ਇਹ ਸਾਰੀ ਡਿਸਕਸ਼ਨ ਕਰਾਂਗੇ। ਥੈਂਕ ਯੂ ਸੋ ਮਚ, ਤੁਸੀਂ ਪ੍ਰੋਗਰਾਮ 'ਚ ਕਾਲ ਕੀਤੀ। ਓਕੇ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰ ਅਸੀਂ ਗੱਲਬਾਤ ਕਰ ਰਹੇ ਸੀ ਮਿਸਟਰ ਟਰੰਪ ਦੀ ਰੈਲੀ ਦੇ ਬਾਰੇ ਵਿੱਚ। ਜਿਵੇਂ ਤੁਸੀਂ ਦੱਸਿਆ ਕਿ ਪਹਿਲਾਂ 6 ਉਹਨਾਂ ਦੇ ਜਿਹੜੇ ਆ ਉਹ ਟੀਮ ਦੇ ਮੈਂਬਰ ਆ ਕਰੋਨਾ ਵਾਇਰਸ ਦੇ ਸ਼ਿਕਾਰ ਪਾਏ ਗਏ ਤੇ 2 ਮੈਂਬਰ ਹੁਣ ਲੇਟੈਸਟ ਨਿਊਜ਼ ਆਈ ਆ ਹੋਰ ਹੋ ਰਹੇ ਨੇ। ਸੋ ਟਰੰਪ ਦੇ ਖੇਮੇ ਵਿੱਚ ਉਹਨਾਂ ਦੇ ਖੁਦ ਦੇ ਬੰਦੇ ਜਿਹੜੇ ਆ ਆਫੀਸ਼ੀਅਲਸ ਜਿਹੜੇ ਨੇ ਉਹ ਇਸ ਵਕਤ ਕਰੋਨਾ ਵਾਇਰਸ ਦਾ ਸ਼ਿਕਾਰ ਹੋਣਾ ਸ਼ੁਰੂ ਹੋ ਚੁੱਕੇ ਨੇ। ਇਹਦੇ ਵਿੱਚ ਕਿਸ ਤਰੀਕੇ ਦੀ ਜ਼ਿੱਦ ਹੈ ਕਿ ਇੱਕ ਰਾਸ਼ਟਰਪਤੀ ਹੋਣ ਦੇ ਨਾਤੇ ਤੁਸੀਂ ਕਿਸ ਤਰੀਕੇ ਦਾ ਸੰਦੇਸ਼ ਦੇ ਰਹੇ ਹੋ ਆਪਣੇ ਨਾਗਰਿਕਾਂ ਨੂੰ ਕਿ ਕੀ ਮਾਸਕ ਜ਼ਰੂਰੀ ਨਹੀਂ ਹੈਗੇ? WHO ਦੀ ਗੱਲ ਨੂੰ ਤੁਸੀਂ ਠੁਕਰਾ ਰਹੇ ਹੋ। ਬਿਲਕੁਲ ਜੀ, ਇਹਦਾ ਮਤਲਬ ਤਰਨ ਇਹੀ ਨਿਕਲਦਾ ਕਿ ਤੁਹਾਨੂੰ ਕੋਈ ਪਰਵਾਹ ਨਹੀਂ ਹੈ, ਤੁਹਾਨੂੰ ਆਪਣੇ ਸਿਟੀਜ਼ਨ ਦੀ ਪਰਵਾਹ ਨਹੀਂ ਹੈਗੀ। ਕਿਉਂਕਿ ਇਹ ਜਿਹੜਾ ਪ੍ਰੈਜ਼ੀਡੈਂਟ ਹੈ ਉਹ ਸਭ ਤੋਂ ਟਾਪ ਤੇ ਇਸ ਵੇਲੇ ਜੀ, ਸਾਰੇ ਕੰਟਰੀ ਦਾ ਲੀਡਰ ਹੈਗਾ। ਜੇ ਉਹ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਹੈ, WHO ਕਹਿ ਰਹੀ ਹੈ, ਜਿਹੜੇ ਉਹਦੇ ਮੈਡੀਕਲ ਵਾਲੇ ਜਿੰਨੇ ਵੀ ਹੈਗੇ ਲੋਕ ਉਹਨੂੰ ਸਲਾਹ ਦੇਣ ਵਾਲੇ ਆ ਉਹਨਾਂ ਦੀ ਗੱਲ ਮੰਨਣ ਨੂੰ ਤਿਆਰ ਨਹੀਂ ਹੈ, ਤੇ ਤੁਸੀਂ ਕੀ ਆਪਦੇ ਆਪ ਨੂੰ ਪੋਰਟਰੇ ਕਰ ਰਹੇ ਹੋ, ਤੁਸੀਂ ਪੇਸ਼ ਕੀ ਕਰ ਰਹੇ ਹੋ? ਇੱਕ ਜ਼ਿੱਦ ਹੈ, ਇੱਕ ਇਹ ਜ਼ਿੱਦ ਕਰਕੇ ਹੀ ਆ ਵੀ ਮੈਂ ਮਾਸਕ ਨਹੀਂ ਪਾਉਣਾ। ਇਹ ਜ਼ਿੱਦ ਹੋਈ ਆ ਕਿ ਮੈਂ ਕੁਝ ਨਹੀਂ ਇਸ ਚੀਜ਼ ਨੂੰ ਮੰਨ। ਤੁਹਾਡੇ ਸਾਹਮਣੇ ਇਸ ਰਿਟਨ ਔਨ ਦਾ ਵਾਲ ਲਿਖਿਆ ਹੋਇਆ, ਥੋੜੀ ਥਾਂ ਥਾਂ ਦੇ ਉੱਤੇ ਤੁਹਾਨੂੰ ਪਤਾ ਕੋਵਿਡ ਦੇ ਕੇਸਿਸ ਘੱਟ ਨਹੀਂ ਰਹੇ, ਵੱਧ ਰਹੇ, ਔਰ ਸਭ ਤੋਂ ਜ਼ਿਆਦਾ ਕੇਸਿਸ ਤਰਨ US ਦੇ ਵਿੱਚ ਨੇ। ਇਹ ਕਿੰਨੀ ਐਸੀ ਗੱਲ ਹੈਗੀ ਆ, ਤੁਸੀਂ ਫੇਰ ਵੀ ਐਜ਼ ਅ ਲੀਡਰ ਤੁਹਾਡੇ ਸਲਾਹਕਾਰ ਤੁਹਾਨੂੰ ਨਿਤ ਇਹ ਤਾਂ ਹੋ ਨਹੀਂ ਸਕਦਾ ਤਰਨ ਕਿ ਇਹਨਾਂ ਦੀ ਸਲਾਹ ਇਹ ਨਾ ਕਹਿੰਦੇ ਹੁਣ ਟਰੰਪ ਸਾਹਿਬ ਇਹ ਚੀਜ਼ ਬਹੁਤ ਖਤਰਨਾਕ ਹੈ, ਇਹਦੀ ਹਜੇ ਤੱਕ ਦਵਾਈ ਨਹੀਂ ਆਈ, ਇਹ ਤਾਂ ਹੋ ਨਹੀਂ ਸਕਦਾ ਵੀ ਉਹ ਨਾ ਕਹਿੰਦੇ ਹੁਣ। ਇਹਦਾ ਮਤਲਬ ਦੇਖਣ ਨੂੰ ਇਹ ਟਰੰਪ ਸਾਹਿਬ ਇਹੋ ਜਿਹੀ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਹੈ ਜਿਹੜੀ ਕਿ ਕੋਈ ਵਧੀਆ ਸਿਆਣੇ ਫੈਸਲੇ ਨਹੀਂ ਹੈ, ਔਰ ਉਹਨਾਂ ਫੈਸਲਿਆਂ ਦਾ ਨਤੀਜਾ ਜੇ ਇਹੀ ਹਾਰ ਰਿਹਾ ਇਹਨਾਂ ਦਾ ਤਾਂ ਇਹਨਾਂ ਨੂੰ ਨਵੰਬਰ ਦੀ ਇਲੈਕਸ਼ਨ ਦੇ ਵਿੱਚ ਭੁਗਤਣਾ ਪਵੇਗਾ। ਬਿਲਕੁਲ ਜੀ। ਸਰ ਇੱਕ ਹੋਰ ਜਿਹੜੀ ਖਬਰ ਸਾਹਮਣੇ ਆ ਰਹੀ ਹੈ ਉਹ ਇਹ ਹੈ ਕਿ ਅਮਰੀਕਾ ਤੋਂ 106 ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ, ਜਿਹਦੇ ਵਿੱਚੋਂ 59 ਪੰਜਾਬੀ ਸੀਗੇ। ਸੋ ਕੱਲ ਇਹਨਾਂ ਦੀ ਜਿਹੜੀ ਫਲਾਈਟ ਪਹੁੰਚੀ ਹੈ ਤੇ ਉਹਦੇ ਵਿੱਚੋਂ ਕੁਝ ਜਿਹੜੇ ਪੰਜਾਬੀ ਨੇ ਉਹਨਾਂ ਨੂੰ ਫਿਰ ਅੰਮ੍ਰਿਤਸਰ 에ਅਰਪੋਰਟ ਤੱਕ ਲੈ ਕੇ ਗਏ ਨੇ। ਸੋ ਇਲੀਗਲ ਵੇ ਨਾਲ ਇਹਨਾਂ ਨੇ ਐਂਟਰ ਕੀਤਾ ਸੀ। ਸੋ ਹੁਣ ਅਸੀਂ ਜਾਣਦੇ ਹਾਂ ਕਿ ਟਰੰਪ ਪ੍ਰਸ਼ਾਸਨ ਨੇ ਬਹੁਤ ਔਖਾ ਕੀਤਾ ਹੋਇਆ, ਉੱਥੇ ਡਿਪੋਰਟੇਸ਼ਨ ਦੀ ਤਲਵਾਰ ਬਹੁਤਿਆਂ ਤੇ ਲਟਕ ਰਹੀ ਹੈ। ਲੱਭ ਕੇ ਹੁਣ ਛਾਪੇਮਾਰੀ ਕੀਤੀ ਜਾ ਰਹੀ ਹੈ, ਜਿਹੜੇ ਇਲੀਗਲ ਵੇ ਨੇ ਉਹਨਾਂ ਨੂੰ ਸਖਤੀ ਕੀਤੀ ਜਾ ਰਹੀ ਹੈ। ਬਿਲਕੁਲ ਜੀ, ਇਹ ਇੱਕ ਤਾਂ ਸਾਡੀ ਕੁਝ ਕੁਦਰਤੀ ਅਤਰਨ ਅਸੀਂ ਬਹੁਤ ਸਾਡੇ ਲੋਕ ਨੇ ਜਿਹੜੇ ਕਿ ਆਪਦੇ ਕੰਟਰੀ ਚੋਂ ਬਾਹਰ ਆਉਣਾ ਚਾਹੁੰਦੇ ਨੇ ਚੰਗੀ ਜ਼ਿੰਦਗੀ ਵਾਸਤੇ, ਔਰ ਕਈ ਵਾਰੀ ਐਸੇ ਨੇ ਕਿ ਬਾਰਡਰਸ ਦੇ ਉੱਤੇ ਉਹਨਾਂ ਨੂੰ ਫੜ ਲਿਆ ਜਾਂਦਾ, ਅਖੀਰ ਉਹਨਾਂ ਨੂੰ ਵਾਪਸ ਭੇਜਿਆ ਜਾਂਦਾ। ਬਹੁਤ ਮੰਦੀ ਗੱਲ ਹੈ ਜੀ। ਔਰ ਇਹ ਮੈਨੂੰ ਸਮਝ ਨਹੀਂ ਆਉਂਦੀ ਕਿ ਮੈਂ ਹੁਣ ਇਹਨਾਂ ਬਾਰੇ ਕੀ ਕਹਾਂ ਜੀ, ਕਿਉਂਕਿ ਇੰਨੇ ਪੈਸੇ ਖਰਚ ਕੇ ਇੰਨਾ ਕੁਝ ਕਰਕੇ ਲੋਕੀ ਜਿਹੜੇ ਏਜੰਟਸ ਨੇ ਖਾਸ ਕਰਕੇ ਉਹ ਉਹਨਾਂ ਨੂੰ ਕਈ ਵਾਰੀ ਐਸੇ ਰਾਹ ਪਾ ਦਿੰਦੇ ਨੇ ਕਿ ਆ ਕੇ ਬਾਰਡਰਸ ਦੇ ਉੱਤੇ ਫੜੇ ਜਾਂਦੇ ਨੇ। ਵੈਸੇ ਮੈਕਸੀਕੋ ਵਾਲੇ ਬਾਰਡਰ ਦੇ ਉੱਤੇ ਕਾਫੀ ਲੰਬੀ ਜਿਹੜੀ ਕੰਧ ਹੈ ਤਰਨ ਆਲਰੇਡੀ ਕੱਢ ਦਿੱਤੀ ਗਈ ਹੈ, ਤੇ ਟਰੰਪ ਸਾਹਿਬ ਨੇ ਅੱਜ ਉੱਥੇ ਵੀ ਵਿਜ਼ਿਟ ਕਰਕੇ ਆਉਣਾ। ਜਿਹੜੀ ਫਲਾਈਟਸ ਹੁਣ ਜਿਹਨੂੰ ਵੀ ਫੜਦੇ ਆ, ਕਿਉਂਕਿ ਟਰੰਪ ਸਾਹਿਬ ਦੀ ਕੋਸ਼ਿਸ਼ ਇਹ ਆ ਔਰ ਉਹ ਇਸੇ ਕਰਕੇ ਸਖਤੀ ਕਰਨਗੇ, ਜਿਹਨੂੰ ਵੀ ਫੜਿਆ ਜਾਂਦਾ ਤਾਂ ਮੋਸਟਲੀ ਬਹੁਤੇ ਲੋਕਾਂ ਨੂੰ ਵਾਪਸ। ਬਿਲਕੁਲ ਜੀ। ਇੱਕ ਦਰਸ਼ਕ ਸਾਡੇ ਨਾਲ ਜੁੜ ਚੁੱਕੇ ਨੇ, ਪਹਿਲਾਂ ਉਹਨਾਂ ਦੇ ਅਸੀਂ ਸਵਾਲ ਲੈ ਲਈਏ। ਹੈਲੋ ਹੈਲੋ, ਪਲੀਜ਼ ਆਪਣੇ ਟੀਵੀ ਸਕਰੀਨ ਦੀ ਆਵਾਜ਼ ਨੂੰ ਘੱਟ ਕਰਕੇ ਸਾਡੇ ਨਾਲ ਗੱਲ ਕਰੋ ਜੀ। ਹੈਲੋ
ਚਲੋ ਕੋਈ ਗੱਲ ਨਹੀਂ, ਆਪਾਂ ਜੀ ਫਿਰ ਦੁਬਾਰਾ ਬਿਲਕੁਲ, ਕਰ ਤੇ ਲਾਂਗੇ। ਆਪਣੇ ਆਪਾਂ ਦਰਸ਼ਕਾਂ ਨੂੰ ਦੱਸਦੇ ਇਹੀ ਹਾਂ। ਬੇਨਤੀ ਹੈ, ਪਲੀਜ਼ ਜਦੋਂ ਤੁਸੀਂ ਸਾਡੇ ਨਾਲ ਗੱਲ ਕਰਦੇ ਹੋ ਆਪਣੀ ਟੀਵੀ ਸਕਰੀਨ ਦੀ ਆਵਾਜ਼ ਨੂੰ ਕੱਟ ਕਰਕੇ ਡਾਇਰੈਕਟ ਫੋਨ ਦੇ ਜ਼ਰੀਏ ਸਾਡੇ ਨਾਲ ਗੱਲ ਕਰੋ। ਸਰ, ਅਸੀਂ ਇਲੀਗਲ ਇਮੀਗ੍ਰੇਸ਼ਨ ਦੀ ਗੱਲਬਾਤ ਕਰ ਰਹੇ ਸੀ। ਏਜੰਟਾਂ ਨੂੰ ਇੰਨੇ ਲੱਖਾਂ ਰੁਪਏ ਦਿੱਤੇ ਜਾ ਰਹੇ ਨੇ, ਬਟ ਜਾਣ ਦਾ ਤਰੀਕਾ ਕੀ ਹੈ, ਗਲਤ ਤਰੀਕੇ ਨਾਲ ਪਹੁੰਚ ਰਹੇ ਨੇ। ਕੋਈ ਬਾਰਡਰ ਪਾਰ ਕਰਵਾ ਰਿਹਾ, ਕਈ ਤਾਂ ਅਜਿਹੀਆਂ ਪਿਛਲੇ ਸਾਲ ਵੀ ਅਸੀਂ ਖਬਰਾਂ ਲਗਾਈਆਂ ਸੀ ਕਿ ਡੋਂਕੀ ਬਣ ਕੇ ਆ ਰਹੇ ਨੇ ਉੱਥੇ, ਤੇ ਦੈਨ ਕਈ ਉੱਥੇ ਮੈਕਸੀਕੋ ਦੇ ਜੰਗਲਾਂ ਵਿੱਚ ਹੀ ਕਈਆਂ ਦੀਆਂ ਲਾਸ਼ਾਂ ਮਿਲੀਆਂ ਨੇ। ਸੋ ਅਸੀਂ ਪੈਸੇ ਦੇ ਰਹੇ ਹਾਂ, ਕਿਸ ਲਈ ਦੇ ਰਹੇ ਹਾਂ, ਸਾਨੂੰ ਇਹ ਵੀ ਨਹੀਂ ਪਤਾ ਕਿ ਅਸੀਂ ਉੱਥੇ ਤੱਕ ਪਹੁੰਚ ਪਾਵਾਂਗੇ ਕਿ ਨਹੀਂ। ਤਰਨ, ਜਿਹੜਾ ਮੈਕਸੀਕੋ ਦਾ ਬਾਰਡਰ ਕ੍ਰਾਸ ਕਰਦੇ ਆ ਨਾ, ਇਹ ਵੀ ਸਰਟਨ ਟਾਈਮ ਲਿਮਿਟ ਦੇ ਵਿੱਚ ਕਰਨਾ ਪੈਂਦਾ। ਇਹ ਉਹ ਨਹੀਂ ਹੈ ਵੀ ਤੁਸੀਂ ਅੱਜ ਤੁਰ ਪਏ ਤੇ ਪਰਸੋਂ ਨੂੰ ਚਲੇ ਜਾਓਗੇ, ਨੋ। ਉਹ ਸਰਟਨ ਟਾਈਮ ਲਿਮਿਟ, ਸਰਟਨ ਪੇਸ ਚੱਲਣੀ ਪੈਂਦੀ ਹੈ। ਇਹ ਜ਼ਰੂਰੀ ਵੀ ਤੁਸੀਂ ਪਾਸ ਕਰੋਗੇ ਕਿ ਨਹੀਂ ਕਰੋਗੇ। ਔਰ ਜਿਵੇਂ ਤੁਸੀਂ ਗੱਲ ਕੀਤੀ ਹੈ, ਬਹੁਤ ਮੌਤਾਂ ਹੋਈਆਂ ਨੇ। ਤੁਹਾਨੂੰ ਲਿਮਿਟਿਡ ਪਾਣੀ ਹੈ, ਤੁਸੀਂ ਕਿੰਨਾ ਸਮਾਨ ਨਾਲ ਕੇ ਲੈ ਕੇ ਜਾ ਸਕਦੇ ਹੋ, ਲਿਮਿਟਿਡ ਖਾਣ ਨੂੰ ਹੈ, ਫਿਰ ਤੁਹਾਨੂੰ ਐਨਰਜੀ ਵਾਸਤੇ ਵੀ ਕੁਛ ਨਾ ਕੁਛ ਚਾਹੀਦਾ ਹੈਗਾ। ਔਰ ਮੋਸਟਲੀ ਇਸੇ ਕਰਕੇ ਅਸੀਂ, ਅੱਛਾ ਜਿਹੜੀ ਇਹ ਗੱਲ ਹੈ ਨਾ ਤਰਨ, ਆਪਾਂ ਤਾਂ ਹੁਣ ਕਰ ਰਹੇ ਹਾਂ, ਜਿਹੜੇ ਏਜੰਟਸ ਨੇ ਉਹ ਅਜਿਹੀਆਂ ਗੱਲਾਂ ਬਿਲਕੁਲ ਨਹੀਂ ਦੱਸਦੇ। ਉਹ ਜਿਹੜੇ ਸਬਜ਼ ਬਾਗ ਦਿਖਾਉਂਦੇ ਆ ਔਰ ਉਹਦੇ ਕਰਕੇ ਲੱਖਾਂ ਕਰੋੜਾਂ ਰੁਪਈਆ ਉਹ ਕਮਾ ਰਹੇ ਨੇ। ਔਰ ਲੋਕੀ ਜਿਹੜੇ ਦੇ ਰਹੇ ਨੇ ਉਹਨਾਂ ਨੂੰ ਕਈ ਵਾਰੀ ਉਹ ਟਿਕਾਣੇ ਵੀ ਨਹੀਂ ਲੱਗਦੇ, ਰਾਹ 'ਚ ਵਾਪਸ ਜਾਣਾ ਪੈਂਦਾ। ਕਈ ਆਪਾਂ ਆਮ ਗੱਲਾਂ ਸੁਣੀਆਂ ਨੇ, ਟ੍ਰੈਜਡੀਜ਼ ਹੋ ਜਾਂਦੀਆਂ ਨੇ। ਜਿਹੜੇ ਬੋਟਸ ਦੇ ਵਿੱਚ ਜਾਂਦੇ ਨੇ, ਬੋਟ 'ਚ ਕ੍ਰਾਸ ਕਰਨਾ ਪੈਂਦਾ, ਬੋਟ ਡੁੱਬ ਜਾਂਦੀ ਹੈ, ਕੋਈ ਪਰਵਾਹ ਨਹੀਂ ਕਰਦਾ। ਔਰ ਬੋਟ ਕਿਉਂ ਡੁੱਬਦੀਆਂ ਨੇ ਬੋਟਸ? ਉਹ 'ਚ ਲੋੜੋਂ ਵੱਧ ਪੈਸੇਂਜਰਸ ਭਰ ਦਿੰਦੇ ਨੇ। ਪੈਸੇ ਦਾ ਲਾਲਚ ਹੈ, ਕੱਲੇ ਬੰਦੇ ਦੇ ਪੈਸੇ ਲੈਂਦੇ ਨੇ ਜੀ ਉਹ। ਔਰ ਮੈਂ ਸਭ ਨੂੰ ਇਹ ਬੇਨਤੀ ਕਰਾਂਗਾ ਕਿ ਜਦ ਤੱਕ ਤੁਹਾਨੂੰ 100% ਸ਼ੋਰ ਨਹੀਂ ਹੈਗਾ ਕਿ ਤੁਸੀਂ ਉੱਥੋਂ ਦੀ ਇਮੀਗ੍ਰੇਸ਼ਨ ਮਿਲੇਗੀ ਜਾਂ ਕੁਛ ਹੋਰ ਹੋਵੇਗੀ, ਪਲੀਜ਼ ਟਰਾਈ ਨਾ ਕਰਿਆ ਕਰੋ। ਇਹ ਬਹੁਤ ਵੱਡਾ ਜੂਆ ਜਿਹਦੇ ਵਿੱਚ ਫੇਲੀਅਰ ਦੇ ਚਾਂਸਸ ਜ਼ਿਆਦੇ ਆ। ਤੁਹਾਨੂੰ ਜਿਹੜੇ ਏਜੰਟਸ ਨੇ ਉਹ ਸਿਰਫ ਜਿਹੜੇ ਪਹੁੰਚੇ ਹੋਏ ਉਹਨਾਂ ਬਾਰੇ ਦੱਸਦੇ ਆ, ਫੇਲੀਅਰਸ ਦੇ ਚਾਂਸਸ ਬਹੁਤ ਜ਼ਿਆਦੇ ਆ। ਤੁਹਾਡਾ ਉੱਥੇ ਟਿਕਾਣੇ ਪਹੁੰਚਣਾ ਬਹੁਤ ਚਾਂਸਸ ਬਹੁਤ ਘੱਟ ਨੇ। ਸੋ ਪਲੀਜ਼ ਜੇ ਕੋਈ ਸੋਚ ਰਿਹਾ ਇਸ ਮਾਮਲੇ ਬਾਰੇ, ਦੁਬਾਰੇ ਜ਼ਰੂਰ ਸੋਚਣਾ ਜੀ, ਗੌਰ ਕਰਨਾ ਇਹਦੇ ਉੱਤੇ। ਬਿਲਕੁਲ ਜੀ। ਤੇ ਸਰ, ਇੱਕ ਕੈਨੇਡਾ ਤੇ ਅਮਰੀਕਾ ਦੇ ਰਿਸ਼ਤਿਆਂ ਦੀ ਗੱਲਬਾਤ ਕਰੀਏ ਤਾਂ ਪਿਛਲੇ ਸਾਲ ਨਾਫਟਾ ਸਮਝੌਤੇ ਵੇਲੇ ਕਾਫੀ ਜ਼ਿਆਦਾ ਵਿਵਾਦ ਜਿਹੜਾ ਵਧਿਆ ਸੀ ਤੇ ਬਹੁਤ ਔਖਾ ਤਿੰਨਾਂ ਮੁਲਕਾਂ ਦੀ ਜਿਹੜੀ ਸਹਿਮਤੀ ਬਣੀ ਸੀ। ਹੁਣ ਜੋ ਤਾਜ਼ਾ ਮਾਮਲਾ ਸਾਹਮਣੇ ਆ ਰਿਹਾ ਤਾਂ ਟਰੰਪ ਸਰਕਾਰ ਵੱਲੋਂ ਕੈਨੇਡਾ ਉੱਤੇ ਇੱਕ ਨਵਾਂ ਟੈਰਿਫ ਲਗਾਇਆ ਗਿਆ, ਉਹਦੇ ਬਾਰੇ ਵਿੱਚ ਵੀ ਜਾਣਕਾਰੀ ਜ਼ਰੂਰ ਦਿਓ। ਤਰਨ, ਇਹ ਸੈਕਸ਼ਨ 232 ਹੈ ਜਿਹੜੀ US ਟ੍ਰੇਡ ਐਕਸਪੈਂਸ਼ਨ ਐਕਟ ਹੈਗਾ, ਇਹਨੂੰ ਪਹਿਲਾਂ ਵੀ ਲਾਗੂ ਕੀਤਾ ਗਿਆ ਸੀਗਾ। ਔਰ ਇਹਦੇ ਉੱਤੇ ਫਿਰ ਦੁਬਾਰੇ ਕੈਨੇਡਾ ਨੇ ਰੌਲਾ ਬਹੁਤ ਪਾਇਆ ਸੀਗਾ ਤੇ ਉਹ ਥੋੜੀ ਦੇਰ ਵਾਸਤੇ ਚੱਕ ਦਿੱਤਾ ਗਿਆ ਸੀਗਾ। ਇਹ ਐਲੂਮੀਨੀਅਮ ਦੀ ਹੈ ਜਿਹਨੂੰ ਅਸੀਂ ਐਲੂਮੀਨੀਅਮ ਕਹਿੰਦੇ ਆ ਜੀ, ਉਹਦਾ ਤੇ ਟੈਰਿਫ ਬਹੁਤ ਵੱਡਾ ਸਾਡਾ ਬਿਜ਼ਨਸ ਹੈ ਜੀ। ਅਸੀਂ ਇਹ ਇਧਰੋਂ US ਨੂੰ ਭੇਜਦੇ ਆ, ਉਹਦੇ ਉੱਤੇ ਹੁਣ ਐਕਸਪੋਰਟ ਡਿਊਟੀ ਦੁਬਾਰੇ ਟਰੰਪ ਐਡਮਿਨਿਸਟ੍ਰੇਸ਼ਨ ਫੇਰ ਲਾਉਣ ਲੱਗੀ ਹੈ। ਇਹ ਜਦੋਂ ਟਰੰਪ ਐਡਮਿਨਿਸਟ੍ਰੇਸ਼ਨ ਹੋਂਦ ਵਿੱਚ ਆਈ ਸੀ ਉਦੋਂ ਸ਼ੁਰੂ ਦੇ ਵਿੱਚ ਇਹਦਾ ਬਹੁਤ ਰੌਲਾ ਪਿਆ ਸੀ ਔਰ ਇਹਨਾਂ ਨੇ ਲਾਤੀ ਸੀਗੀ, ਜਿਹਦੇ ਕਰਕੇ ਸਾਡੀ ਜਿਹੜੀ ਐਲੂਮੀਨੀਅਮ ਇੰਡਸਟਰੀ ਆ ਉਹ 'ਤੇ ਬਹੁਤ ਵੱਡਾ ਅਸਰ ਪਿਆ ਸੀ। ਹੁਣ ਦੁਬਾਰੇ ਫੇਰ ਇਹੀ ਚਾਂਸ ਫੇਰ ਹੋਣ ਲੱਗੇ। ਰੀਜ਼ਨ ਗੱਲ ਫੇਰ ਉੱਥੇ ਆ ਜਾਂਦੀ ਹੈ, ਨਵੰਬਰ ਤੱਕ ਬਹੁਤ ਕੁਝ ਹੋਏਗਾ ਜੀ। ਬੜੇ ਐਸੇ ਫੈਸਲੇ ਲਏ ਜਾਣਗੇ ਜਿਹੜੇ ਕਿ ਸਿਰਫ ਇੱਕ ਧਿਰ ਦੇ ਹੱਕ ਵਿੱਚ ਹੋਣਗੇ, ਬਾਕੀ ਧਿਰਾਂ ਦੇ ਉਹ ਹੱਕ ਵਿੱਚ ਨਹੀਂ ਹੋਣਗੇ। ਪਰ ਉਹ ਜਿਹੜੀ ਇੱਕ ਧਿਰ ਵੀ ਹੈਗੀ ਆ, ਉਹ ਸਿਰਫ ਟਰੰਪ ਉਹਨਾਂ ਦੀ ਗੱਲ ਹੈ ਕਿ ਬਾਏ ਅਮਰੀਕਨ ਬੀ ਅਮਰੀਕਨ। ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਬਾਏ ਅਮਰੀਕਨ ਤੇ ਬੀ ਅਮਰੀਕਨ ਕਰਕੇ ਤੁਸੀਂ ਆਪਦਾ ਸਾਰਾ ਕੰਮ ਚਲਾਓਗੇ। ਤੁਸੀਂ ਡਿਪੈਂਡੈਂਸੀ ਇਸ ਵੇਲੇ ਤਰ੍ਹਾਂ ਜਿਹੜੀ ਦੁਨੀਆ ਸਾਰੀ ਦੀ ਇੱਕ ਦੂਜੇ ਤੇ ਡਿਪੈਂਡੈਂਸੀ ਹੈ। ਇਹ ਉਹ ਨਹੀਂ ਹੈ ਕੋਈ ਆਪਦੇ ਆਪ 'ਚ ਸੈਲਫ ਸਫੀਸ਼ੀਐਂਟ ਹੈਗਾ, ਕਿਉਂਕਿ ਤੁਹਾਨੂੰ ਕਿਸੇ ਨਾ ਕਿਸੇ ਨਾਲ ਕੁਛ ਨਾ ਕੁਛ ਸੌਦੇ ਕਰਨੇ ਪੈਂਦੇ ਆ। ਔਰ ਟਰੰਪ ਸਾਹਿਬ ਜਿਹੜੀਆਂ ਲਕੀਰਾਂ ਖਿੱਚਣ ਲੱਗੇ ਹੋਏ ਨੇ, ਇਹ ਆਉਣ ਵਾਲੀ, ਜੇ ਇਨ ਕੇਸ ਇਹ ਹਾਰ ਜਾਂਦੇ ਆ, ਇਹ ਆਉਣ ਵਾਲੀ ਐਡਮਿਨਿਸਟ੍ਰੇਸ਼ਨ ਵਾਸਤੇ ਬੜੀ ਵੱਡੀ ਸਿਰਦਰਦੀ ਹੋਏਗੀ, ਜਿਹੜੇ ਕਿ ਉਹਨਾਂ ਫੈਸਲੇ ਨੂੰ ਮੁੜ ਕੇ ਫੇਰ ਦੁਬਾਰੇ ਵਿਜ਼ਿਟ ਕਰਨਾ ਪਏਗਾ। ਉਹ ਫੈਸਲੇ ਦੁਬਾਰੇ ਫੇਰ ਕਰਨੇ ਪੈਣਗੇ। ਬਿਲਕੁਲ ਜੀ। ਤੇ ਸਰ, ਉੱਥੇ ਹੀ ਜਿਵੇਂ ਅਸੀਂ ਕਹਿੰਦੇ ਹਾਂ ਕਿ ਸਮੇਂ-ਸਮੇਂ ਤੇ ਜਿਹੜੀਆਂ ਕਈ ਅਜਿਹੀਆਂ ਵੀਡੀਓਜ਼ ਵਾਇਰਲ ਹੁੰਦੀਆਂ ਨੇ, ਸੋ ਅੱਜ ਕੱਲ੍ਹ ਪੁਲਿਸ ਵਾਲਿਆਂ ਦੀ ਗੱਲ ਕਰੀਏ ਤਾਂ ਉਹਨਾਂ ਦੀਆਂ ਧੱਕੇਸ਼ਾਹੀ ਦੀਆਂ ਵੀਡੀਓਜ਼ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ। ਜਦੋਂ ਇੱਕ ਮੈਟਰ ਹਾਈਲਾਈਟ ਹੋ ਜਾਂਦਾ ਉਸ ਤੋਂ ਬਾਅਦ ਉਸ ਤਬਕੇ ਦੇ ਕਾਫੀ ਲੋਕਾਂ ਨੂੰ ਜਿਹੜਾ ਉਹ ਸੋਸ਼ਲ ਮੀਡੀਆ ਉੱਤੇ ਉਛਾਲਣ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਅਜਿਹੀਆਂ ਹੀ ਕੁਝ ਕੌਪਸ ਦੀਆਂ ਵੀਡੀਓਜ਼ ਨੂੰ ਜਿਹੜਾ ਪੂਰੀ ਤਰੀਕੇ ਨਾਲ ਐਡਿਟ ਕਰਕੇ 25-30 ਵੀਡੀਓਜ਼ ਨੇ ਉਹਨਾਂ ਨੂੰ ਐਡਿਟ ਕਰਕੇ ਦਿਖਾਇਆ ਜਾ ਰਿਹਾ ਸੋਸ਼ਲ ਮੀਡੀਆ ਉੱਤੇ, ਤੇ ਸੁਣਨ ਵਿੱਚ ਆ ਰਿਹਾ ਕਿ ਹੁਣ ਉਹਨਾਂ ਕੌਪਸ ਦੇ ਉੱਤੇ ਜਿਹੜਾ ਆ ਉਹ ਚਾਰजेस ਵੀ ਲਗਾਏ ਜਾ ਰਹੇ ਨੇ। ਹਾਂ ਤਰਨ, ਇਹ ਨਾ ਰਾਇਟਰਸ ਨੇ ਕੰਪਾਈਲ ਕੀਤੀਆਂ ਨੇ, ਤਕਰੀਬਨ 35 ਵੀਡੀਓਜ਼ ਨੇ। 35 ਵੀਡੀਓਜ਼ ਅੱਜ ਕੱਲ੍ਹ ਦੀਆਂ ਨੇ, ਬਹੁਤੀਆਂ ਪੁਰਾਣੀਆਂ ਨੇ। ਉਹ ਵੀਡੀਓਜ਼ ਐਸੀਆਂ ਨੇ ਜਿਹਦੇ ਵਿੱਚ ਕਿ ਪੁਲਿਸ ਧੱਕਾ ਕਰ ਰਹੀ ਹੈ, ਕੁੱਟਮਾਰ ਕਰ ਰਹੀ ਹੈ। US ਦੀ ਗੱਲ ਕਰਨਾ, ਸਿਰਫ US ਦੀ। ਔਰ ਤੁਸੀਂ ਉਹ ਦੇਖੋ ਬਲੈਕ ਲਾਈਵਸ ਮੈਟਰ ਦਾ ਅਸਰ ਕਿੰਨਾ ਹੋ ਰਿਹਾ। ਵੈਸੇ ਤੁਹਾਨੂੰ ਇੱਕ ਹੋਰ ਗੱਲ ਦੱਸਦਾ, US ਦੇ ਵਿੱਚ ਜਿਹੜੀ ਐਕਚੁਅਲ ਬਲੈਕ ਪੋਪੂਲੇਸ਼ਨ ਪਤਾ ਕਿੰਨੀ ਹੈ? 14% ਹੀ ਹੈ। ਹਾਂਜੀ,
ਪਰ ਇਹ ਹੁਣ ਐਡਾ ਵੱਡਾ ਮੈਟਰ ਬਣ ਗਿਆ, ਬਲੈਕ ਲਾਈਵਸ ਮੈਟਰ ਦਾ ਇੰਨਾ ਵੱਡਾ ਅਸਰ ਹੋਣ ਲੱਗਾ ਕਿਉਂਕਿ ਨਾਲ ਹੋਰ ਲੋਕ ਵੀ ਜੁੜੇ ਹੋਏ ਨੇ, ਉਹਦੇ ਕਰਕੇ ਬਹੁਤੇ ਜਿਹੜੇ ਪੁਲਿਸ ਅਫਸਰਸ ਨੇ ਜਾਂ ਤਾਂ ਸਸਪੈਂਡ ਕਰ ਦਿੱਤੇ ਨੇ, ਕਈ ਚੀਫਸ ਨੂੰ ਅਸਤੀਫਾ ਦੇਣਾ ਪਿਆ, ਕਈ ਚਾਰਜ ਹੋਏ ਹੋਏ ਨੇ, ਕਈਆਂ ਤੇ ਆਲਰੇਡੀ ਦੋਸ਼ ਲੱਗਣ ਵਾਸਤੇ ਤਿਆਰੀ ਹੈਗੀ ਆ। ਇਹ ਉਸ ਚੀਜ਼ ਦਾ ਫਰਕ ਪਿਆ ਕਿਉਂਕਿ ਪੁਲਿਸ ਦੀ ਜਿਹੜੀ ਬਰੂਟੈਲਿਟੀ ਆ ਬਹੁਤ, ਉਹਨਾਂ ਨੇ ਵਹਿਸ਼ਿਆਨਾ ਢੰਗ ਦੇ ਨਾਲ ਜਿਹੜੀ ਥਾਂ ਤੇ ਵੀ ਵੀਡੀਓਜ਼ ਤਾਂ ਬਹੁਤ ਨੇ, ਹੋ ਸਕਦਾ ਸੈਂਕੜੇ ਹੋਣਗੀਆਂ, ਪਰ ਰॉयਟਰਸ ਨੇ ਇਹ 35 ਖਾਸ ਵੀਡੀਓਜ਼ ਕੱਢੀਆਂ ਨੇ। ਵੈਸੇ ਉਹ ਦੇਖਣ ਵਾਲੀਆਂ ਨੇ, ਸਾਰੀਆਂ ਦੇਖ ਨਹੀਂ ਹੁੰਦੀਆਂ ਪ੍ਰੋਪਰਲੀ, ਜਿਹੜੇ ਸਾਚ ਪੁਲਿਸ ਕੁੱਟਮਾਰ ਕਰ ਰਹੀ ਹੈ, ਇੰਡੀਵਿਜੂਅਲਸ ਦੀ ਕਰ ਰਹੀ ਹੈ, ਉਹਨੀਆਂ ਵੀ ਮੌਬ ਦੀ ਕਰ ਰਹੀ ਹੈ, ਔਰ ਉਸ ਕਰਕੇ ਇਹਦਾ ਬਲੈਕ ਲਾਈਵ ਮੈਟਰ ਦਾ ਅਸਰ ਹੋਣਾ ਸ਼ੁਰੂ ਜ਼ਰੂਰ ਹੋ ਗਿਆ। ਤਰਨ ਬਿਲਕੁਲ ਜੀ ਸਰ, ਤੁਸੀਂ ਬਲੈਕ ਲਾਈਵਸ ਮੈਟਰ ਦੀ ਗੱਲ ਕੀਤੀ ਆ। ਹੁਣ ਉਹ ਕਹਿੰਦੇ ਨੇ ਕਿ ਜੋ ਦਿਖਤਾ ਹੈ ਉਹ ਵਿਕਤਾ ਹੈ। ਸੋ ਆ ਸਲੋਗਨ ਜਦੋਂ ਦਾ ਸ਼ੁਰੂ ਹੋਇਆ, ਇਹ ਸਲੋਗਨ ਕਦੇ ਹੈਸ਼ਟੈਗਸ ਚੱਲ ਰਿਹਾ, ਕਦੇ ਕੁਝ ਚੱਲ ਰਿਹਾ, ਸੁਣਨ ਵਿੱਚ ਆਇਆ ਹੁਣ ਵਾਲਮਾਰਟ ਨੇ ਬਲੈਕ ਲਾਈਵਸ ਮੈਟਰ, ਬਲੂ ਲਾਈਵਸ ਮੈਟਰ, ਇਸ ਤਰ੍ਹਾਂ ਦੇ ਸਲੋਗਨਸ ਵਾਲੀਆਂ ਟੀ-ਸ਼ਰਟਸ ਵੇਚਣੀਆਂ ਸ਼ੁਰੂ ਕੀਤੀਆਂ ਨੇ, ਜਿਹਦੇ ਉੱਤੇ ਲੋਕ ਬਹੁਤ ਆਪੱਤੀ ਜਤਾ ਰਹੇ ਨੇ। ਤਰਨ ਵਾਲਮਾਰਟ ਦੇ ਉੱਤੇ ਉਹਨਾਂ ਦੀ ਸੇਲ ਦੇ ਉੱਤੇ ਬਹੁਤ ਅਸਰ ਪਏਗਾ ਜਿੱਥੇ ਤੱਕ ਮੇਰਾ ਖਿਆਲ। ਰੀਜ਼ਨ ਇਹ ਹੈ ਕਿ ਜਿਹੜੀ ਉਹਨਾਂ ਨੇ ਇਹ ਟੀ-ਸ਼ਰਟਸ ਹੈ, ਮੋਸਟਲੀ ਜਿਹੜਾ ਵਾਲਮਾਰਟ 'ਚ ਲੋਕ, ਮੈਂ ਉਹਨਾਂ ਕਹਿੰਦਾ ਗਰੀਬ ਜਾਂਦੇ ਨੇ, ਆਮ ਜਿਹੜੇ ਮੀਡੀਓਕਰ ਫੈਮਲੀਜ਼ ਨੇ ਉਹ ਵਾਲਮਾਰਟ 'ਚ ਆਪਣੀ ਸ਼ਾਪਿੰਗ ਕਰਦੀਆਂ ਨੇ, ਜਿਹਦੇ ਵਿੱਚੋਂ ਕਿ ਮਾਈਨੋਰਿਟੀਜ਼ ਬਹੁਤ ਨੇ। ਜਦੋਂ ਅਜਿਹੀਆਂ ਟੀ-ਸ਼ਰਟਸ ਵਾਲਮਾਰਟ ਵੇਚਣ ਲੱਗ ਪਿਆ, ਇੰਸਟੈਡ ਆਫ ਬਲੈਕ ਲਾਈਵਸ ਮੈਟਰ ਉਹਨਾਂ ਨੇ ਇੱਕ ਈਵਨ ਆਇਰਿਸ਼ ਲਾਈਵਸ ਮੈਟਰ, ਆਲ ਲਾਈਵਸ ਮੈਟਰ, ਬਲੂ ਲਾਈਵਸ ਮੈਟਰ, ਜਿਹੜੇ ਚਾਹੇ ਮੰਨੋ ਜਾਂ ਨਾ ਮੰਨੋ, ਇਹ ਜਿਹੜੇ ਸਲੋਗਨਸ ਨੇ ਇਹ ਰਿਗਾਰਡਲੈਸ ਇਹ ਉਹਨਾਂ ਲੋਕਾਂ ਵਾਸਤੇ ਨੇ ਜਿਹੜੇ ਕਿ ਵਾਈਟ ਸੁਪਰਮੈਸਿਸਟ ਨੇ। ਹਰ ਬੰਦਾ ਨਹੀਂ ਜੇ ਟੀ-ਸ਼ਰਟ ਨੂੰ ਪਾਏਗਾ, ਜਿਹੜੀਆਂ ਮੈਂ ਤਿੰਨੇ ਨਾਂ ਲਏ ਨੇ, ਕੋਈ ਨਹੀਂ ਇਹ ਜਿਹੜਾ ਉਸ ਢੰਗ ਦੇ ਵਿੱਚ ਉਸ ਸੋਚ ਰੱਖਦਾ, ਉਸ ਸੋਚ ਨੂੰ ਰੱਖਦਾ, ਉਹ ਉਹਨਾਂ ਵਾਸਤੇ ਉਹ ਟੀ-ਸ਼ਰਟਸ ਉਹ ਜ਼ਰੂਰ ਪਾਉਣਗੇ ਜੀ। ਔਰ ਪ੍ਰੋਬਲਮ ਇਹ ਹੈ ਤਰਨ, ਵਾਲਮਾਰਟ ਨੇ ਵੇਚਣੀ ਸ਼ੁਰੂ ਕਰ ਦਿੱਤੀ ਹੈ, ਹਜੇ ਇਹਨਾਂ ਨੇ ਬੰਦ ਨਹੀਂ ਕੀਤੀ। ਇਨ ਦਾ ਮੀਨ ਟਾਈਮ ਉਹ ਟੀ-ਸ਼ਰਟ ਬਹੁਤ ਜ਼ਿਆਦਾ ਵਿਕ ਜਾਣੀ ਹੈ। ਰਹਿੰਦੀ ਖੁੰਦੀ ਜਿਹੜੀ ਹੁਣ ਮੀਡੀਆ ਦੇ ਵਿੱਚ ਆ ਗਈ ਹੈ, ਉਹ ਐਡਵਰਟਾਈਜ਼ਮੈਂਟ ਆਪਣੇ ਆਪ ਹੋ ਗਈ, ਬਟ ਅਲਟੀਮੇਟਲੀ ਮੈਨੂੰ ਇਉਂ ਲੱਗਦਾ ਕਿ ਇਟ ਵਿਲ ਗੋ ਅਗੇਂਸਟ ਵਾਲਮਾਰਟ, ਕਿ ਵਾਲਮਾਰਟ ਦੇ ਵਿੱਚ ਜਿਹੜੇ ਉੱਥੇ ਬਹੁਤ ਹੀ ਸ਼ਾਪਿੰਗ ਕਰਨ ਵਾਲੇ ਲੋਕ ਨੇ, ਉਹ ਆਮ ਤਬਕਾ ਹੈਗਾ, ਆਮ ਸੋਚ ਵਾਲੇ ਲੋਕ ਨੇ, ਔਰ ਇਹ ਅਖੀਰ ਮੈਨੂੰ ਇਉਂ ਲੱਗਦਾ ਕਿ ਵਾਲਮਾਰਟ ਨੂੰ ਜ਼ਰੂਰ ਇਹਦੀ ਕੀਮਤ ਦੇਣੀ ਪਵੇਗੀ ਜੀ। ਬਿਲਕੁਲ ਜੀ। ਅਮਰੀਕਾ ਦੀ ਗੱਲ ਕਰੀਏ ਤਾਂ ਅਮਰੀਕਾ ਦੀਆਂ ਕੁਝ ਸਟੇਟਸ ਨੇ ਜਿਵੇਂ ਕਿ ਐਰੀਜ਼ੋਨਾ, ਟੈਕਸਸ, ਇਹਦੇ ਵਿੱਚ ਸੁਣਨ ਚ ਆ ਰਿਹਾ ਕਿ ਕਰੋਨਾ ਵਾਇਰਸ ਦੇ ਮਾਮਲਿਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਤੇ ਹੱਦ ਤੋਂ ਵੱਧ ਵਾਧਾ ਹੋ ਰਿਹਾ। 25% ਕਈਆਂ ਦੇ ਵਿੱਚ। ਇਹ ਦੇਖੋ, ਇਹ ਜਿਹੜੇ ਆਹ ਗਰਮੀ ਦਾ ਮੌਸਮ ਆ ਗਿਆ ਤਰਨ, ਔਰ ਜਿਹੜੇ ਸੋਸ਼ਲ ਡਿਸਟੈਂਸਿੰਗ ਨਹੀਂ ਰੱਖਦੇ, ਔਰ ਜਿਹੜਾ ਉੱਥੋਂ ਦੀ ਲੀਡਰਸ਼ਿਪ ਇਹ ਕਹੀ ਜਾ ਰਹੀ ਹੈ, ਲੀਡਰਸ਼ਿਪ ਗਲਤ ਇਨਫੋਰਮੇਸ਼ਨ ਦੇ ਰਹੀ ਹੈ ਕਿ ਅਸੀਂ ਤਾਂ ਜਿਹੜੀ ਕਰਵ ਹੈਗੀ ਉਹ ਫਲੈਟ ਕਰਤੀ ਹੈ। ਤੁਸੀਂ ਓਕਲਾਹੋਮਾ 'ਚ ਇਹ ਕੁਝ ਹੀ ਹੋਇਆ, ਤੇ ਇਹ ਜਦੋਂ ਲੀਡਰਸ਼ਿਪ ਇਹ ਗੱਲਾਂ ਕਰ ਰਹੀ ਹੈ ਤਾਂ ਲੋਕਾਂ ਨੂੰ, ਕਈਆਂ ਨੂੰ ਉਹ ਸਮਝਦੇ ਕਿ ਠੀਕ ਹੈ। ਔਰ ਜਿਹੜੇ ਲੋਕ ਜਿਹੜੇ ਰੈਬਲਸ ਨੇ, ਖਾਸ ਕਰਕੇ ਜਿਹੜੇ ਟਰੰਪ ਸਪੋਰਟਰ ਨੇ, ਖਾਸ ਕਰਕੇ ਜਿਹੜੇ ਕਹਿੰਦੇ ਇਸ ਤਾਂ ਸਾਨੂੰ ਤਾਂ ਆਪਦੀ ਆਜ਼ਾਦੀ ਚਾਹੀਦੀ ਹੈ, ਲਓ ਜੀ ਆਜ਼ਾਦੀ ਤੁਹਾਡੀ। 25% ਕੇਸ ਵੱਧ ਗਏ ਨੇ ਹੁਣ ਕਈਆਂ ਸਟੇਟਸ ਦੇ ਵਿੱਚ, ਇੰਸਟੈਡ ਆਫ ਘਟਣ ਦੀ ਥਾਂ ਤੇ ਵੱਧ ਰਹੇ ਆ। ਲਗਾਤਾਰ ਪਿਛਲੇ ਹਫ਼ਤੇ ਨਾਲੋਂ ਇਹ ਇੰਨਾ ਵਾਧਾ ਹੋਇਆ। ਔਰ ਜਿਹੜਾ ਕਿ ਜੇ ਆਪਾਂ ਸੋਚੀਏ ਤਰਨ, ਆਪਣੇ ਓਵਰਆਲ ਕੈਨੇਡਾ ਦੇ ਵਿੱਚ ਕੇਸਿਸ ਘਟ ਰਹੇ ਨੇ, ਬਾਕੀ ਦੁਨੀਆ 'ਚ ਕੇਸਿਸ ਘਟ ਰਹੇ ਨੇ। ਕੁਝ ਕੰਟਰੀ ਨੇ ਜਿੱਥੇ ਦੁਬਾਰੇ ਵਧਣੇ ਸ਼ੁਰੂ ਹੋਏ ਨੇ, ਪਰ ਬਾਕੀ ਥਾਵਾਂ 'ਤੇ ਘਟ ਰਹੇ ਨੇ, ਤੇ ਇਹ ਜ਼ਰੂਰ ਲੋਕਾਂ ਨੂੰ ਸੋਚਣਾ ਚਾਹੀਦਾ। ਟਰੰਪ ਸਾਹਿਬ ਨੂੰ ਵੀ ਥੋੜ੍ਹਾ ਬਹੁਤਾ ਇਸ ਮਾਮਲੇ 'ਚ ਘੱਟੋ ਘੱਟ ਬਿਆਨਬਾਜ਼ੀ ਹੋਈ ਦੇਣੋਂ ਹਟ ਜਾਣ, ਇਸ ਚੀਜ਼ ਦਾ ਫਰਕ ਪੈਣ ਲੱਗ ਜਾਂਦਾ ਤਰਨ। ਪਰ ਜਦੋਂ ਬਿਆਨਬਾਜ਼ੀ ਹੱਕ 'ਚ ਹੀ ਦੇਈ ਜਾਣੀ ਆ, ਔਰ ਆਮ ਬੰਦਾ ਜਿਹੜਾ ਜਿਹਨੂੰ ਨਹੀਂ ਇੰਨੀ ਨੌਲੇਜ ਹੈਗੀ ਆ, ਉਹ ਸਮਝਦਾ ਗੱਲ ਤਾਂ ਕੁਛ ਹੋਣੀ ਨਹੀਂ। ਪਰ ਜਦੋਂ ਕਿਸੇ ਨੂੰ ਕੋਵਿਡ ਹੋ ਗਿਆ, ਆਪਾਂ ਅੱਗੇ ਵੀ ਗੱਲ ਕਰਦੇ ਹਾਂ, ਇਹਦੀ ਭਾਈ ਹਜੇ ਤੱਕ ਦਵਾਈ ਨਹੀਂ ਆਈ, ਸਿਰਫ ਤੁਹਾਡਾ ਪਰਹੇਜ਼ ਹੈ। ਪਰਹੇਜ਼ ਕਰੋਗੇ ਤਾਂ ਬਚਾਅ ਹੋਏਗਾ, ਜੇ ਨਹੀਂ ਪਰਹੇਜ਼ ਕਰੋਗੇ ਤਾਂ ਕੋਵਿਡ-19 ਕਿਸੇ ਨੂੰ ਵੀ ਹੋ ਸਕਦਾ। ਔਰ ਕਈਆਂ ਨੂੰ ਕੋਵਿਡ-19 ਜਾਨਲੇਵਾ ਸਾਬਤ ਹੈ। ਅੱਜ ਅੰਟੈਰੀ ਦੀ ਖਬਰ ਤਰਨ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗਿਆ, ਇੱਕ 9 ਸਾਲਾ ਬੱਚੇ ਦੀ ਮੌਤ ਹੋਈ ਹੈ ਕੋਵਿਡ-19 ਕਰਕੇ। ਇਮੈਜਿਨ ਕਰੋ, ਇਸ ਛੋਟੀ ਉਮਰ ਦੇ ਵਿੱਚ ਵੀ ਇਹ ਚੀਜ਼ ਹੁੰਦੀ ਹੈ। ਇਹ ਭੁੱਲ ਜਾਓ ਕਿ ਜੇ ਤੁਹਾਡੀ ਉਮਰ ਛੋਟੀ ਹੈ ਤੇ ਤੁਹਾਨੂੰ ਕੋਵਿਡ-19 ਹੋ ਗਿਆ, ਤੁਸੀਂ ਉਹਨੂੰ ਆਈ ਹੋਪ ਤੁਸੀਂ ਉਹਨੂੰ ਤੁਹਾਡਾ ਬਚਾਅ ਹੋ ਸਕੇ। ਪਰ ਫਿਰ ਵੀ ਜੇ ਨਾ ਹੀ ਹੋਵੇ, ਕਿੰਨੀ ਚੰਗੀ ਗੱਲ ਆ, ਤੁਸੀਂ ਇਹਨੂੰ ਅਵੋਇਡ ਕਰੋ। ਐਵੇਂ ਜ਼ਰੂਰ ਤੁਸੀਂ ਕਿਉਂ ਕੈਰੀਅਰ ਬਣ ਦੋ, ਕਿਸੇ ਹੋਰ ਕੋਲੇ ਲੈ ਕੇ ਜਾਓਗੇ। ਸੋ ਪਲੀਜ਼ ਇਸ ਚੀਜ਼ ਨੂੰ ਅਵੋਇਡ ਕਰਨਾ ਚਾਹੀਦਾ। ਬਿਲਕੁਲ ਸਰ, ਤੁਸੀਂ ਗੱਲ ਕੀਤੀ ਸੀ ਕਿ 9 ਸਾਲ ਦੇ ਬੱਚੇ ਦੀ, ਉੱਥੇ ਮੈਂ ਵੀ ਨਿਊਜ਼ ਪੜ੍ਹ ਰਹੀ ਸੀ, ਮੈਕਸੀਕੋ ਦੇ ਵਿੱਚ ਟ੍ਰਿਪਲੇਟਸ ਹੋਏ ਨੇ ਇੱਕ ਮਦਰ ਨੂੰ, ਤੇ ਤਿੰਨੋਂ ਹੀ ਬੱਚੇ ਕਰੋਨਾ ਵਾਇਰਸ ਦੇ ਸ਼ਿਕਾਰ ਹੋ ਗਏ, ਹਜੇ ਨਿਊਲੀ ਬੌਰਨ ਬੇਬੀ ਸੀ। ਤੇ ਸਰ ਤੁਸੀਂ ਦਵਾਈ ਦੀ ਗੱਲ ਕੀਤੀ ਆ, ਸਾਰੇ ਸਾਇੰਟਿਸਟਾਂ ਨੂੰ ਸਾਈਡ ਤੇ ਰੱਖ ਕੇ ਬਾਬਾ ਰਾਮਦੇਵ ਵੱਲੋਂ ਦਵਾਈ ਬਣਾਈ ਗਈ ਸੀ, ਤੇ ਉਮੀਦਾਂ ਜਾਗੀਆਂ ਸੀ ਕਿ ਸ਼ਾਇਦ ਹੁਣ ਭਲਾ ਹੋਏਗਾ ਸੰਸਾਰ ਦਾ। ਸਾਰੇ ਸਾਇੰਟਿਸਟ ਜਿੱਥੇ ਲੱਗੇ ਹੋਏ ਸੀ, ਪਹਿਲਾਂ ਦਵਾਈ ਬਣਾਉਣਗੇ, ਫਿਰ
ਹਿਊਮਨ ਟੈਸਟਿੰਗ ਹੋਏਗੀ। ਅਜਿਹੇ ਵਿੱਚ ਇੱਕ ਗੁੱਡ ਨਿਊਜ਼ ਇੰਡੀਆ ਤੋਂ ਆਈ ਕਿ ਬਾਬਾ ਰਾਮਦੇਵ ਵੱਲੋਂ ਦਵਾਈ ਦਾ ਜਿਹੜਾ ਆ ਉਹ ਬਣਾ ਲਈ ਗਈ ਹੈ ਕਰੋਨਾ ਵਾਇਰਸ ਦੀ। ਸੁਣਨ ਚ ਆਇਆ ਕਿ ਸਰਕਾਰ ਨੇ ਹੁਣ ਉਹਦੇ ਤੇ ਫਿਲਹਾਲ ਪਾਬੰਦੀ ਲਾ ਦਿੱਤੀ ਹੈ। ਟੇਢੀ ਜੀ ਆਖੜਾ ਤਾਂ ਮੈਨੂੰ ਇਹ ਨਹੀਂ ਸਮਝ ਆਉਂਦੀ ਇਹਨੂੰ ਬਾਬਾ ਕਿਉਂ ਕਹਿੰਦੇ ਆ। ਮੇਰਾ ਸੌਰੀ ਟੂ ਸੇ ਦਿਸ ਥਿੰਗ, ਉਹਦੀ ਰਿਕਾਰਡਿੰਗ ਹੋਈ ਹੈ ਪ੍ਰੈਸ ਕਾਨਫਰੰਸ ਦੇ ਵਿੱਚ, ਜਦੋਂ ਮਾਈਕ੍ਰੋਫੋਨ ਆਨ ਹੈਗਾ ਸੀ ਜਿਹ 'ਚ ਕਹਿੰਦਾ ਮੇਰਾ ਵੀ ਇੰਨਾ ਪੈਸਾ ਫੜਿਆ ਗਿਆ। ਸੁਣੀ ਆ ਨਾ ਤੁਸੀਂ, ਸਾਰੀ ਦੁਨੀਆ ਨੇ ਸੁਣੀ ਆ। ਤੇ ਆਹ ਨਵਾਂ ਪਖੰਡ, ਇੰਨੀ ਵੱਡੀ ਐਡਵਰਟਾਈਜ਼ਮੈਂਟ ਵੀ ਅਸੀਂ ਕਰੋਨਾ ਦਾ ਇਲਾਜ ਲੱਭ ਪਿਆ, ਬਾਕੀ ਦੁਨੀਆ ਦਾ ਜ਼ੋਰ ਲੱਗਿਆ ਪਿਆ ਔਰ ਦਵਾਈ ਲੱਭਣ, ਕੋਈ ਟੈਸਟਿੰਗ ਨਹੀਂ, ਕੋਈ ਕੁਛ ਨਹੀਂ, ਇੱਕ ਕੋਈ ਖਬਰਾਂ ਕਿਹੜੀ ਸਵਾਹ ਇਹਨੇ ਇਕੱਠੀ ਕਰਕੇ ਦਿੱਤੀ ਹੈ ਜੇ ਬਾਕੀ ਦਾ ਜਿਹੜਾ ਕੁਝ ਕਰਦਾ। ਸੌਰੀ ਟੂ ਸੇ ਦਿਸ ਥਿੰਗ, ਉਹਦੇ ਜਿਹੜੇ ਚੇਲੇ ਚੱਲ ਰਹੇ, ਸੌਰੀ ਮੈਂ ਥੋੜੀ ਲੈਂਗੁਏਜ ਗਲਤ ਵਰਤਣਾ ਉਸ ਮਾਮਲੇ ਉਸ ਬੰਦੇ ਬਾਰੇ। ਉਸ ਬੰਦੇ ਨੇ ਵੈਸੇ ਬਹੁਤ ਵੱਡਾ ਬਿਜ਼ਨਸਮੈਨ ਹੈ, ਕਿਉਂ ਇਹੋ ਜਿਹਾ ਹੋ ਰਿਹਾ? ਸਰਕਾਰ ਦੇ ਹੱਕ ਉਹਦੇ 'ਚ ਹੈ, ਸਰਕਾਰ ਉਹਦੇ ਨਾਲ ਆ। ਸਰਕਾਰ ਕਿਉਂ ਨਹੀਂ ਕਹਿੰਦੀ ਵੀ ਤੂੰ ਕੌਣ ਹੈ, ਸਾਡੇ ਤੋਂ ਅਪਰੂਵਲ ਲਈ ਨਹੀਂ ਤੇ ਤੂੰ ਐਡਵਰਟਾਈਜ਼ਮੈਂਟ ਕਰੀ ਜਾਂਦਾ? ਹਾਊ ਇਜ਼ ਇਟ ਪੋਸੀਬਲ? ਔਰ ਉਹ ਇੰਨਾ ਲੋਕਾਂ ਨੂੰ ਗਲਤ ਪਾਸੇ ਗਲਤ ਇਨਫੋਰਮੇਸ਼ਨ ਦਿੱਤੀ ਜਾ ਰਹੀ ਹੈ। ਔਰ ਸਰਕਾਰ ਨੇ, ਸ਼ੁਕਰ ਆ ਜੇ ਇਹ ਗੱਲ ਕਹੀ ਹੈ ਵੀ ਸਰਕਾਰ ਨੇ ਹੁਣ ਇਹ ਗੱਲ ਕਹੀ ਕਿ ਜੀ ਇਹਨੇ ਸਾਡੇ ਕੋਈ ਅਪਰੂਵਲ ਨਹੀਂ, ਕੋਈ ਦਵਾਈ ਹਲੇ ਬਣੀ ਨਹੀਂ ਹੈ, ਇਹ ਹਜੇ ਦਵਾਈ ਵੇਚ ਨਹੀਂ ਸਕਦਾ, ਅਜੇ ਇਹ ਦਵਾਈ ਐਡਵਰਟਾਈਜ਼ ਨਹੀਂ ਕਰ ਸਕਦਾ। ਪਰ ਇੱਕ ਵਾਰੀ ਜਿਹੜਾ ਤੀਰ ਆ ਤਾਂ ਨਿਕਲ ਗਿਆ ਜੀ, ਐਡਵਰਟਾਈਜ਼ਮੈਂਟ ਹੋ ਗਈ ਆ, ਲੋਕਾਂ ਨੂੰ ਪਤਾ ਲੱਗ ਗਿਆ ਵੀ ਕੋਈ ਨਾ ਕੋਈ ਕੋਵਿਡ ਦੀ ਦਵਾਈ ਆ ਗਈ ਆ। ਤੇ ਜਦੋਂ ਨਾਮ ਇਹਦਾ ਲੱਗਣਾ ਜੀ, ਹੋ ਸਕਦਾ ਬੜੇ ਲੋਕ ਹੋਣਗੇ ਜੀ, ਬਹੁਤ ਲੋਕ ਹੋਣਗੇ ਜਿਹੜੀ ਜੋ ਕੋਈ ਬਣਾਈ ਹੈ ਨੇ ਜਿਹਦੇ ਉੱਤੇ ਲਿਖਤਾ ਵੀ ਕੋਵਿਡ-19 ਦੀ ਦਵਾਈ ਹੈ, ਚਾਹੇ ਸਵਾਈ ਹੈ ਜੀ, ਉਹ ਇੱਕ ਵਾਰੀ ਤਾਂ ਜ਼ਰੂਰ ਵਿਕੇਗੀ ਜੀ। ਇਨ ਦਾ ਮੀਨ ਟਾਈਮ ਇਹਨੇ ਆਪਦਾ ਪ੍ਰੋਫਿਟ ਪੂਰਾ ਹੋ ਜਾਣਾ। ਸਰਕਾਰ ਨੇ ਬੰਦ ਕਰਤਾ ਨਹੀਂ ਕਰਤਾ ਨਾ ਕਰਤਾ। ਸਰ ਸ਼ਾਇਦ ਇਹ ਇੱਕ ਇੰਟਰਨੈਸ਼ਨਲ ਮੁੱਦਾ ਆ, ਕਿਉਂਕਿ ਕਰੋਨਾ ਵਾਇਰਸ ਸਿਰਫ ਇਹ ਕਿ ਇਕੱਲਾ ਭਾਰਤ ਵਿੱਚ ਨਹੀਂ ਫੈਲਿਆ, ਸ਼ਾਇਦ ਤਾਂ ਕਰਕੇ ਸਰਕਾਰ ਨੇ ਜਿਹੜਾ ਇਹਦੇ ਉੱਤੇ ਥੋੜਾ ਜਿਹਾ ਸਖਤੀ ਵਰਤੀ ਆ। ਅਦਰਵਾਈਜ਼ ਜੇ ਸਿਰਫ ਇੰਡੀਆ ਦਾ ਮੈਟਰ ਹੁੰਦਾ ਸ਼ਾਇਦ ਸਰਕਾਰ ਕਹਿ ਦਿੰਦੀ ਕਿ ਹਾਂਜੀ ਠੀਕ ਆ, ਮਾਰਕੀਟ 'ਚ ਆਉਣ ਦਿਓ ਤੇ ਵੇਚਣ ਦਿਓ। ਤਰਨ ਇਹਦੀਆਂ ਦਵਾਈਆਂ ਮੇਰੇ ਖਿਆਲ ਹੈ ਸ਼ਾਇਦ ਹੀ ਕਿਸੇ ਕੰਟਰੀ ਦੇ ਡਰੱਗ ਡਿਪਾਰਟਮੈਂਟ ਨੇ ਅਪਰੂਵ ਕੀਤੀਆਂ ਹੋਣ। ਤੁਸੀਂ ਇਹ ਇਮੇਜਿਨ ਕਰੋ, ਕਿਤੇ ਵੀ ਇਹਨੇ ਅਪਰੂਵਲ ਵਾਸਤੇ ਭੇਜੀਆਂ, ਅਪਰੂਵ ਨਹੀਂ ਜੀ ਹੋਈਆਂ, ਤੇ ਫਿਰ ਵੀ ਵਿਕਰੀਆਂ ਨੇ। ਹਾਂ, ਜਿਹੜੀ ਤੁਹਾਡੀ ਗੱਲ ਮੈਂ ਇਹਦੇ ਨਾਲ ਸਹਿਮਤ ਹੁੰਦਾ ਵੀ ਸ਼ਰਮੋ ਸ਼ਰਮੀ ਇੰਡੀਅਨ ਸਰਕਾਰ ਨੇ ਇਹ ਗੱਲ ਕਹਿਤੀ ਹੋਵੇ ਕਿ ਬਾਕੀ ਥਾਵਾਂ ਤੇ ਅਜੇ ਕੁਝ ਨਹੀਂ ਆਇਆ ਤੇ ਉਹ ਭਾਈ ਕਿਹੜੇ ਹਿਸਾਬ 'ਚ ਆਹ ਕਹੀ ਜਾ ਰਿਹਾ। ਪਰ ਉਹਨੂੰ ਤਰਨ ਪਤਾ ਤਾਂ ਹੋਏਗਾ ਜ਼ਰੂਰ ਕਿ ਅਨਾਉਂਸਮੈਂਟ ਕਰਨ ਜਾ ਰਿਹਾ, ਕਿਉਂਕਿ ਹੀ ਇਜ਼ ਪਾਰਟ ਆਫ ਬੀਜੇਪੀ, ਹੀ ਇਜ਼ ਪਾਰਟ ਆਫ ਦਾ। ਜੇ ਕੋਈ ਮਿਨਿਸਟਰ ਨਹੀਂ ਹੈਗਾ, ਮੈਂਬਰ ਪਾਰਲੀਮੈਂਟ ਨਹੀਂ ਹੈ, ਹੀ ਇਜ਼ ਇਨ ਦਾ ਗਵਰਨਮੈਂਟ, ਹੀ ਹੈਜ਼ ਲਿੰਕਸ ਇਨ ਦਾ ਗਵਰਨਮੈਂਟ। ਇਹ ਤਾਂ ਹੋ ਨਹੀਂ ਸਕਦਾ ਬਿਨਾਂ ਦੱਸੋ ਕੀਤਾ ਹੋਵੇ। ਸੋ ਪਰ ਇੱਕ ਵਾਰੀ ਉਹ ਇਜਾਜ਼ਤ ਦੇਤੀ ਹੈ ਜੀ, ਉਹ ਕਰ ਹਟਿਆ, ਐਡਵਰਟਾਈਜ਼ਮੈਂਟ ਹੋ ਗਈ ਹੈ, ਮਾਰਕੀਟ 'ਚ ਦਵਾਈ ਵੀ ਆ ਗਈ ਹੈ, ਉਹ ਵਿਕ ਜਾਏਗੀ, ਉਹਦਾ ਕੰਮ ਬਣ ਜਾਏਗਾ ਜੀ। ਅੱਗੇ ਥੋੜੇ ਕਰੋੜਾਂ ਬਣਾਏ ਆ ਜੀ, ਹੋਰ ਕਰੋੜਾਂ ਬਣਾ ਜਾਏਗਾ। ਬਿਲਕੁਲ ਜੀ ਸਰ, ਅਸੀਂ ਜਿਵੇਂ ਕਰੋਨਾ ਵਾਇਰਸ ਦੇ ਮਾਮਲਿਆਂ ਦੀ ਗੱਲਬਾਤ ਕਰ ਰਹੇ ਹਾਂ, ਕਹਿੰਦੇ ਕਿ ਟੋਰਾਂਟੋ ਦੇ ਇੱਕ ਰੈਸਟੋਰੈਂਟ ਨੇ ਜਿਹੜਾ ਸਰਕਾਰ ਦੇ ਫੈਸਲੇ ਦੇ ਅਗੇਂਸਟ ਬੋਲਿਆ ਕਿ ਗਾਹਕਾਂ ਦੀ ਜਿੰਨੀ ਆਮਦ ਦੀ ਗੱਲ ਆਖੀ ਗਈ ਸੀ, ਕਹਿੰਦਾ ਉਹਦੇ ਵਿੱਚ ਗੁਜ਼ਾਰਾ ਹੋਣਾ ਬਹੁਤ ਮੁਸ਼ਕਿਲ ਹੈ। ਹਾਂ ਤਰਨ, ਇਹ ਨਾ ਡੈਨਫੋਰਥ ਐਵਨਿਊ ਜੀ ਸਾਡੇ ਟੋਰਾਂਟੋ ਦੇ ਵਿੱਚ, ਡਾਊਨਟਾਊਨ 'ਚ ਮੋਸਟਲੀ ਉਹਨੂੰ ਗ੍ਰੀਕ ਟਾਊਨ ਕਹਿੰਦੇ ਆ, ਮੋਸਟਲੀ ਗ੍ਰੀਕ ਰਿਲੇਟਡ ਕਮਿਊਨਿਟੀ ਦੇ ਰੈਸਟੋਰੈਂਟਸ ਨੇ। ਪਰ ਇਸ ਵੇਲੇ ਹੋਰਾਂ ਕਮਿਊਨਿਟੀਆਂ ਦੇ ਰੈਸਟੋਰੈਂਟ ਜਿਵੇਂ ਸਾਡੇ ਪੰਜਾਬੀ ਰੈਸਟੋਰੈਂਟ ਵੀ ਉਸ ਜਗ੍ਹਾ 'ਤੇ ਉੱਥੇ ਹੈਗੇ ਨੇ ਜੀ। ਉਹ ਛੋਟਾ ਰੈਸਟੋਰੈਂਟ ਐਕਚੁਅਲੀ, ਉਹ ਕਹਿੰਦਾ ਵੀ ਮੈਂ 4 ਬੰਦਿਆਂ ਨਾਲ ਮੇਰਾ ਗੁਜ਼ਾਰਾ ਨਹੀਂ ਹੁੰਦਾ। ਉਹਦੇ ਜਿਹੜਾ ਪੈਟੀਓ ਹੈ ਉਹ ਤੇ ਜੇ ਸੋਸ਼ਲ ਡਿਸਟੈਂਸਿੰਗ ਦਾ ਖਿਆਲ ਰੱਖਣਾ ਹੋਵੇ ਤਾਂ ਉਹ ਤੇ ਬੰਦੇ 4 ਹੀ ਬਹਿੰਦੇ ਆ। ਇਮੈਜਿਨ ਕਰੋ, ਥੋੜਾ ਥਾਂ ਹੈਗਾ, ਪਰ ਅਜਿਹੇ ਇਹ ਪੈਟੀਓਜ਼ ਭਰਦੇ ਬਹੁਤਾ ਸਮਰ ਦੇ ਵਿੱਚ। ਉਹ ਕਹਿੰਦੇ ਜੀ ਮੇਰਾ ਗੁਜ਼ਾਰਾ ਨਹੀਂ ਹੋਣਾ। ਔਨ ਟਾਪ ਆਫ ਦੈਟ ਤਰਨ, ਕਈ ਵਾਰੀ ਬੰਦੇ ਦੀ ਕਿਸਮਤ ਪਤਾ ਨਹੀਂ ਕਿਹੜੇ ਪਾਸੇ ਨੂੰ ਲੈ ਜਾਂਦੀ ਹੈ। ਉਹਨਾਂ ਨੇ ਕੋਵਿਡ-19 ਸ਼ੁਰੂ ਹੋਣ ਤੋਂ ਪਹਿਲਾਂ ਇੱਕ ਹੋਰ ਰੈਸਟੋਰੈਂਟ ਖਰੀਦਿਆ, ਉਹਦੀ ਕਲੋਜ਼ਿੰਗ ਹੋ ਹਟੀ ਹੈ। ਔਰ ਉਧਰੋਂ ਉਹਨਾਂ ਨੇ ਕਲੋਜ਼ਿੰਗ ਹੋ ਗਈ ਹੈ ਜੀ, ਤੇ ਉਧਰੋਂ ਕੋਵਿਡ-19 ਆ ਗਿਆ। ਦੋਨੇ ਰੈਸਟੋਰੈਂਟ ਬੰਦ ਪਏ ਨੇ। ਔਰ ਇਸ ਕਰਕੇ ਜੀ ਹਰ ਇੱਕ ਨੂੰ, ਹਾਲਾਂਕਿ ਸਰਕਾਰ ਕਰ ਰਹੀ ਹੈ ਜੀ, ਸਰਕਾਰ ਵੀ ਜਿੰਨਾ ਕਰ ਸਕਦੀ ਹੈ ਕਰ ਰਹੀ ਹੈ। ਹੁਣ ਸਰਕਾਰ ਵੀ ਕਿੱਥੇ ਤੱਕ ਜਾਵੇ, ਠੀਕ ਹੈ ਨਾ। ਹੁਣ ਲੋਕਾਂ ਨੂੰ ਆਪ ਨੂੰ ਵੀ ਹਿੰਮਤ ਕਰਨੀ ਪੈਣੀ, ਜਿਨ੍ਹਾਂ ਨੂੰ ਪੈਸੇ ਵੀ ਜਿਹੜਾ ERP ਮਿਲ ਰਿਹਾ ਜੀ, ਉਹ ਹੁਣ 2 ਹੀ ਕਿਸ਼ਤਾਂ ਰਹਿੰਦੀਆਂ ਨੇ। ਸੋ ਇਨ ਦਾ ਮੀਨ ਟਾਈਮ ਆਈ ਗੈਸ, ਔਰ ਨਾਲ ਸਰਕਾਰ ਨੇ ਇਹ ਹੁਣ ਕੰਡੀਸ਼ਨ ਰੱਖੀ ਹੈ ਤਰਨ ਕਿ ਕਿਸੇ ਵੀ ਵੇਲੇ ਤੁਹਾਨੂੰ ਉਹ ਪੁੱਛ ਸਕਦੇ ਨੇ, ਭਾਈ ਤੁਸੀਂ ਕਿਤੇ ਕੰਮ ਦੀ ਟਰਾਈ ਕੀਤੀ ਹੈ ਜਾਂ ਨਹੀਂ ਕੀਤੀ। ਅਕੋਰਡਿੰਗ ਟੂ ਮੈਂ ਸੰਘਾ ਸਾਹਿਬ ਦੇ ਨਾਲ ਜਿਹੜੇ ਕਿ ਰਮੇਸ਼ਵਰ ਸੰਘਾ ਨੇ ਜੀ, ਸਾਡੇ ਬਰੈਂਪਟਨ ਸੈਂਟਰ ਤੋਂ ਮੈਂਬਰ ਪਾਰਲੀਮੈਂਟ ਸੇ, ਉਹਨਾਂ ਨੇ ਵੀ ਇਹ ਗੱਲ ਕਹੀ ਸੀਗੀ ਵੀ ਤੁਹਾਨੂੰ ਇਹ ਹੁਣ ਜੌਬ ਲੱਭਣ ਦੀ ਕੋਸ਼ਿਸ਼ ਕਰਨੀ ਪੈਣੀ ਹੈ। ਇਹ ਉਹ ਨਹੀਂ ਵੀ ਤੁਸੀਂ ਘਰੇ ਬੈਠੇ 2000 ਮਿਲਿਆ ਤਾਂ ਮਿਲੀ ਜਾ ਰਿਹਾ। ਨੋ ਜੀ, ਤੁਹਾਨੂੰ ਇਹ ਕਰਨਾ ਪਏਗਾ। ਸਰਕਾਰ ਤੁਹਾਨੂੰ ਪੁੱਛ ਸਕਦੀ ਹੈ, ਔਰ ਕਿਸ਼ਤਾਂ 2 ਹੀ ਰਹਿੰਦੀਆਂ ਨੇ ਜੀ। ਜ਼ਰੂਰੀ ਨਹੀਂ ਇਸ ਤੋਂ ਬਾਅਦ ਕੋਈ ਹੋਰ ਪੈਸੇ ਮਿਲਣਗੇ। ਸੋ ਹਰੇਕ ਨੂੰ ਆਪਣਾ ਆਪਣਾ ਇੰਤਜ਼ਾਮ ਜ਼ਰੂਰ ਕਰਨਾ ਪਵੇਗਾ ਜੀ। ਸਰਕਾਰ ਕਿੰਨੀ ਕੁ ਦੇਰ ਤੱਕ ਸਪੋਰਟ ਕਰੇਗੀ? ਬਿਲਕੁਲ ਜੀ ਸਰ, ਤੁਸੀਂ ਗੱਲ ਕੀਤੀ ਹੈ ਸਰਕਾਰ ਕਿੰਨੀ ਕੁ ਦੇਰ ਤੱਕ ਸਪੋਰਟ ਕਰੇਗੀ। ਕਈ ਲੋਕਾਂ ਨੂੰ ਕਾਲਸ ਵੀ ਆ ਰਹੀਆਂ ਨੇ ਉਹਨਾਂ ਦੇ ਆਫਿਸਿਸ ਦੇ ਵਿੱਚ, ਉਹਨਾਂ ਦੀਆਂ ਕੰਪਨੀਆਂ ਵੱਲੋਂ ਕਿ ਜੁਆਇਨ ਕਰ ਲਵੋ। ਸੋ ਹੁਣ ਉਹਨਾਂ ਵੱਲੋਂ ਮਨਾ ਕੀਤਾ ਜਾ ਰਿਹਾ ਕਿ ਅਜੇ ਅਸੀਂ ਆ ਨਹੀਂ ਸਕਦੇ, ਹਜੇ ਸਾਨੂੰ ਕਰੋਨਾ ਵਾਇਰਸ ਦਾ ਡਰ ਹੈ। 2 ਮਹੀਨੇ ਬਾਅਦ ਜਿਹੜਾ ਕਰੋਨਾ ਵਾਇਰਸ ਨੇ ਹਟ ਜਾਣਾ ਹੈ, ਉਦੋਂ ਵੀ ਵਾਪਸ ਜਾਣਗੇ ਹੀ। ਬਿਲਕੁਲ ਤਰਨ, ਇਹ ਵੀ ਆ ਰਹੀਆਂ ਨੇ ਕਾਲਸ, ਉਹਨਾਂ ਨੂੰ ਕੰਮ ਤੇ ਵਾਪਸ ਜਾਣਾ ਪਵੇਗਾ।
ਪਲੱਸ ਮਾਰਕ ਜ਼ੁਕਰਬਰਗ ਜਿਹੜੇ ਫੇਸਬੁੱਕ ਦੇ ਓਨਰ ਨੇ ਜੀ, ਉਹਨਾਂ ਨੇ ਆਪਦੀ ਇੱਕ ਮੀਟਿੰਗ ਕੀਤੀ ਹੈ ਜੀ ਆਪਦੇ EMPLOYEES ਦੇ ਨਾਲ, ਵਰਚੁਅਲ ਮੀਟਿੰਗ। ਔਰ ਵਰਚੁਅਲ ਮੀਟਿੰਗ ਦੇ ਵਿੱਚ ਤਾਂ ਉਹਨਾਂ ਨੇ ਬਿਲਕੁਲ ਸਿੱਧੀ ਬੜੀ ਸਪਸ਼ਟ ਗੱਲ ਕੀਤੀ ਹੈ, ਲੋਕੀ ਹੁਣ ਘਰੋਂ ਕੰਮ ਕਰ ਰਹੇ ਨੇ, ਬਹੁਤ ਵੱਡੀ ਪਰਸੈਂਟੇਜ ਹੈ ਜਿਹੜੀ ਲੋਕ ਘਰੋਂ ਕੰਮ ਕਰ ਰਹੇ ਨੇ। ਔਰ ਕੰਪਨੀਜ਼ ਆਰ ਥਿੰਕਿੰਗ ਵੈਰੀ ਸੀਰੀਅਸਲੀ ਕਿ ਲੋਕ ਘਰੋਂ ਹੋਈ ਕੰਮ ਕਰਿਆ ਕਰਨ, ਜਿਹੜੇ ਕਿਉਂਕਿ ਕੰਪਨੀ ਕੋਲ ਬਹੁਤ ਵੱਡੀ ਰੀਅਲ ਸਟੇਟ ਪਈ ਹੈ, ਇੰਨੇ ਵੱਡੇ ਵੱਡੇ ਆਫਿਸਿਸ ਲਏ ਹੋਏ ਨੇ, ਇੰਨਾ ਵੱਡਾ ਵੱਡਾ ਰੈਂਟ ਦਿੰਦੇ ਨੇ। ਉਹ ਕਿਉਂ? ਉਹ ਕਹਿੰਦੇ ਵੀ ਸਾਡੀ ਬੱਚਤ ਹੁੰਦੀ ਹੈ, EMPLOYEE ਘਰੇ ਬੈਠਾ ਰਹੇ। ਪਰ ਨਾਲ ਸ਼ਰਤ ਹੁਣ ਹੋਰ ਆ ਗਈ ਤਰਨ, ਤੁਸੀਂ ਘਰੋਂ ਕੰਮ ਕਰ ਰਹੇ ਹੋ, ਤੁਹਾਨੂੰ ਕਾਰ ਦੀ ਲੋੜ ਨਹੀਂ ਹੈ, ਤੁਹਾਡੀ ਗੈਸ ਨਹੀਂ ਲੱਗਣੀ ਹੈ, ਤੁਹਾਨੂੰ ਇੰਸ਼ੋਰੈਂਸ ਜੇ ਅੱਗੇ ਵਾਟ ਬਹੁਤ ਜ਼ਿਆਦਾ ਕੱਢਦੀ ਹੁਣ ਥੋੜ੍ਹੀ ਹੈ ਤਾਂ ਇੰਸ਼ੋਰੈਂਸ ਘੱਟ ਜਾਏਗੀ, ਘਰੇ ਗੈਟ ਰੈਡੀ। ਥੋੜ੍ਹੀਆਂ ਤਨਖਾਹਾਂ ਵੀ ਘੱਟ ਹੋ ਸਕਦੀਆਂ ਨੇ, ਹਰੇਕ ਦੀ ਨਹੀਂ, ਪਰ ਇਹ ਫੇਸਬੁੱਕ ਨੇ ਕਹਿਤਾ। ਜੇ ਫੇਸਬੁੱਕ ਨੇ ਗੱਲ ਕਹੀ ਹੈ ਤਰਨ, ਇਹ ਬਾਕੀ ਦੇ ਵੀ ਸੋਚਣਗੇ ਇਹਦੇ ਬਾਰੇ। ਸਾਰੀਆਂ ਕੰਪਨੀਆਂ ਦੇ ਵੱਡੇ ਵੱਡੇ ਜਿਹੜੇ ਲੋਕੀ ਸਲਾਹਕਾਰ ਹੁੰਦੇ ਨੇ, ਉਹ ਇਸ ਪਾਸੇ ਇਹੀ ਕੰਮ ਕਰਦੇ ਕਿ ਕੰਪਨੀ ਦੇ ਪੈਸੇ ਬਚ ਕਿੱਥੇ ਸਕਦੇ ਨੇ। ਸੋ ਇਹ ਗੱਲ ਸ਼ੁਰੂ ਹੋ ਗਈ ਹੈ ਜੀ, ਔਰ ਬਾਕੀ ਨਾਲ ਵੀ ਹੋ ਸਕਦਾ ਐਵੇਂ ਹੋਏ। ਤਾਂ ਗੈਟ ਰੈਡੀ ਵੀ ਤੁਹਾਨੂੰ ਕੰਪਨੀਆਂ ਜਿਹੜੇ ਘਰੋਂ ਇਸ ਵੇਲੇ ਕੰਮ ਕਰ ਰਹੇ ਹੋ, ਤੁਹਾਨੂੰ ਇਹ ਸੁਨੇਹੇ ਸ਼ਾਇਦ ਆਉਣ ਲੱਗ ਜਾਣ ਕਿ ਜਿਹੜੀ ਤੁਹਾਨੂੰ ਦਿਨੀ ਤਨਖਾਹ ਮਿਲ ਰਹੀ ਹੈ ਉਹ ਤੁਹਾਨੂੰ ਆਫਿਸ ਆਉਣ ਦੀ ਮਿਲਦੀ ਸੀ, ਉੱਥੇ ਸਾਹਮਣੇ ਕੰਮ ਕਰਨ ਦੀ ਮਿਲਦੀ ਸੀ। ਹੋ ਸਕਦਾ ਤੁਹਾਨੂੰ ਜੀ ਤਨਖਾਹ ਦੇ ਵਿੱਚ ਕੋਈ ਕੱਟ ਲੈਣਾ ਪਵੇ। ਬਿਲਕੁਲ ਜੀ, ਕਾਫੀ ਵੱਖ-ਵੱਖ ਅਦਾਰਿਆਂ ਉੱਤੇ ਇਸ ਦਾ ਪ੍ਰਭਾਵ ਪਿਆ। ਤਾਂ ਕੈਨੇਡਾ ਦੀ ਹਾਊਸਿੰਗ ਮਾਰਕੀਟ ਦੀ ਗੱਲ ਕਰੀਏ, ਉਸ ਦੇ ਉੱਤੇ ਵੀ ਕਹਿੰਦੇ ਇਸ ਦਾ ਪ੍ਰਭਾਵ ਪੈ ਸਕਦਾ। CMHC ਯਾਨੀ ਕਿ ਕੈਨੇਡੀਅਨ ਮਾਰਗੇਜ ਐਂਡ ਹਾਊਸਿੰਗ ਕਾਰਪ ਦਾ ਕਹਿਣਾ ਆ ਕਿ ਕੈਨੇਡਾ ਦੇ ਵੱਡੇ ਵੱਡੇ ਸ਼ਹਿਰ ਜਿੱਥੇ ਕੱਲ੍ਹ ਤੱਕ ਘਰ ਖਰੀਦਣਾ ਇੱਕ ਸੁਪਨਾ ਸੀ, ਬਹੁਤ ਮਹਿੰਗੇ ਘਰ ਹੋ ਰਹੇ ਸੀ, ਹੁਣ ਸੁਣਨ ਚ ਆ ਰਿਹਾ ਕਿ ਘਰਾਂ ਦੀਆਂ ਕੀਮਤਾਂ ਜਿਹੜੀਆਂ ਨੇ ਉਹ ਘਟ ਸਕਦੀਆਂ ਨੇ ਇੱਥੇ। ਸਹੀ ਗੱਲ ਆ ਤਰਨ, ਕੀਮਤਾਂ ਨੂੰ ਥੋੜਾ ਬਹੁਤਾ ਫਰਕ ਪਿਆ, ਹਜੇ ਬਹੁਤਾ ਫਰਕ ਨਹੀਂ ਪਿਆ, ਹਾਲਾਂਕਿ COVID-19 ਨੂੰ ਆਏ ਨੂੰ ਕਈ ਮਹੀਨੇ ਹੋ ਚੁੱਕੇ ਨੇ। ਜਿਹੜੀ ਰੀਅਲ ਸਟੇਟ ਮਾਰਕੀਟ ਹੈ, ਜਿਹੜੇ ਐਕਸਪਰਟਸ ਨੇ ਬਹੁਤੇ, ਉਹ ਇਹੀ ਦੱਸਦੇ ਨੇ ਕਿ ਪ੍ਰਾਈਸਿਸ ਨਹੀਂ ਥੱਲੇ ਗਈਆਂ, ਇਨਵੈਂਟੋਰੀ ਅੱਗੇ ਨਾਲੋਂ ਘਟਣ ਲੱਗੀ ਹੋਈ ਆ। ਲੋਕੀ ਅਜੇ ਦੇਖ ਰਹੇ ਆ, ਹਜੇ ਉਹ ਜਿਹਨੂੰ ਆਪੋ ਤਾਂ ਅਫੜਾ ਦਫੜੀ ਨਹੀਂ ਫੈਲੀ ਹੈਗੀ ਆ, ਜਿਹਨਾਂ ਲੋਕੀ ਇੱਕਦਮ ਆਪਣੀ ਜਿਹੜੀ ਪ੍ਰਾਪਰਟੀ ਉਹਨੂੰ ਛੱਡਣ ਵਾਸਤੇ ਆ, ਲੋਕ ਜਿਹਨੇ ਵੇਚਣਾ ਸੀ ਦੇ ਆਰ ਹੋਲਡਿੰਗ ਔਨ ਟੂ ਇਟ। ਪਰ ਮੈਂ ਕੁਝ ਇੱਕ ਐਸੇ ਏਰੀਏ ਨੇ ਤਰਨ, ਉਸ ਏਰੀਏ ਦੇ ਵਿੱਚ ਜਿਹੜੀ ਪ੍ਰਾਪਰਟੀ ਲੱਗਦੀ ਹੈ ਤੇ ਸੇਲ ਵੀ ਜਦੇ ਹੋ ਜਾਂਦੀ ਹੈ। ਅਜੇ ਲੱਗਦਾ ਨਹੀਂ ਹੈ ਕਿ ਇਸ ਮਾਰਕੀਟ ਤੇ ਕੋਈ ਛੇਤੀ ਕਿਤੇ ਠੱਲ ਪਵੇਗੀ। ਮੈਂ ਜ਼ੁਕਰਬਰਗ ਦੀ ਗੱਲ ਦੁਆਰੇ ਫੇਰ ਨਾਲ ਮਾੜੀ ਜੋੜਨੀ ਚਾਹਾਂਗਾ। ਉਹਨੇ ਇਹ ਗੱਲ ਕਹੀ ਹੈ ਕਿ ਲੋਕੀ ਆ ਜਿਹੜੇ ਹੁਣ ਮੰਨ ਲਓ ਡਾਊਨਟਾਊਨ 'ਚ ਕੰਮ ਕਰਦਾ ਹੈਗਾ, ਇਸ ਵੇਲੇ ਉਹ ਰਹਿ ਰਿਹਾ ਬਰੈਂਪਟਨ ਵਿੱਚ, ਉਹ ਲੋਕ ਹੁਣੇ ਉਹ ਸੋਚਣ ਲੱਗੇ ਹੋਏ ਨੇ ਕਿ ਜੇ ਮੈਂ ਘਰੋਂ ਹੀ ਕੰਮ ਕਰਨਾ, ਮੈਂ ਬਰੈਂਪਟਨ 'ਚ ਰਹਿ ਕੇ ਕੀ ਕਰਨਾ, ਵਾਈ ਡੋਂਟ ਆਈ ਗੋ ਆਊਟਸਾਈਡ ਆਫ ਬਰੈਂਪਟਨ। ਇਹ ਤਾਂ ਹੋਰ ਘੰਟਾ, 1.5 ਘੰਟਾ, 2 ਘੰਟੇ ਪਰੇ ਵੀ ਚਲਾ ਗਿਆ, ਉੱਥੇ ਪ੍ਰਾਪਰਟੀ ਮੈਨੂੰ ਹੋ ਸਕਦਾ 25%, 30%, 40% ਮੈਨੂੰ ਸਸਤੀ ਮਿਲੇ, ਪੈਸੇ ਬਚ ਕੇ ਉਹਦੀ ਜੇਬ 'ਚ ਪੈਂਦੇ ਆ। ਕੰਮ ਤਾਂ ਘਰੋਂ ਹੀ ਕਰਨਾ, ਅਗਲੇ ਨੇ ਸਿਟੀ 'ਚ ਜਾ ਕੇ ਕੀ ਕਰਨਾ। ਇਸ ਕਰਕੇ ਹੁਣ ਜਿਹੜੀਆਂ ਬਾਹਰਲੀਆਂ ਪ੍ਰਾਪਰਟੀਆਂ ਉਹਦੇ ਚਾਂਸਸ ਐਸੇ ਹੋਰ ਹੋਣ ਲੱਗੇ ਨੇ ਕਿ ਹੋ ਸਕਦਾ ਉਹ ਹੌਟ ਕਮੋਡਿਟੀਜ਼ ਹੋਣ, ਕਿਉਂਕਿ ਦੇਸ਼ ਸ਼ਹਿਰੋਂ ਲੋਕ ਨਿਕਲਦਾ। ਆਪਣੇ ਇੰਡੀਆ ਦੀ ਮੈਂ ਐਗਜ਼ਾਮਪਲ ਦਿੰਦਾ ਤਰਨ, ਵੱਡੇ ਸ਼ਹਿਰਾਂ 'ਚੋਂ ਲੋਕ ਨਿਕਲ ਕੇ ਜਿਹੜੇ ਪਿੰਡਾਂ ਸ਼ਹਿਰ ਖਾ ਗਏ, ਮੈਂ ਲੁਧਿਆਣੇ ਦੀ ਐਗਜ਼ਾਮਪਲ ਦਿੰਦਾ, ਆਸੇ ਪਾਸੇ ਜਿੰਨੇ ਪਿੰਡ ਸੀ, ਦਿੱਲੀ ਦੀ ਆਮ ਗੱਲ ਹੁੰਦੀ ਹੈ 100 ਪਿੰਡ ਖਾ ਗਿਆ, ਮੇਰੇ ਕੋਲ ਹੁਣ ਤਾਂ 100 ਤੋਂ ਵੀ ਵੱਧ ਖਾ ਗਿਆ ਹੋਣਾ। ਔਰ ਜਿੰਨੇ ਉਹ ਪਿੰਡਾਂ ਖਾਧੇ ਗਏ ਨੇ, ਉੱਥੋਂ ਪ੍ਰਾਪਰਟੀ ਦੀ ਵੈਲਿਊ ਬਹੁਤ ਜ਼ਿਆਦਾ ਸੀ। ਅਗਲੇ ਨੇ ਉੱਥੋਂ 2 ਕਿੱਲੇ ਵੇਚੇ ਆ, ਬਾਹਰ ਜਾ ਕੇ 10, 15, 20 ਕਿੱਲੇ ਲੈ ਲਏ ਆ। ਇਹੀ ਹਾਲ ਕਿਤੇ ਇੱਥੇ ਨਾ ਸ਼ੁਰੂ ਹੋ ਜਾਵੇ, ਜਿਹੜੀ ਬਾਹਰਲੀਆਂ ਪ੍ਰਾਪਰਟੀਆਂ ਅੱਗੇ ਨਾਲੋਂ ਮਹਿੰਗੀਆਂ ਹੋਣ ਲੱਗ ਜਾਣ। ਜੀ ਬਿਲਕੁਲ ਸਰ, ਥੋੜ੍ਹੀਆਂ ਜਿਹੀਆਂ ਹੁਣ ਫਲਾਈਟਸ ਦਾ ਗੱਲਬਾਤ ਕਰ ਲਈਏ, ਕਿਉਂਕਿ ਬਹੁਤ ਜ਼ਿਆਦਾ ਇਸ ਵਕਤ ਸਾਡੇ ਕਾਲਰਸ ਵੀ ਲਗਾਤਾਰ ਸਾਨੂੰ ਗੱਲਬਾਤ ਕਰ ਰਹੇ ਸੀ ਕਿ ਸਪੈਸ਼ਲ ਫਲਾਈਟਸ ਕਿਉਂ ਚਲਾਈਆਂ ਜਾ ਰਹੀਆਂ, ਨਾਰਮਲ ਫਲਾਈਟਸ ਕਿਉਂ ਨਹੀਂ ਰੱਖੀਆਂ ਜਾ ਰਹੀਆਂ। ਭਾਰਤ ਨੇ ਫਲਾਈਟਸ ਸ਼ੁਰੂ ਕੀਤੀਆਂ ਸੀ ਵੱਖ-ਵੱਖ ਮੁਲਕਾਂ ਨੂੰ, ਤਾਂ ਕਿ ਆਪਣੇ ਲੋਕਾਂ ਨੂੰ ਜਿਹੜੇ ਇਸ ਵਕਤ ਭਾਰਤੀ ਵੱਖ-ਵੱਖ ਮੁਲਕਾਂ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਵਾਪਸ ਲਿਆਂਦਾ ਜਾ ਸਕੇ। ਪਰ ਹੁਣ ਸੁਣਨ ਦੇ ਵਿੱਚ ਆ ਰਿਹਾ ਵੰਦੇ ਭਾਰਤ ਮਿਸ਼ਨ ਦੀਆਂ ਕਈ ਫਲਾਈਟਸ ਜਿਹੜੀਆਂ ਨੇ ਉਹਨਾਂ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਹੋਣੀਆਂ ਸ਼ੁਰੂ ਹੋ ਚੁੱਕੀਆਂ ਨੇ। ਇਹਦਾ ਕੀ ਕਾਰਨ ਹੈ? ਤਰਨ, ਜਿਹੜੀਆਂ ਫਲਾਈਟਾਂ ਨੇ ਨਾ, ਉਹਨਾਂ ਦਾ ਨਾਮ ਹੈ, ਸਰਟਨ ਨਾਮ ਦਿੱਤਾ ਗਿਆ, ਰੀਪੈਟਰੀਏਸ਼ਨ ਫਲਾਈਟਸ ਕਹਿੰਦੇ ਉਹਨਾਂ ਨੂੰ। ਰੀਪੈਟਰੀਏਸ਼ਨ ਦਾ ਮਤਲਬ ਇਹ ਹੁੰਦਾ ਹੈ ਕਿ ਤੁਸੀਂ ਆਪਣੇ ਸਿਟੀਜ਼ਨਸ ਨੂੰ ਕਿਸੇ ਵਿਦੇਸ਼ 'ਚ ਹੈਗੇ ਆ, ਉਹਨਾਂ ਨੂੰ ਵਾਪਸ ਆਪਦੇ ਕੰਟਰੀ 'ਚ ਲੈ ਕੇ ਆਉਣਾ। ਦੈਟਸ ਵਾਟ ਇਟ ਮੀਨਸ ਰੀਪੈਟਰੀਏਸ਼ਨ। ਤੁਸੀਂ ਕੈਨੇਡਾ 'ਚੋਂ ਮੈਂ ਹੁਣ ਜੇ ਪੈਸੇ ਇੰਡੀਆ ਨੂੰ ਭੇਜਦਾ ਤਾਂ ਉਹ ਵੀ ਰੀਪੈਟਰੀਏਸ਼ਨ ਹੋਈ ਹੈ। ਉਹ ਫਲਾਈਟਸ ਦਾ ਮਤਲਬ ਇਹ ਹੈ ਕਿ ਇੰਡੀਆ ਆਪਦੇ ਜਿਹੜੇ ਸਿਟੀਜ਼ਨ ਆ, ਹੁਣ ਮੰਨ ਲਓ ਕੈਨੇਡਾ 'ਚ ਲੈ ਕੇ ਜਾ ਰਿਹਾ, US 'ਚ ਜਾ ਰਿਹਾ। ਵੈਸੇ ਜਿਹਨੇ ਇਤਰਾਜ਼ ਕੀਤਾ ਜੀ, ਉਹ ਕੰਟਰੀਜ਼ ਹੈਗੇ ਨੇ ਇਸ ਵੇਲੇ, ਜਰਮਨੀ ਆ, UK ਆ, ਤੇ US ਆ, ਤੇ ਫਰਾਂਸ ਆ। ਇਤਰਾਜ਼ ਇਹ ਹੋਇਆ ਕਿ ਤੁਸੀਂ ਲੈਣ ਤਾਂ ਜਾਂਦੇ ਹੋ ਆਪਦੇ ਬੰਦਿਆਂ ਨੂੰ, ਪਰ ਉੱਥੇ ਛੱਡ ਸਾਡੇ ਸਿਟੀਜ਼ਨ ਨੂੰ ਰਹੇ।
ਜਿਵੇਂ 에ਅਰ ਕੈਨੇਡਾ ਨੇ ਪਹਿਲਾਂ ਫਲਾਈਟਾਂ ਸ਼ੁਰੂ ਕੀਤੀਆਂ ਸੀਗੀਆਂ, ਮੈਨੂੰ ਸੌਖਾ ਦੱਸਣਾ ਕਿ 에ਅਰ ਕੈਨੇਡਾ ਵਨ ਵੇ ਲੈ ਕੇ ਗਿਆ ਸੀਗਾ, ਕੱਲਾ 에ਅਰ ਕੈਨੇਡਾ ਇੰਡੀਆ 'ਚ ਗਿਆ, ਉੱਥੋਂ ਆਪਣੇ ਸਿਟੀਜ਼ਨ ਲੈ ਕੇ ਆ, ਖਾਲੀ ਫਲਾਈਟਾਂ ਗਈਆਂ ਸੀਗੀਆਂ। ਇੰਡੀਆ ਦੀਆਂ ਫਲਾਈਟਾਂ ਦੋਨੇ ਪਾਸਿਓਂ ਭਰੀਆਂ ਹੋਈਆਂ ਨੇ। ਸੋ ਇਹ ਉੱਥੋਂ ਦੀ ਲੋਕਲ ਮਾਰਕੀਟ ਦੇ ਉੱਤੇ ਅਸਰ ਕਰ ਰਹੀਆਂ ਨੇ, ਤੇ ਇੰਡੀਆ ਦੂਸਰੇ ਕੰਟਰੀਜ਼ ਨੂੰ ਅਲਾਉ ਨਹੀਂ ਕਰ ਰਿਹਾ ਕਿ ਉਹ ਜਾ ਕੇ ਆਪਦੇ ਸਿਟੀਜ਼ਨ ਨੂੰ ਲੈ ਕੇ ਆ ਸਕਣ। ਸੋ ਇੰਡੀਆ ਦੋਨੇ ਪਾਸੇ ਪੈਸੇ ਬਣਾ ਰਿਹਾ, ਦੂਸਰਿਆਂ ਨੂੰ ਅਲਾਉ ਨਹੀਂ ਕਰ ਰਿਹਾ। ਇਸ ਕਰਕੇ ਇਤਰਾਜ਼ ਸ਼ੁਰੂ ਹੋ ਗਿਆ, ਔਰ ਇਤਰਾਜ਼ ਇਹਨਾਂ ਕੰਟਰੀਜ਼ ਨੇ ਕੀਤਾ। ਵੈਸੇ ਇੰਡੀਆ ਦੀ ਹੁਣ ਆਪਾਂ ਨੇ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਤੁਸੀਂ ਮੈਨੂੰ ਜਿਹੜੀ ਖਬਰ ਬਾਰੇ ਦੱਸਿਆ ਸੀਗਾ ਕਿ ਇੰਡੀਆ ਇਸ ਮਾਮਲੇ ਬਾਰੇ ਸੋਚ ਰਿਹਾ। ਇੰਡੀਆ ਨੂੰ ਐਕਚੁਅਲੀ ਤਰਨ ਸੋਚਣਾ ਹੀ ਪਵੇਗਾ, ਈਦਰ ਜਾਂ ਤਾਂ ਸਾਰੀਆਂ ਫਲਾਈਟਾਂ ਬੰਦ ਹੋ ਜਾਣਗੀਆਂ ਜਾਂ ਸਾਰੀਆਂ ਫਲਾਈਟਾਂ ਖੁੱਲ੍ਹ ਜਾਣਗੀਆਂ। ਕਿਸੇ ਨਾ ਕਿਸੇ ਹਿਸਾਬ ਇਹ ਨਹੀਂ ਹੋਏਗਾ ਕਿ ਜਿਹੜੇ ਹਿਸਾਬ 'ਚ ਇੰਡੀਆ, ਮੈਨੂੰ ਹੁਣ ਸਿਰਫ ਇਸ ਗੱਲ ਦਾ ਡਰ ਹੈ ਤਰਨ, ਜਿਹੜੀਆਂ ਫਲਾਈਟਾਂ ਆਲਰੇਡੀ ਅਨਾਉਂਸ ਹੋ ਚੁੱਕੀਆਂ ਨੇ ਉਹ ਹੁਣ ਪੂਰੀਆਂ ਸਿਰੇ ਲੱਗਣਗੀਆਂ ਜਾਂ ਨਹੀਂ ਲੱਗਣਗੀਆਂ, ਕਿਉਂਕਿ ਆਪਾਂ ਇੱਥੇ ਦੀ ਸਾਰਾ ਸਕੈਜੂਲ ਦੱਸਿਆ ਹੋਇਆ ਸੀਗਾ ਵੀ ਜਿਹਨੇ ਇੰਡੀਆ ਨੂੰ ਜਾਣਾ 에ਅਰ ਇੰਡੀਆ ਦੇ ਮੋਸਟਲੀ ਨੇ ਫਲਾਈਟਸ ਬੁੱਕ ਵੀ ਕਰਵਾਈਆਂ ਹੋਈਆਂ ਸੀ। ਬਿਲਕੁਲ ਤਰਨ, ਹਾਂ ਹੋ ਸਕਦਾ ਜਿਹੜੀਆਂ ਇਹ ਇੱਕ ਵਾਰੀ ਅਨਾਉਂਸ ਹੋਈਆਂ ਹੋਈਆਂ ਨੇ, ਮੋਸਟਲੀ ਚਾਂਸਸ ਇਹ ਹੁੰਦੇ ਆ ਕਿ ਉਹਨਾਂ ਨੂੰ ਜਾਣ ਦਿੱਤਾ ਜਾਂਦਾ ਕਿ, ਪਰ ਉਸ ਤੋਂ ਬਾਅਦ ਜਿਹੜਾ ਨਵਾਂ ਕੋਈ ਫੈਸਲਾ ਹੁਣ ਆਏਗਾ ਉਹ ਫੈਸਲਾ ਇਸ ਹਿਸਾਬ 'ਚ ਆਏਗਾ ਜਾਂ ਤਾਂ ਉਸ ਕੰਟਰੀ ਦੀਆਂ ਫਲਾਈਟਸ ਵੀ ਇੰਡੀਆ ਨੂੰ ਜਾਣਗੀਆਂ ਤੇ ਜਾਂ ਇੰਡੀਆ 'ਚ ਜਿਹੜੀ ਫਲਾਈਟਾਂ ਨੇ ਉਹ ਵੀ ਬੰਦ ਹੋ ਜਾਣਗੀਆਂ। ਬਿਲਕੁਲ ਸਰ, ਕਿਉਂਕਿ ਆਪਾਂ ਗੱਲ ਕਰੀਏ ਤਾਂ ਲੰਬੇ ਸਮੇਂ ਤੋਂ ਹੁਣ ਦਰਸ਼ਕ ਵੀ ਇਹੀ ਮੰਗ ਕਰ ਰਹੇ ਸੀ ਵੀ ਜੇ ਤੁਸੀਂ ਐਵੇਂ ਦੀਆਂ ਫਲਾਈਟ ਚਲਾ ਰਹੇ ਹੋ ਤੁਸੀਂ ਉਹੀ ਨਾਰਮਲ ਫਲਾਈਟ ਸਟਾਰਟ ਕਰ ਦੇਵੋ। ਇੰਨਾ ਮਹਿੰਗਾ ਕਿਰਾਇਆ ਲਗਾਇਆ ਜਾ ਰਿਹਾ, ਇੱਕ ਫੈਮਿਲੀ ਦੇ ਜੇ 4-4 ਮੈਂਬਰ ਨੇ ਉਹਨਾਂ ਲਈ ਆਉਣਾ ਬਹੁਤ ਮੁਸ਼ਕਿਲ ਹੋ ਰਿਹਾ ਇੰਨੀ ਮਹਿੰਗੀਆਂ ਫਲਾਈਟ ਦੀਆਂ ਟਿਕਟਸ ਲੈ ਕੇ। ਉੱਥੇ ਦੂਜੇ ਪਾਸੇ ਗੱਲ ਕਰੀਏ, ਉਹ ਪਿਛਲੀ ਵਾਰੀ ਅਸੀਂ ਦੇਖਿਆ ਸੀ ਲਗਭਗ 2 ਹਫ਼ਤੇ ਪਹਿਲਾਂ ਇੰਡੀਆ ਦੇ ਐਵੀਏਸ਼ਨ ਮਿਨਿਸਟਰ ਮਿਸਟਰ ਪੁਰੀ ਨੇ ਵੀ ਇਹ ਗੱਲ ਆਖੀ ਸੀ ਕਿ ਅਸੀਂ ਹਜੇ ਅਗਲੇ ਮਹੀਨੇ ਸੋਚਾਂਗੇ ਕਿ ਇੰਟਰਨੈਸ਼ਨਲ ਫਲਾਈਟਸ ਅਸੀਂ ਆਉਣ ਦੇਣੀਆਂ ਨੇ ਜਾਂ ਨਹੀਂ। ਮਤਲਬ ਕਿ ਭਾਰਤ ਆਪਣਾ ਰੁਖ ਹਜੇ ਸਹੀ ਕਲੀਅਰ ਨਹੀਂ ਕਰ ਪਾ ਰਿਹਾ ਸੀ, ਤੇ ਹੁਣ ਜਿਵੇਂ ਅੰਤਰਰਾਸ਼ਟਰੀ ਮਾਰਕੀਟ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਕਿ ਭਾਰਤ ਦੀਆਂ ਫਲਾਈਟਸ ਨੂੰ ਬੈਨ ਕੀਤਾ ਜਾ ਰਿਹਾ ਵਾ, ਅੰਦਰ ਨਹੀਂ ਆਉਣ ਦਿੱਤਾ ਜਾ ਰਿਹਾ 에ਅਰ ਸਪੇਸ ਦੇ ਵਿੱਚ ਆਪਣੇ। ਸੋ ਹੁਣ ਭਾਰਤ ਨੂੰ ਵੀ ਇਹਦੇ ਲਈ ਕਦਮ ਚੁੱਕਣੇ ਪੈਣੇ ਆ। ਤਰਨ, ਤੁਸੀਂ ਜਿਹੜਾ ਪੁਰੀ ਸਾਹਿਬ ਨੇ ਅਨਾਉਂਸਮੈਂਟ ਕੀਤੀ ਸੀ ਉਦੋਂ ਮੇਰੇ ਖਿਆਲ ਜੂਨ ਮਹੀਨੇ ਦੇ ਤਕਰੀਬਨ 2 ਹਫ਼ਤੇ ਰਹਿੰਦੇ ਸੀਗੇ। 2 ਹਫ਼ਤੇ ਉਹ ਜੁਲਾਈ ਚਲੇ ਐਲਾਨ ਹੋਣਾ, ਪਤਾ ਨਹੀਂ ਕਦੋਂ ਜਾ ਕੇ ਐਲਾਨ ਹੋਣਾ, ਪਤਾ ਨਹੀਂ ਜਾਨੂੰ ਕੀ ਪਾਲਿਸੀ ਹੋਣੀ ਕੀ ਨਹੀਂ ਹੋਣੀ। ਸੋ ਹੁਣ ਜਿਹੜਾ ਪ੍ਰੈਸ਼ਰ ਇਸ ਤਰ੍ਹਾਂ ਦੂਸਰੇ ਦੇਸ਼ ਪਾ ਰਹੇ ਨੇ, ਇੰਡੀਆ ਦੇ ਉੱਤੇ ਪ੍ਰੈਸ਼ਰ ਹੈ ਜੀ ਇਸ ਵੇਲੇ, ਔਰ ਇੰਡੀਆ ਨੂੰ ਸੋਚਣਾ ਪਵੇਗਾ। ਪਰ ਇੱਕ ਗੱਲ ਪ੍ਰੋਬਲਮ ਹੋਰ ਆਉਂਦੀ ਹੈ ਤਾਂ ਇੰਡੀਆ ਦੇ ਵਿੱਚ ਕੋਵਿਡ-19 ਹਜੇ ਕੰਟਰੋਲ 'ਚ ਨਹੀਂ ਹੈ। ਹਰ ਰੋਜ਼ ਆਪਾਂ ਦੇਖ ਰਹੇ ਹਾਂ ਕੇਸਿਸ ਵੱਧ ਹੀ ਰਹੇ ਆ, ਘਟ ਨਹੀਂ ਰਹੇ। ਜੇ ਕੇਸਿਸ ਇੰਨੇ ਵੱਧ ਰਹੇ ਨੇ ਤੇ ਮੈਨੂੰ ਨਹੀਂ ਲੱਗਦਾ ਛੇਤੀ ਕਿਤੇ ਇੰਡੀਆ ਓਪਨ ਕਰੇਗਾ। ਜੇ ਓਪਨ ਨਹੀਂ ਕਰਦਾ ਤਾਂ ਜਿਹੜੇ ਉੱਥੇ ਸਾਡੇ ਕੈਨੇਡੀਅਨ ਸਿਟੀਜ਼ਨਸ ਉੱਥੇ ਫਸੇ ਬੈਠੇ ਆ ਉਹਨਾਂ ਨੂੰ ਆਉਣਾ ਬਹੁਤ ਮੁਸ਼ਕਿਲ ਹੋ ਜਾਏਗਾ। ਫਿਰ ਉਹਦਾ ਇਲਾਜ ਕੀ ਹੈ ਤਰਨ? ਉਹਦਾ ਤਰਨ ਫਿਰ ਰੀਪੈਟਰੀਏਸ਼ਨ ਫਲਾਈਟ ਹੀ ਹੈ, ਜਿਹੜੇ ਮੈਂ ਪਹਿਲਾਂ 에ਅਰ ਕੈਨੇਡਾ ਲੈ ਕੇ ਆਇਆ ਸੀਗਾ ਉਸੇ ਮੁਤਾਬਕ ਫੇਰ ਦੁਬਾਰਾ ਚੱਲਣਗੀਆਂ। ਚੰਗੀ ਗੱਲ ਤਾਂ ਇਹ ਜੇ ਖੁੱਲ੍ਹ ਜਾਣ, ਔਰ ਜਿਹੜੀ ਰੀਪੈਟਰੀਏਸ਼ਨ ਫਲਾਈਟ ਆ ਉਹ ਮਹਿੰਗੀ ਬੜੀ ਆ ਤਰਨ, ਹੁਣ 1800 ਤੋਂ ਲੈ ਕੇ 2800। ਆਪਣੇ ਜਿਹੜੇ ਪਹਿਲਾਂ ਕੈਨੇਡੀਅਨਸ ਆਏ ਨੇ ਉਹ ਤਕਰੀਬਨ 2800 ਦੇ ਨੇੜੇ ਤੇ ਵੈਸੇ ਵਨ ਵੇ ਟਿਕਟ ਦੇ ਕੇ ਆਏ ਨੇ, ਔਰ ਨਵਾਂ ਟਿਕਟ ਲੈਣਾ ਪੈਂਦਾ। ਇਹ ਇੱਕ ਹੋਰ ਖਰਚਾ ਹੈਗਾ। ਜਿਹੜੀ ਜੇ ਐਕਚੁਅਲ ਫਲਾਈਟਾਂ ਚੱਲ ਪੈਂਦੀਆਂ ਨੇ ਤੇ ਲੋਕ ਉਸੇ ਟਿਕਟ ਦੇ ਉੱਤੇ ਵਾਪਸ ਆ ਸਕਦੇ ਨੇ, ਜਿਹੜਾ ਕਿ ਬਹੁਤ ਵੱਡਾ ਬੋਝ ਹੈ। ਤੁਸੀਂ ਜਿਵੇਂ ਗੱਲ ਕੀਤੀ ਹੈ ਜੇ ਵਿਚਾਰਾਂ ਨੇ ਆਉਣਾ 1800 ਹੈਗਾ ਜੀ, ਦੇਖ ਲਓ, ਔਰ $56 ਬਣ ਜਾਂਦਾ ਹੈ, ਲਾਟ ਆਫ ਮਨੀ। ਔਰ ਉਹ ਵੀ ਮਨੀ ਐਸੀ ਹੈ ਜਿਹੜੀ ਕਿ ਤੁਹਾਨੂੰ ਔਨ ਟਾਪ ਆਫ ਤੁਸੀਂ ਆਲਰੇਡੀ ਟਿਕਟ ਲਿਆ ਹੋਇਆ ਉਹ ਕੰਮ ਨਹੀਂ ਆ ਰਿਹਾ ਤੁਹਾਡੇ, ਤੇ ਉਹ ਤੁਸੀਂ ਉਹਦੇ ਟਾਪ ਆਫ ਹੋਰ ਪੈਸੇ ਖਰਚ ਰਹੇ ਹੋ। ਤੇ ਐਜ਼ ਜਿਹੜੇ ਅੱਜ ਇਹ ਗੱਲ ਕੀਤੀ ਹੈ 4 ਕੰਟਰੀਜ਼ ਨੇ, ਇਹ ਇੰਡੀਆ ਨੂੰ ਸੋਚਣ ਤੇ ਮਜਬੂਰ ਕਰੇਗਾ ਜੀ। ਇੰਡੀਆ ਨੇ ਥੋੜਾ ਜਿਹਾ ਜਵਾਬ ਦੇ ਵੀ ਦਿੱਤਾ, ਔਰ ਮੈਨੂੰ ਲੱਗਦਾ ਅਗਲੇ ਹਫ਼ਤੇ ਵਿੱਚ ਕੋਈ ਨਾ ਕੋਈ ਨਵੀਂ ਪਾਲਿਸੀ ਜ਼ਰੂਰ ਆਏਗੀ ਜੀ। ਸਰ, ਤੁਹਾਨੂੰ ਲੱਗ ਰਿਹਾ ਹੁਣ ਕਿ ਜਿਹੜੀ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਥੋੜਾ ਜਿਹਾ 에ਅਰ ਸਪੇਸ ਖੁੱਲਾ ਹੋਏਗਾ, ਥੋੜਾ ਜਿਹਾ ਓਪਨ ਹੋਏਗਾ, ਤੇ ਜਿਹੜੀਆਂ ਨਾਰਮਲ ਫਲਾਈਟਸ ਨੇ ਉਹਨਾਂ ਨੂੰ ਆਉਣ ਜਾਣ ਦੀ ਇੱਕ ਦੂਜੇ ਨੂੰ ਇਜਾਜ਼ਤ ਦਿੱਤੀ ਜਾਵੇਗੀ? ਹਾਲਾਂਕਿ ਆਪਣੇ ਨਾਗਰਿਕਾਂ ਨੂੰ ਚਾਹੇ 1-2 ਦੂਜੇ ਦੇਸ਼ ਵਿੱਚ ਵਾਪਸ ਲਿਆਉਣ, ਪਰ ਇਹ ਕਿ ਚਲੋ ਹਜੇ ਦੂਸਰੇ ਵੀਜ਼ਾ ਵਾਲਿਆਂ ਨੂੰ ਜਾਂ ਦੂਜੇ ਜਿਹੜੇ ਆਊਟਸਾਈਡਰਸ ਨੇ ਉਹਨਾਂ ਨੂੰ ਐਂਟਰੀ ਦੀ ਇਜਾਜ਼ਤ ਨਾ ਮਿਲੇ, ਪਰ ਕਮ ਸੇ ਕਮ ਨਾਰਮਲ ਫਲਾਈਟਸ ਦੇ ਨਾਲ ਜਿਹੜੇ ਇੱਕ ਦੂਜੇ ਦੇਸ਼ਾਂ ਦੇ ਵਿੱਚ ਫਸੇ ਹੋਏ ਨੇ ਨਾਗਰਿਕ, ਉਹਨਾਂ ਨੂੰ ਤਾਂ ਸਟਕ ਜਿਹੜੇ ਹੋਏ ਹੋਇਆ ਵਾਪਸ ਲਿਆਂਦਾ ਜਾਵੇ। ਸਹੀ ਗੱਲ ਹੈ ਤਰਨ, ਪਰ ਪ੍ਰੋਬਲਮ ਇਹ ਆਉਂਦੀ ਹੈ ਕਿ ਉਹ ਤੁਸੀਂ ਰੈਗੂਲਰ ਫਲਾਈਟਸ ਤੇ ਨਹੀਂ ਲੈ ਕੇ ਆ ਸਕਦੇ। ਤੁਸੀਂ ਰੈਗੂਲਰ ਫਲਾਈਟ ਦੇ ਉੱਤੇ ਕਿਸੇ ਨੂੰ ਜਵਾਬ ਨਹੀਂ ਦੇ ਸਕਦੇ, ਫਿਰ ਤੁਹਾਨੂੰ ਕੋਈ ਸੂ ਕਰੇਗਾ, ਕੁਝ ਹੋਰ ਕਰੇਗਾ। ਜਿਹੜੀ ਰੀਪੈਟਰੀਏਸ਼ਨ ਫਲਾਈਟ ਆ ਤੁਸੀਂ ਉਹ ਤੇ ਕਰ ਸਕਦੇ ਹੋ ਵੀ ਮੈਂ ਕਿਹਨੂੰ ਲੈ ਕੇ ਜਾਣਾ। ਸੋ ਪਹਿਲਾਂ ਆਪਦੇ ਸਿਟੀਜ਼ਨ ਨੂੰ ਲੈ ਕੇ ਆਉਣਾ, ਤੇ ਉਸੇ ਕਰਕੇ ਜਿਹੜੇ ਦੂਸਰੇ ਵੀਜ਼ੇ ਵਾਲੇ ਹੈਗੇ ਉਹ ਤਾਂ ਹਜੇ ਵੀ ਅਲਾਉਡ ਨਹੀਂ ਹੈ ਜੀ। ਮੈਨੂੰ ਨਹੀਂ ਲੱਗਦਾ ਕਿ ਕੈਨੇਡਾ ਦੇ ਵਾਸਤੇ ਜੇ ਮੈਂ ਗੱਲ ਕਰਦਾ ਜਿਹਦੇ ਕੋਲੇ ਵਿਜ਼ਟਰ ਵੀਜ਼ਾ ਹੈਗਾ ਜਾਂ ਸਟੂਡੈਂਟ ਵੀਜ਼ੇ ਹੈਗੇ ਨੇ, ਸਟੂਡੈਂਟਸ ਦੀਆਂ ਤਾਂ ਕਲਾਸਿਸ ਹੀ ਨਹੀਂ ਚੱਲੀਆਂ, ਤੁਸੀਂ ਹਲੇ ਆ ਕੇ ਕਰਨਾ ਵੀ ਕੀ ਹੈ? ਅਜੇ ਉੱਥੇ ਬੈਠੋ, ਕੋਵਿਡ ਦੀ ਮਾਰ ਤੋਂ ਬਚੋ, ਇੱਕ ਪਾਸੇ ਲੱਗੇ ਬੈਠੇ ਹੋ। ਮੈਨੂੰ ਨਹੀਂ ਲੱਗਦਾ ਕਿ ਜਦ ਤੱਕ ਨਾਰਮਲ ਫਲਾਈਟਸ ਨਹੀਂ ਸ਼ੁਰੂ ਹੁੰਦੀਆਂ ਉਨੀ ਦੇਰ ਤੱਕ ਜਿਹੜਿਆਂ ਨੂੰ ਵਿਜ਼ਟਰ ਵੀਜ਼ਾਸ ਵਗੈਰਾ ਮਿਲੇ ਹੋਏ ਨੇ, ਕੁਝ ਹੋਰ ਹੈਗਾ, ਉਹਨਾਂ ਨੂੰ ਆਉਣਾ ਮੁਸ਼ਕਿਲ ਹੀ ਹੋਏਗਾ ਜੀ। ਬਿਲਕੁਲ ਜੀ, ਤੇ ਉਮੀਦ ਕਰਦੇ ਹਾਂ ਕਿ ਆਉਣ ਵਾਲੀ 1-2 ਹਫ਼ਤਿਆਂ ਵਿੱਚ ਕੁਝ ਸਹੀ ਤੇ ਸੁਖਾਵੀਂ ਖਬਰ ਹੀ ਸਾਹਮਣੇ ਮਿਲੇ। ਮਤਲਬ ਨੈਕਸਟ ਅਸੀਂ
ਖਬਰ ਦੀ ਗੱਲ ਕਰੀਏ ਤਾਂ ਕੈਨੇਡਾ ਤੇ ਚਾਈਨਾ ਦੇ ਰਿਸ਼ਤਿਆਂ ਦੀ ਗੱਲ ਕਰਦੇ ਹਾਂ, ਜਿੱਥੇ ਅਸੀਂ ਦੇਖ ਰਹੇ ਹਾਂ ਕਿ ਰਿਸ਼ਤਿਆਂ 'ਚ ਲਗਾਤਾਰ ਖਟਾਸ ਸਾਹਮਣੇ ਆ ਰਹੀ ਹੈ। ਸਰ, ਹੁਣ ਚਾਈਨਾ ਨੇ ਦੋਸ਼ ਲਗਾਇਆ ਹੈ ਕਿ ਕੈਨੇਡਾ ਡਬਲ ਸਟੈਂਡਰਡ ਅਪਣਾ ਰਿਹਾ ਆਪਣੇ ਨਾਗਰਿਕਾਂ ਨੂੰ ਲੈ ਕੇ, ਚਾਈਨਾ ਉੱਤੇ ਲਗਾਤਾਰ ਦਬਾਅ ਬਣਾਇਆ ਜਾ ਰਿਹਾ ਹੈ। ਤਰਨ ਉਹ ਜਿਹੜੇ ਸਾਡੇ 2 ਕੈਨੇਡੀਅਨਸ ਉੱਥੇ ਫਸੇ ਬੈਠੇ ਨੇ, ਉਹਦੇ ਮਾਮਲੇ ਦੇ ਵਿੱਚ ਜਿਹੜੀ ਸਾਡੇ ਟਰੂਡੋ ਸਾਹਿਬ ਹੈ ਪ੍ਰਾਈਮ ਮਿਨਿਸਟਰ ਨੇ, ਉਹਨਾਂ ਨੇ ਜਿਹੜਾ ਬਿਆਨ ਦਿੱਤਾ ਸੀਗਾ ਕਿ ਇਹ ਪੋਲੀਟੀਕਲ ਤੌਰ ਦੇ ਉੱਤੇ ਉਹਨਾਂ ਨੂੰ ਰੱਖਿਆ ਜਾ ਰਿਹਾ, ਨਾ ਕਿ ਉਹਨਾਂ ਨੂੰ ਐਕਚੁਅਲੀ ਸਪਾਈਂਗ ਦੇ ਵਿੱਚ ਫੜਿਆ ਗਿਆ। ਸਪਾਈਂਗ ਦੇ ਦੋਸ਼ ਹੀ ਲਾਏ ਗਏ ਨੇ ਔਰ ਉਹ ਜਿਹੜੇ ਕਿ ਕਿਹਾ ਇਹ ਜਾ ਰਿਹਾ ਕਿ ਜਿਹੜੀ ਹੁਵਾਵੇ ਦੀ ਹੈਗੀ ਫਾਈਨੈਂਸ਼ੀਅਲ ਅਫਸਰ ਹੈਗੀ ਆ, ਉਹ ਹੁਵਾਵੇ ਦੇ ਮਾਲਕ ਦੀ ਬੇਟੀ ਹੈ ਜੀ, ਉਹ ਤੇ ਉਹਨੂੰ ਫੜਨ ਕਰਕੇ ਉਹਦੇ ਕਰਕੇ ਉਹਨਾਂ ਨੇ ਕੈਨੇਡੀਅਨਸ ਨੂੰ ਉੱਥੇ ਫੜਿਆ ਹੈ। ਪਰ ਜਿਹੜੀ ਉੱਥੋਂ ਦੀ ਸਰਕਾਰ ਹੈ ਜੀ, ਉੱਥੋਂ ਦੀ ਸਰਕਾਰ ਦੇ ਜਿਹੜੇ ਨੁਮਾਇੰਦੇ ਨੇ, ਉਹਨਾਂ ਨੇ ਬਹੁਤ ਘੂਰਨ ਵਾਲੀ ਗੱਲ 'ਚ ਜਵਾਬ ਦਿੱਤਾ ਜੀ। ਕਹਿੰਦੇ ਕੈਨੇਡਾ ਨੂੰ ਇਹ ਗੱਲਾਂ ਕਰਨੀਆਂ ਸੌਂਪਦੀਆਂ ਨਹੀਂ ਆ, ਅਸੀਂ ਜੋ ਕੁਛ ਵੀ ਕਰ ਰਹੇ ਹਾਂ ਅਕੋਰਡਿੰਗ ਟੂ ਚਾਈਨੀਜ਼ ਲਾਅ ਕਰ ਰਹੇ ਹਾਂ, ਜੋ ਕੁਛ ਵੀ ਹੋ ਰਿਹਾ ਤੁਹਾਨੂੰ ਕੈਨੇਡਾ ਨੂੰ ਇਹਨੂੰ ਵੱਧ ਗੱਲ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ ਜੀ। ਪਰ ਇਸ ਮਾਮਲੇ ਦੇ ਉੱਤੇ ਜੀ ਇੱਕ ਗੱਲ ਜ਼ਰੂਰ ਹੈਗੀ ਹੈ, ਕੈਨੇਡਾ ਨੂੰ ਚਾਹੇ ਕੁਛ ਵੀ ਆ ਨਰਮੀ ਨਾਲੇ ਕਰ ਹਟਿਆ ਜਿਹੜਾ ਕੋਈ ਕਰਨਾ ਸੀਗਾ, ਕੈਨੇਡਾ ਨੂੰ ਸਖਤ ਹੋਣਾ ਪਵੇਗਾ। ਚਾਈਨਾ ਦੇ ਨਾਲ ਜੇ ਐਸੀ ਕੋਈ ਗੱਲ ਨਹੀਂ, ਜੇ ਅਸੀਂ ਸਾਡੀ ਆਬਾਦੀ ਘੱਟ ਆ ਉਹਨਾਂ ਨਾਲੋਂ, ਅਸੀਂ ਫੇਰ ਵੀ ਵਰਲਡ ਲੈਵਲ ਦੇ ਉੱਤੇ ਸਾਡਾ ਕੰਟਰੀ ਬੜੀ ਅਹਿਮੀਅਤ ਰੱਖਦਾ, ਬੜੀ ਮਹੱਤਤਾ ਜੀ ਇਸ ਕੰਟਰੀ ਦੀ। ਇਸ ਕੰਟਰੀ ਨਾਲ ਹਰ ਕੋਈ ਚਾਹੁੰਦਾ ਕਿ ਕਿਸੇ ਨਾ ਕਿਸੇ ਹਿਸਾਬ ਦੇ ਬਿਜ਼ਨਸ ਕੀਤਾ ਜਾਵੇ ਔਰ ਮੈਨੂੰ ਲੱਗਦਾ ਕੈਨੇਡਾ ਨੂੰ ਜੇ ਕੋਈ ਮਾੜਾ ਮੋਟਾ ਸਖਤ ਸਟੈਂਸ ਲਿਆ ਜਾਵੇ ਤਾਂ ਬੈਟਰ ਹੋਵੇਗਾ ਜੀ। ਬਿਲਕੁਲ ਜੀ। ਤੇ ਉੱਥੇ ਸੁਣਨ ਵਿੱਚ ਆਇਆ ਕਿ ਫੋਰਨ ਮਿਨਿਸਟਰ ਨੇ ਵੀ ਜਿਹੜਾ ਮਾਰਗੇਜ ਨੂੰ ਲੈ ਕੇ ਵਿਵਾਦ ਉੱਠਿਆ ਸੀ ਕਿ ਉਹਨਾਂ ਨੇ ਚਾਈਨੀਜ਼ ਬੈਂਕ ਤੋਂ ਮਾਰਗੇਜਸ ਲਈਆਂ ਨੇ, ਉਹ ਵੀ ਹੁਣ ਮਾਰਗੇਜਸ ਕਹਿੰਦੇ ਵਾਪਸ ਕੈਨੇਡੀਅਨ ਬੈਂਕਸ ਕੋਲ ਆ ਗਈਆਂ ਨੇ। ਤਰਨ ਜਿਹੜਾ ਇਹ ਕੰਮ ਹੋਇਆ ਸੀਗਾ ਨਾ, ਸ਼ੁਰੂ 'ਚ ਹੋਇਆ ਸੀਗਾ ਇਹ, ਆਮ ਨਾਟ ਡਿਫੈਂਡਿੰਗ ਫੋਰਨ ਮਿਨਿਸਟਰ ਸ਼ੈਂਪੇਨ ਸਾਹਿਬ, ਉਹਨਾਂ ਨੇ ਜਦੋਂ ਆਪਣੇ ਪੋਲਿਟਿਕਸ ਦੇ ਵਿੱਚ ਆਏ ਸੀਗੇ, ਆਹ ਇਲੈਕਸ਼ਨ ਵੇਲੇ ਉਹਨਾਂ ਨੇ ਨੋਮੀਨੇਸ਼ਨ ਕੀਤੀ ਆ, ਉਹਨਾਂ ਨੇ ਇਹ ਡਿਕਲੇਅਰ ਕੀਤਾ ਹੋਇਆ ਕਿ ਮੇਰੀ ਮੌਰਗੇਜ 2 ਚਾਈਨੀਜ਼ ਬੈਂਕਾਂ ਤੋਂ ਹੈਗੀ ਆ। ਉਹਨਾਂ ਦਿਨਾਂ ਦੇ ਵਿੱਚ ਚਾਈਨਾ ਦੇ ਨਾਲ ਸਾਡਾ ਕਾਟੋ ਕਲੇਸ ਨਹੀਂ ਸੀਗਾ ਔਰ ਇਸ ਕਰਕੇ ਉਹਨਾਂ ਨੇ ਲਈ ਹੈਗੀ ਆ। ਪਰ ਕਿਉਂਕਿ ਜਿਵੇਂ ਐਂਡਰੂ ਸ਼ੀਰ ਸਾਹਿਬ ਆ, ਉਹਨਾਂ ਨੇ ਇਤਰਾਜ਼ ਕੀਤਾ ਸੀਗਾ ਔਰ ਗੱਲ ਹੈ ਵੀ ਠੀਕ ਆ, ਹੁਣ ਸਾਨੂੰ ਇਹ ਕਰਨਾ ਵੀ ਚਾਹੀਦਾ। ਸ਼ੀਰ ਸਾਹਿਬ ਨੇ ਇਤਰਾਜ਼ ਕੀਤਾ ਕਿ ਉਹਨਾਂ ਦੀ ਮੌਰਗੇਜ 2 ਬੈਂਕਾਂ ਤੋਂ ਲਈ ਹੈ ਜੀ। ਉਹਨਾਂ ਨੇ ਅੱਜ ਅਨਾਊਂਸਮੈਂਟ ਆਈ ਹੈ ਕਿ ਉਹਨਾਂ ਨੇ ਜਿਹੜੀ ਆਪਦੀ ਮੌਰਗੇਜ ਆ ਚੇਂਜ ਕਰਕੇ ਉਹ ਕੈਨੇਡੀਅਨ ਬੈਂਕਸ ਦੇ ਨਾਲ ਉਹਨਾਂ ਨੇ ਆਪਦੀ ਸਵਿਚ ਕਰ ਲਈ ਹੈ। ਬਿਲਕੁਲ ਜੀ। ਸ਼ੇਰ ਸਾਹਿਬ ਤੇ ਮੈਂ ਵੀ ਸਰ ਕੁਝ ਕਹਿਣਾ ਜ਼ਰੂਰ ਚਾਹੂੰਗੀ। ਇੱਕ ਦਰਸ਼ਕ ਪਹਿਲਾਂ ਜੁੜ ਚੁੱਕੇ ਨੇ, ਉਹਨਾਂ ਨਾਲ ਗੱਲ ਕਰ ਲਈਏ। ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਮੈਮ? ਹਾਂਜੀ, ਮੈਂ ਬ੍ਰੈਂਪਟਨ ਤੋਂ ਬੋਲ ਰਹੀ ਹਾਂ। ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ। ਹਾਂਜੀ, ਦੱਸੋ ਕੀ ਕਹਿਣਾ? ਹਾਂਜੀ, ਮੇਰਾ ਇੱਕ ਸਵਾਲ ਸੀਗਾ, ਲਾਈਕ ਮੇਰਾ ਜਿਵੇਂ ਬੇਬੀ ਛੋਟਾ ਆ, ਸਾਲ ਕੁ ਦਾ ਆ, ਮੈਂ ਟੇਕ ਕੇਅਰ ਲਈ ਮਤਲਬ ਘਰ ਬੈਠੀ ਆ ਵਿਦਆਊਟ ਪੇ ਆ ਕੰਮ ਤੋਂ, ਤੇ ਮੈਂ ਤੁਹਾਡੇ ਉੱਤੇ ਪ੍ਰੋਗਰਾਮ ਤੇ ਕਾਲ ਕੀਤੀ ਸੀ ਤੇ ਪੁੱਛਿਆ ਸੀ ਕਿ ਮੈਂ ਐਲੀਜੀਬਲ ਹੈਗੀ ਆ ਬੈਨੀਫਿਟ ਅਪਲਾਈ ਕਰਨ ਲਈ। ਮਈ ਤੱਕ ਮੈਨੂੰ ਮੈਟਰਨਿਟੀ ਮਿਲੀ ਆ, 9 ਮਈ ਤੱਕ ਜੀ। ਤੇ ਮੈਂ ਅਪਲਾਈ ਕੀਤੇ ਆ ਤੇ ਬਟ ਮੈਨੂੰ ਕੋਈ ਉਹ ਨਹੀਂ ਆਇਆ, ਮਤਲਬ ਕਿ ਚੈੱਕ ਵਗੈਰਾ ਜਾਂ ਕੁਛ ਏਦਾਂ ਨਹੀਂ ਉਹ ਕੀਤਾ, ਉਹਨਾਂ ਨੇ ਕੁਝ ਭੇਜਿਆ ਨਹੀਂ ਹੈਗਾ ਬੈਨੀਫਿਟ, ਤੇ ਮੈਂ ਕੁਝ ਕੀ ਕਰ ਸਕਦੀ ਹਾਂ ਇਸ ਤੋਂ ਬਾਅਦ? ਬਿਲਕੁਲ ਜੀ, ਤੁਸੀਂ ਪ੍ਰੋਗਰਾਮ ਦੇ ਨਾਲ ਜੁੜੇ ਰਹੋ, ਤੁਹਾਡੇ ਸਵਾਲ ਦਾ ਅਸੀਂ ਜਵਾਬ ਦੇਵਾਂਗੇ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਤੁਹਾਡਾ ਜੀ ਬਹੁਤ ਬਹੁਤ ਧੰਨਵਾਦ ਜੀ। ਬਿਲਕੁਲ ਜੀ ਸਰ, ਅਸੀਂ ਗੱਲਬਾਤ ਕਰ ਰਹੇ ਸੀ, ਅਸੀਂ ਤੁਹਾਡੇ ਜੀ ਸਵਾਲ ਦਾ ਸਾਰਿਆਂ ਦਾ ਜਵਾਬ ਦੇਵਾਂਗੇ ਪ੍ਰੋਗਰਾਮ ਦੇ ਅਖੀਰ ਦੇ ਵਿੱਚ। ਥੋੜੀਆਂ ਜਿਹੀਆਂ ਖਬਰਾਂ ਸਾਡੀਆਂ ਜ਼ਰੂਰ ਨੇ ਕਿ ਅਸੀਂ ਚਾਹਾਂਗੇ ਡਿਸਕਸ ਜ਼ਰੂਰ ਕਰ ਲਈਏ। ਸਰ, ਸ਼ੇਰ ਸਾਹਿਬ ਦੀ ਤੁਸੀਂ ਗੱਲ ਕਰ ਰਹੇ ਸੀ, ਦੂਸਰਿਆਂ ਦੇ ਮੁੱਦੇ ਉੱਤੇ ਇਤਰਾਜ਼ ਜਤਾ ਰਹੇ ਨੇ। ਜਦੋਂ ਖੁਦ ਇਹਨਾਂ ਦੇ US ਸਿਟੀਜ਼ਨ ਹੋਣ ਦੇ ਮੁੱਦੇ ਉੱਤੇ ਵਿਵਾਦ ਉੱਠਿਆ ਸੀ, ਉਦੋਂ ਕਹਿ ਕੇ ਕਿ ਮੈਂ ਵਾਪਸ ਕਰ ਦੂੰਗਾ ਸਿਟੀਜ਼ਨਸ਼ਿਪ, ਤੇ ਹੁਣ ਮੁੱਕਰ ਚੁੱਕੇ ਨੇ ਉਹ ਖੁਦ ਵੀ। ਦੇਖੋ, ਮੁੱਕਰਨ ਦਾ ਢੰਗ ਕੀ ਉਹਨਾਂ ਜਵਾਬ ਕੀ ਦਿੱਤਾ ਸੀਗਾ, ਕਹਿੰਦੇ ਮੈਂ ਤਾਂ ਪ੍ਰਾਈਮ ਮਿਨਿਸਟਰ ਬਣਨਾ ਨਹੀਂ, ਇਸ ਕਰਕੇ ਮੈਂ ਸਮਝੇ ਲੋੜ ਹੀ ਨਹੀਂ ਸਮਝੀ। ਕਿੰਨੀ ਗਲਤ ਗੱਲ ਹੈ। ਤੁਸੀਂ ਜਦੋਂ ਪਬਲਿਕ 'ਚ ਹੋ ਨਾ ਤਰਨ, ਤੁਹਾਨੂੰ ਆਪਦੇ ਆਪ ਨੂੰ ਕਲੀਨ ਰੱਖਣਾ ਪੈਣਾ। ਤੁਸੀਂ ਇੱਥੇ ਉਹ ਗੱਲਾਂ ਤੁਹਾਡਾ ਪਿੱਛਾ ਨਹੀਂ ਛੱਡਣਗੀਆਂ, ਚਾਹੇ ਕੁਛ ਵੀ ਹੈ। ਤੁਸੀਂ ਕਿਸੇ ਪਾਰਟੀ ਨਾਲ ਸੰਬੰਧਿਤ ਹੋ, ਤੁਸੀਂ ਸਮਝਦੇ ਹੋ ਕਿ ਮੈਂ ਹੁਣ ਇਹ ਗੱਲ ਰਫਾ ਦਫਾ ਕਰਦਾ ਨਹੀਂ ਜੀ, ਉਹ ਜਾਏਗੀ ਨਹੀਂ, ਉਹ ਰਿਕਾਰਡ ਦੇ ਵਿੱਚ ਹੈਗੀ ਆ, ਮੁੜ ਕੇ ਤੁਹਾਡੇ ਸਾਹਮਣੇ ਆਈ ਤੁਰੀ ਜਾਣੀ ਆ। ਸ਼ੇਰ ਸਾਹਿਬ ਨੂੰ ਇਹ ਸਹੀ ਗੱਲ ਆ, ਡਬਲ ਸਟੈਂਡਰਡ, ਉਹ ਆਪਦੀ ਗੱਲ ਭੁੱਲ ਗਏ ਤੇ ਉਹਨਾਂ ਨੇ ਇਹ ਗੱਲ ਕੀਤੀ ਸੀਗੀ। ਫਿਰ ਵੀ ਜੇ ਗੱਲ ਕੀਤੀ ਆ, ਇੱਕ ਗੱਲੋਂ ਮੈਂ ਜ਼ਰੂਰ ਕਹਿਣਾ ਜੀ ਕਿ ਜਦੋਂ ਸਾਡਾ ਚਾਈਨਾ ਦੇ ਨਾਲ ਐਡਾ ਸੰਬੰਧ ਚੰਗੇ ਨਹੀਂ ਹੈਗੇ ਆ, ਤਾਂ ਸਾਨੂੰ ਚਾਈਨੀਜ਼ ਇੰਸਟੀਟਿਊਸ਼ਨ ਨੂੰ ਬਿਜ਼ਨਸ ਨਹੀਂ ਦੇਣਾ ਚਾਹੀਦਾ ਜੀ। ਬਿਲਕੁਲ ਜੀ। ਥੋੜਾ ਜਿਹਾ ਗੱਲ ਕਰੀਏ, ਜਿਵੇਂ ਅਸੀਂ ਗੱਲ ਕਰ ਰਹੇ ਸੀ ਬੀਤੇ ਮਹੀਨੇ ਕਾਫੀ ਜ਼ਿਆਦਾ ਇਹ ਗੱਲ ਉੱਡੀ ਸੀ ਕਿ ਓਨਟਾਰੀਓ ਵਿੱਚ ਲੌਂਗ ਟਰਮ ਕੇਅਰ ਹੋਮਸ ਨੂੰ ਲੈ ਕੇ ਮਿਲਟਰੀ ਜਿਹੜੀ ਆ ਉੱਥੇ ਤੈਨਾਤ ਕੀਤੀ ਗਈ ਸੀ ਤਾਂ ਕਿ ਦੇਖਭਾਲ ਕੀਤੀ ਜਾ ਸਕੇ। ਸੋ ਹੁਣ ਸੁਣਨ ਵਿੱਚ ਆਇਆ ਕਿ ਜਿਵੇਂ ਕੇਸਿਸ ਖਤਮ ਹੋ ਗਏ ਨੇ, ਹੁਣ ਮਿਲਟਰੀ ਵੀ ਵਾਪਸ ਆਪਣੇ ਕੰਮਾਂ ਕਾਰਾਂ ਤੇ ਲੌਟ ਚੁੱਕੀ ਹੈ ਤੇ ਉੱਥੋਂ ਕੇਅਰ ਹੋਮਸ ਤੋਂ ਛੁੱਟੀ ਲੈ ਲਈ ਹੈ। ਤੇ ਦੂਜੇ ਪਾਸੇ ਇਹ ਖਬਰ ਆ ਰਹੀ ਹੈ ਕਿ ਹੁਣ ਉੱਥੋਂ ਛੁੱਟੀ ਮਿਲੀ ਹੈ ਤਾਂ ਹੁਣ ਜਿਹੜੇ ਰੇਸਿਜ਼ਮ ਦੇ ਮਾਮਲੇ ਸਾਹਮਣੇ ਆ ਰਹੇ ਨੇ, ਉਹਦੀ ਜਾਂਚ ਲਈ ਮਿਲਟਰੀ ਨੂੰ ਅੱਗੇ ਕੀਤਾ ਜਾ ਰਿਹਾ ਹੈ।
ਬਿਲਕੁਲ ਤਰਨ, ਜਿਹੜੀ ਸਾਡੀ ਕੈਨੇਡੀਅਨ ਫੋਰਸਿਸ ਨੇ ਸਾਡੇ ਨੇੜੇ ਇੱਥੇ ਜਗ੍ਹਾ ਜੀ ਜਿਹਨੂੰ ਛਾਉਣੀ ਕਹਿੰਦੇ ਆ, ਕੈਂਪ ਗੋਲਡਨ ਆ, ਉੱਥੋਂ ਆਈ ਸੀਗੀ ਜੀ ਸਾਡੇ ਜਿਹੜੇ ਟੋਰਾਂਟੋ ਦੇ ਏਰੀਆ ਦੇ ਵਿੱਚ ਸੀਗੇ ਉਹ, ਕਿਉਂਕਿ ਉਹਨਾਂ ਦੀ ਹੁਣ ਕਹਿੰਦੇ ਜ਼ਰੂਰਤ ਨਹੀਂ ਸਮਝੀ ਜਾ ਰਹੀ ਤੇ ਉਹਨਾਂ ਨੂੰ ਆਪਦੇ ਵਾਪਸ ਬੈਰਕਸ ਦੇ ਵਿੱਚ ਭੇਜ ਦਿੱਤਾ ਗਿਆ ਜੀ। ਮਿਲਟਰੀ ਦੇ ਵਿੱਚ ਜੀ ਬਹੁਤ ਵੱਡੀ ਪ੍ਰੋਬਲਮ ਹੈ ਤਰਨ ਰੇਸਿਜ਼ਮ ਦੀ। ਅੱਗੇ ਬਹੁਤ ਕੁਝ ਆ ਹਟਿਆ, ਤੁਸੀਂ ਉਦੋਂ ਇੱਥੇ ਨਹੀਂ ਸੀਗੇ, ਮੈਂ ਹੁਣ ਤੋਂ ਬਹੁਤ ਸਾਲ ਪਹਿਲਾਂ ਦੀ ਗੱਲ ਕਰਦਾ, ਸਾਡੀ 52 에ਅਰਬੋਰਨ ਹੈ ਜੀ, ਅਖੀਰੋਂ ਖਤਮ ਕਰਨੀ ਪੈ ਗਈ ਸੀਗੀ। ਉਹ ਜਿਹਨੂੰ ਕਹਿੰਦੇ ਜਿਹੜੇ ਛਾਤਾ ਬਰਦਾਰ ਹੁੰਦੇ ਆ, ਜਿਹੜੇ ਛਤਰੀਆਂ ਨਾਲ ਉਤਰਦੇ ਆ ਦੁਸ਼ਮਣ ਦੇ ਪਿੱਛੇ ਜਾ ਕੇ, ਉਹ 에ਅਰਬੋਰਨ ਸੀਗੀ ਜੀ। ਤੇ ਉਹਦੇ 'ਚ ਉਹਨਾਂ ਨੇ ਇਨੀਸ਼ੀਏਸ਼ਨ ਹੈ, ਜਦੋਂ ਕੋਈ ਨਵਾਂ ਬੰਦਾ ਆਉਂਦਾ ਤਾਂ ਉਹਨੂੰ ਉਹ 'ਤੇ ਕੋਈ ਇਨੀਸ਼ੀਏਸ਼ਨ ਕਰ, ਜਿਵੇਂ ਬਿਲਕੁਲ ਉਵੇਂ ਰੈਗਿੰਗ ਹੈ ਜੀ, ਉਹਨੂੰ ਇਨੀਸ਼ੀਏਸ਼ਨ ਕਹਿੰਦੇ ਆ। ਔਰ ਉਹਦੀਆਂ ਵੀਡੀਓਜ਼ ਬਾਹਰ ਆਈਆਂ, ਫੋਟੋਆਂ ਬਾਹਰ ਆ ਗਈਆਂ ਸੀਗੀਆਂ ਜਿਹਦੇ ਵਿੱਚ ਕਿ ਬਹੁਤ ਰੇਸਿਜ਼ਮ ਵਾਲੇ ਸਾਈਨਸ ਸੀਗੇ। ਉਸ ਤੋਂ ਲੈ ਕੇ ਹੁਣ ਤੱਕ ਲੱਗਦਾ ਕੋਈ ਫਰਕ ਨਹੀਂ ਜੀ ਪਿਆ। ਔਰ ਮਿਲਟਰੀ ਦੇ ਵਿੱਚ ਇਹਦੀਆਂ ਸ਼ਿਕਾਇਤਾਂ ਇੰਨੀਆਂ ਆ ਰਹੀਆਂ ਤੇ ਉਹਨਾਂ ਦੇ ਬਾਰੇ ਕੋਈ ਵਿਚਾਰ ਵੀ ਨਹੀਂ ਕੀਤੀ ਜਾ ਰਹੀ। ਪਰ ਹੁਣ ਜਿਹੜਾ ਬਲੈਕ ਲਾਈਵਸ ਮੈਟਰ ਹੈਗਾ, ਇਹਦੀ ਗੱਲ ਇੰਨੀ ਵੱਡੀ ਹੋ ਚੁੱਕੀ ਹੈ। ਹਾਲਾਂਕਿ ਸਾਡੇ ਡਿਫੈਂਸ ਮਿਨਿਸਟਰ ਹਰਜੀਤ ਸਿੰਘ ਸੱਜਣ ਨੇ ਜੀ, ਜਿਹੜੇ ਕਿ ਆਪ ਮਿਲਟਰੀ ਦੇ ਵਿੱਚ ਰੇਸਿਜ਼ਮ ਦਾ ਵੀ ਸ਼ਿਕਾਰ ਹੋਏ ਨੇ, ਉਹਨਾਂ ਨੂੰ ਬਹੁਤ ਕਈ ਗੱਲਾਂ ਸੁਣਨੀਆਂ ਪਈਆਂ ਨੇ, ਪਰ ਅਜੇ ਵੀ ਇਹ ਕੰਮ ਨਹੀਂ ਮੁੱਕਿਆ। ਸੋ ਮਿਲਟਰੀ ਪੁਲਿਸ ਹੈ ਜੀ ਜਿਹੜੀ, ਉਹ ਇਸ ਮਾਮਲੇ ਦੇ ਉੱਤੇ ਹੁਣ ਆਪਦੀ ਦੁਬਾਰੇ ਸਾਰੇ ਇਸ ਦੇ ਬਾਰੇ ਪੜਤਾਲ ਕਰਨਾ ਸ਼ੁਰੂ ਕੀਤਾ ਜੀ। ਦੇਖੋ ਨਤੀਜੇ ਕੀ ਆਉਂਦੇ ਨੇ। ਬਿਲਕੁਲ ਜੀ, ਕਰੋਨਾ ਵਾਇਰਸ ਦੇ ਇਸ ਨਾਲੇ ਮਾਹੌਲ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਲਗਾਤਾਰ ਲੋਕੀ ਜੌਬਲੈਸ ਹੋ ਰਹੇ ਨੇ। ਸੋ ਵੱਡੇ ਵੱਡੇ ਅਹੁਦਿਆਂ ਤੇ ਵੀ ਜਿਹੜੇ ਤਾਇਨਾਤ ਸੀ ਉਹਨਾਂ ਦੇ ਵੀ ਅਹੁਦੇ ਖੁੱਸਦੇ ਹੋਏ ਨਜ਼ਰ ਆ ਰਹੇ ਨੇ। ਸਰ ਖਬਰ ਆਈ ਹੈ ਵਿਨੀਪੈਗ ਤੋਂ ਕਿ ਉੱਥੋਂ ਦੇ 에ਅਰਪੋਰਟ ਤੇ ਜਿਹੜਾ ਸਟਾਫ ਸੀ ਉਹਦੀ ਛਾਂਟੀ ਕਰ ਦਿੱਤੀ ਗਈ ਹੈ ਤੇ ਬਹੁਤਿਆਂ ਨੂੰ ਜਿਹੜਾ ਹੈ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ। ਤਕਰੀਬਨ 25% ਉੱਥੋਂ ਦਾ ਸਟਾਫ ਤਰਨ ਆਲਰੇਡੀ ਬਰਖਾਸਤ ਕਰ ਦਿੱਤਾ, ਕੋਈ ਕੰਮ ਹੀ ਹੈ ਨਹੀਂਗਾ। ਕੋਈ ਵੇਲਾ ਸੀਗਾ 12,000 12,500 ਬੰਦਾ ਤਕਰੀਬਨ ਡੇਲੀ ਟਰੈਵਲ ਕਰਦਾ ਸੀ ਵਿਨੀਪੈਗ 에ਅਰਪੋਰਟ ਦੇ ਉੱਤੋਂ। ਅੱਜ ਕੱਲ੍ਹ ਕੁਛ ਵੀ ਹੈ ਨਹੀਂਗਾ, ਸਾਰੇ 에ਅਰਪੋਰਟਸ ਦਾ ਇਹੀ ਹਾਲ ਹੈਗਾ। ਆਲਮੋਸਟ 10% ਬਿਜ਼ਨਸ ਰਹਿ ਗਿਆ ਤਰਨ। ਮੈਂ ਕੈਨੇਡੀਅਨ 에ਅਰਪੋਰਟਸ ਦੀ ਗੱਲ ਕਰਦਾ, ਬਾਕੀ ਦੁਨੀਆ ਦਾ ਵੀ ਇਹੀ ਹਾਲ ਹੋਏਗਾ। ਸੋ ਉੱਥੇ ਇੰਨੇ ਬੰਦਿਆਂ ਦੀ ਜਿਹੜੀ ਛਾਂਟੀ ਹੋ ਰਹੀ ਹੈ ਜੀ, ਔਰ ਇਹ ਵੀ ਨਹੀਂ ਲੱਗਦਾ ਕਿ ਮੁੜ ਕੇ ਉਹ ਕਦੋਂ ਕੁ ਵਾਪਸ ਆਉਣਗੇ। ਜਿਹੜੀ ਆ ਖਾਸ ਕਰਕੇ ਮੈਨੂੰ ਲੱਗਦਾ ਜਿਹੜਾ 에ਅਰ ਟਰੈਵਲ ਆ, ਇਹਦੀ ਵਾਰੀ ਸਭ ਤੋਂ ਬਾਅਦ ਚ ਆਉਣੀ ਹੈ, ਬਾਕੀ ਬਿਜ਼ਨਸ ਖੁੱਲ੍ਹਣ ਤੋਂ ਬਾਅਦ ਆਏਗੀ ਮੇਰੇ ਖਿਆਲ ਜੀ। ਬਿਲਕੁਲ। ਤੇ ਸਰ ਟੋਰਾਂਟੋ ਦੇ ਇੱਕ ਕੌਪ ਦਾ ਅੱਜ ਕੱਲ੍ਹ ਨਾਮ ਬਹੁਤ ਜ਼ਿਆਦਾ ਚਰਚਾ ਵਿੱਚ ਛਾਇਆ ਹੋਇਆ, ਸੁਣਨ ਵਿੱਚ ਆਇਆ ਕਿ ਇਹਨਾਂ ਨੇ ਹਿੱਸੇਦਾਰੀ ਕੀਤੀ ਹੋਈ ਸੀ ਟੋ ਟਰੱਕ ਕੰਪਨੀਜ਼ ਦੇ ਨਾਲ, ਤੇ ਇਹ ਹਿੱਸੇਦਾਰੀ ਜਿਹੜੀ ਆ ਬੜੀ ਮਹਿੰਗੀ ਪੈ ਰਹੀ ਹੈ ਉਹਨਾਂ ਨੂੰ। ਤਰਨ ਇਹ ਬੜੀ ਵੱਡੀ ਗੱਲ ਹੈ, ਇਹ ਸੋਚਣ ਵਾਲੀ ਗੱਲ ਹੈ। ਵੈਸੇ ਜਿਹੜੇ ਸਾਡੇ ਬਾਹਰਲੇ ਦਰਸ਼ਕ ਨੇ ਉਹਨਾਂ ਦੱਸਦੇ ਸਾਡੇ ਵੀ ਇੱਥੇ ਕਿਤੇ ਕਿਤੇ ਪੁਲਿਸ ਵਾਲੇ ਧੱਕਾ ਵੀ ਕਰ ਜਾਂਦੇ, ਕਿਤੇ ਹੇਰਾਫੇਰੀ ਵੀ ਕਰ ਜਾਂਦੇ ਨੇ। ਵੈਸੇ ਬਹੁਤ ਘੱਟ ਨੇ ਜੀ, ਮੈਂ ਇਹ ਦਾਅਵੇ ਨਾਲ ਕਹਿਣਾ ਕਿ ਇਟਸ ਵੈਰੀ, ਜਿਹਨੂੰ ਆਟੇ 'ਚ ਲੂਣ ਦੇ ਬਰਾਬਰ ਹੈਗਾ ਜੀ। ਪਰ ਇਹ ਸੱਜਣ ਨੇ ਜੀ, ਇਹ ਪੁਲਿਸ ਵਿੱਚ ਸੀਗੇ, ਇਹਨਾਂ ਨੇ ਕੰਮ ਕੀ ਕੀਤਾ ਸਾਡੇ ਜੀ ਜਿਹੜਾ ਟੋਰਾਂਟੋ ਦਾ ਏਰੀਆ, ਖਾਸ ਕਰਕੇ ਸਾਊਦਰਨ ਅੰਟੈਰੀਓ ਦਾ ਏਰੀਆ ਜੀ, ਇਹਦੇ 'ਚ ਟੋ ਟਰੱਕ ਵਾਰ ਚੱਲ ਰਹੀ ਹੈ। ਟੋ ਟਰੱਕਸ ਦੇ ਗੈਂਗ ਬਣੇ ਹੋਏ ਨੇ ਜੀ। ਟੋ ਟਰੱਕਸ ਦੀਆਂ ਆਪਸ ਵਿੱਚ ਗੋਲੀ ਚੱਲੀਆਂ ਮੌਤਾਂ ਹੋਈਆਂ ਨੇ ਜੀ। ਔਰ ਟੋ ਟਰੱਕਸ ਵਾਲਿਆਂ ਦੇ ਉੱਤੇ ਇਤਰਾਜ਼ ਹੈ ਕਿ ਉਹ ਜਿਹੜੇ ਗਲਤ ਕੰਮ ਕਿਸਮ ਦੇ ਡਰੱਗਸ ਦੇ ਵਿੱਚ ਇਨਵੋਲਵ ਨੇ, ਇਹੋ ਜਿਹਾ ਕੁਝ ਕਰਦੇ ਨੇ। ਇਹ ਪੁਲਿਸ ਅਫਸਰ ਨੇ ਜੀ, ਮੈਂ ਨਾਂ ਆ ਗਿਆ ਜੀ ਉਹਨਾਂ ਦਾ, ਰੋਨਲਡ ਜੋਸਫ ਨੇ ਜੀ, 47 ਦੇ ਸਾਲ ਦੇ ਨੇ, 22 ਡਿਵੀਜ਼ਨ 'ਚ ਕੰਮ ਕਰਦੇ ਨੇ ਜੀ। ਉਹਨਾਂ ਨੇ ਤਰਨ ਰੇਡੀਓ, ਜਿਹੜਾ ਪੁਲਿਸ ਰੇਡੀਓ ਨਾ, ਉਹ ਟੋ ਟਰੱਕ ਕੰਪਨੀ ਨੂੰ ਦਿੱਤਾ। ਜਿਹੜਾ ਪੁਲਿਸ ਰੇਡੀਓ ਹੈ ਉਹਦੇ ਵਿੱਚ ਹੁਣ ਤੋਂ ਕੁਝ ਸਾਲ ਪਹਿਲਾਂ ਉਹ ਸਿਸਟਮ ਇਹ ਪਾਇਆ ਗਿਆ ਸੀਗਾ ਕਿ ਜਿਹੜੀ ਪੁਲਿਸ ਹੈ ਉਹ ਆਪਦੇ ਵਿੱਚ ਹੀ ਸਾਰੀ ਗੱਲਬਾਤ ਕਰ ਸਕੇ। ਪਹਿਲਾਂ ਅਲਾਉਡ ਹੁੰਦਾ ਸੀਗਾ, ਟੋ ਟਰੱਕ ਵਾਲੇ ਸੁਣ ਸਕਦੇ ਸੀਗੇ ਵੀ ਕਿੱਥੇ ਐਕਸੀਡੈਂਟ ਹੋਇਆ, ਜਦੋਂ ਉੱਥੇ ਚਲੇ ਜਾਂਦੇ ਸੀਗੇ, ਉਹ ਪੁਲਿਸ ਫ੍ਰੀਕੁਐਂਸੀ ਨੂੰ ਸੁਣ ਸਕਦੇ ਸੀਗੇ। ਪਰ ਕੁਝ ਸਾਲਾਂ ਤੋਂ ਉਸ ਚੀਜ਼ ਨੂੰ ਬਲਾਕ ਕਰ ਦਿੱਤਾ ਗਿਆ ਸੀ, ਕਿਉਂਕਿ ਟੋ ਟਰੱਕਸ ਦੀ ਪ੍ਰੋਬਲਮ ਆਉਣ ਲੱਗੀ ਸੀ। ਟੋ ਟਰੱਕਸ ਵਾਲੇ ਰੇਸ ਕਰਦੇ ਸੀਗੇ, ਐਕਸੀਡੈਂਟ ਕਈ ਹੋ ਗਏ ਸੀਗੇ। ਪਰ ਉਹ ਫ੍ਰੀਕੁਐਂਸੀ ਵਾਲਾ ਰੇਡੀਓ ਜੀ ਇਹਨਾਂ ਨੇ ਕਿਸੇ ਨੂੰ ਦਿੱਤਾ, ਵੇਚਿਆ, ਕੁਛ ਕੀਤਾ ਜੀ। ਉਹ ਕੁਦਰਤੀ ਜਿਹੜਾ ਬੰਦਾ ਉਹ ਵਰਤ ਰਿਹਾ ਸੀਗਾ, ਉਹ ਗਲਤ ਚਲਾ ਰਿਹਾ ਸੀਗਾ ਤੇ ਪੁਲਿਸ ਨੇ ਰੋਕ ਲਿਆ ਉਹਨੂੰ। ਉਹਦੇ ਵਿੱਚ ਉਹ ਰੇਡੀਓ ਲੱਗਾ, ਉੱਥੋਂ ਇਨਵੈਸਟੀਗੇਸ਼ਨ ਸ਼ੁਰੂ ਹੋਈ ਜੀ। ਔਰ ਉਹਦੇ ਤੋਂ ਅੱਗੇ ਉਹਨਾਂ ਨੇ ਕੰਮ ਹੋਰ ਕੀਤਾ, ਉਹਦੇ ਡਮੀਜ਼ ਬਣਾ ਲਏ, ਉਹ ਫ੍ਰੀਕੁਐਂਸੀ ਤੋਂ ਅੱਗੇ ਦੀ ਅੱਗੇ ਹੋਰ ਬਣਾ ਲਏ। ਸੋ ਇਹਨਾਂ ਦਾ ਜੀ ਇਹਨਾਂ ਤੇ ਦੋਸ਼ ਲੱਗੇ ਹੋਏ ਨੇ ਜੀ। ਇੱਕ ਦੋਸ਼ ਇਹਨਾਂ ਤੇ ਹੋਰ ਹੈ, ਟੋ ਟਰੱਕਾਂ ਤੋਂ ਪੈਸੇ ਲੈਂਦੇ ਸੀਗੇ, ਉਹਨਾਂ ਨੂੰ ਹਿੱਸਾ ਸੀ। ਜੇ ਕੋਈ ਜਦੋਂ ਐਕਸੀਡੈਂਟ ਹੋ ਜਾਂਦਾ ਤਰਨ, ਮੈਂ ਆਪਣੇ ਸਾਰੇ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ ਕਿ ਤੁਹਾਡਾ ਹੱਕ ਹੈ ਟੋ ਟਰੱਕ ਕੰਪਨੀ ਨੂੰ ਕਾਲ ਕਰਨ ਦਾ। ਤੁਹਾਨੂੰ ਕੋਈ ਬੰਦਿਸ਼ ਨਹੀਂ ਹੈ ਕਿ ਜਿਹੜਾ ਟੋ ਟਰੱਕ ਪਹਿਲਾਂ ਆਇਆ ਤੁਸੀਂ ਉਹਦੇ ਨਾਲ ਹੀ ਜਾਣਾ। ਨੋ, ਤੁਹਾਡੀ ਆਪਣੀ ਮਰਜ਼ੀ ਦਾ ਟੋ ਟਰੱਕ ਤੁਸੀਂ ਉਹਨੂੰ ਕੰਪਨੀ ਨੂੰ ਕਾਲ ਕਰ ਸਕਦੇ ਹੋ, ਬਸ਼ਰਤੇ ਕਿ ਉਹ ਵਿਦਨ ਟਾਈਮ ਲਿਮਿਟ ਆਉਂਦਾ। ਜੇ ਉਹਨੂੰ ਆਉਣ ਨੂੰ ਬਹੁਤ ਦੇਰ ਲੱਗਦੀ ਹੈ ਤਾਂ ਜੀ ਜਿਹੜੀ ਪੁਲਿਸ ਹੈ ਉਹ ਜਿਹੜਾ ਫਸਟ ਅਵੇਲੇਬਲ ਜੋ ਕੁਝ ਵੀ ਹੋਏਗਾ ਕਿ ਉਹਨਾਂ ਨੇ ਜਿਹੜਾ ਐਕਸੀਡੈਂਟ ਸੀ ਨਾ ਕਲੀਅਰ ਕਰਨਾ, ਤੁਹਾਡੀ ਕਾਰ ਉੱਥੋਂ ਰਿਮੂਵ ਕਰ ਦਿੱਤੀ ਜਾਵੇਗੀ। ਪਰ ਇਹ ਉਹਦੇ 'ਚ ਟੋ ਟਰੱਕ ਆਪਦੇ ਲਿਹਾਜੀ ਨੂੰ ਸਾਦੇ ਸੀਗੇ ਜੀ।
ਉਹਦੇ ਵਿੱਚੋਂ ਵੀ ਕੱਟ ਲੈਂਦੇ ਸੀਗੇ। ਸੋ ਇਹਨਾਂ ਤੇ ਹੁਣ ਦੋਸ਼ ਸ਼ਾਇਦ ਹੋਏ ਹੋਏ ਨੇ। ਦੇਖੋ ਇਹ ਗੱਲ ਜਾਂਦੀ ਕਿੱਥੇ ਤੱਕ ਆ, ਪਰ ਇਹ ਬਹੁਤ ਵੱਡਾ ਸਕੈਂਡਲ ਹੈ ਜੀ ਇੱਕ ਤਰ੍ਹਾਂ ਟੋ ਟਰੱਕ ਇੰਡਸਟਰੀ ਨਾਲ ਪੁਲਿਸ ਦਾ ਇਨਵੋਲਵ ਹੋਣਾ। ਪੀਲ ਬੋਰਡ ਦੇ ਜਿਹੜੇ ਐਜੂਕੇਸ਼ਨ ਡਾਇਰੈਕਟਰ ਨੇ ਉਹਨਾਂ ਨੂੰ ਕੰਮ ਤੋਂ ਜਵਾਬ ਦੇ ਦਿੱਤਾ ਗਿਆ ਹੈ। ਆਪਾਂ ਬੀਤੇ ਦਿਨੀ ਇਹਨਾਂ ਦੀ ਇੱਕ ਖਬਰ ਵੀ ਸਾਂਝੀ ਕੀਤੀ ਸੀ, ਕਾਫੀ ਜ਼ਿਆਦਾ ਸੁਰਖੀਆਂ ਵਿੱਚ ਆਏ ਹੋਏ ਨੇ, ਖਾਸ ਤੌਰ ਤੇ ਜਦੋਂ ਦਾ ਬਲੈਕ ਲਾਈਵਸ ਮੈਟਰ ਸਾਹਮਣੇ ਆਇਆ ਵਾ ਉਦੋਂ ਤੋਂ ਇਹਨਾਂ ਦੇ ਉੱਤੇ ਵੀ ਕਈ ਇਲਜ਼ਾਮ ਲੱਗੇ ਸੀ। ਸਰ ਪੂਰਾ ਮਾਮਲਾ ਕੀ ਹੈ? ਪੀਟਰ ਜੋਸ਼ੂਆ ਸਾਹਿਬ ਹੈ ਜੀ ਇਹਨਾਂ ਦਾ ਨਾਮ। ਇਹਨਾਂ ਦਾ ਆਪਾਂ ਕੁਝ ਦੇਰ ਪਹਿਲਾਂ ਗੱਲ ਕੀਤੀ ਸੀਗੀ, ਦੋਸ਼ ਲੱਗੇ ਸੀਗੇ ਔਰ ਇਹਨਾਂ ਨੇ ਜਿਹੜੇ ਬਲੈਕ ਸਟੂਡੈਂਟਸ ਹੈਗਾ ਉਹਨਾਂ ਦੀ ਉੱਥੇ ਜਿਹੜੀ ਪਰਸੈਂਟੇਜ ਹੈਗੀ ਜੀ ਉਹਦੇ ਵਿੱਚ ਪੀਲ ਦੇ ਵਿੱਚ 10% ਹੀ ਹੈਗੇ ਨੇ ਜਿਹੜੇ ਬਲੈਕ ਸਟੂਡੈਂਟਸ ਨੇ, ਪਰ ਜਿਹੜੇ ਸਟੂਡੈਂਟਸ ਨੂੰ ਸਸਪੈਂਡ ਕੀਤਾ ਗਿਆ ਉਹਨਾਂ ਵਿੱਚੋਂ 22% ਸਟੂਡੈਂਟ ਇਹ ਸਾਰੇ ਬਲੈਕ ਕਮਿਊਨਿਟੀ ਨਾਲ ਸੰਬੰਧਿਤ ਨੇ ਜੀ। ਇਮੈਜਿਨ ਕਰੋ। ਸੋ ਇਹਨਾਂ ਦੇ ਨੋਟਿਸ 'ਚ ਗੱਲ ਆਈ ਹੋਈ ਸੀਗੀ, ਇਹਨਾਂ ਨੂੰ ਇਹ ਕਿਹਾ ਗਿਆ ਸੀਗਾ, ਪਰ ਇਹਨਾਂ ਨੇ ਇਸ ਗੱਲ ਦਾ ਕੋਈ ਵੀ ਖਿਆਲ ਨਹੀਂ ਕੀਤਾ ਔਰ ਅੱਜ ਇਹਨਾਂ ਨੂੰ ਫਾਇਰ ਕਰ ਦਿੱਤਾ ਗਿਆ ਜੀ, ਬਿਨ ਸੈਕਡ। ਉਹਨੂੰ ਤੋੜ ਤੱਕ ਵੈਸੇ ਤਨਖਾਹ ਦੱਸਾਂ ਕਿੰਨੀ ਸੀ ਇਹਨਾਂ ਦੀ? ਮੈਂ ਇੰਟਰਨੈਟ ਤੇ ਗਿਆ ਜੀ, ਮੈਂ ਸੋਚ ਗਿਆ ਦੇਖਣਾ ਚਾਹੀਦਾ ਕਿੰਨੀ ਕੁ ਤਨਖਾਹ ਹੈ ਜੀ। 2019 ਦੀ ਤਨਖਾਹ ਸੀਗੀ ਜੀ $2,90,369। ਕੀ ਬਾਤ ਹੈ। ਤੇ ਪਲੱਸ ਮੇਰੇ ਖਿਆਲ $10,000 ਦੇ ਹੋਰ ਬੈਨੀਫਿਟ ਸੀਗੇ। ਇੰਨੀਆਂ ਤਨਖਾਹਾਂ ਤੁਹਾਨੂੰ ਮੈਨੂੰ ਇੱਕ ਗੱਲ ਦੀ ਇਹ ਸਮਝ ਨਹੀਂ ਆਈ ਕਿ ਤਨਖਾਹਾਂ ਇੰਨੀਆਂ ਨੇ ਜੀ। ਇਹ ਜੀ ਤੁਹਾਨੂੰ ਹੋਰ ਇਦੋਂ ਥੱਲੇ ਜੀ ਐਸੋਸੀਏਟ ਡਾਇਰੈਕਟਰ ਸਾਹਿਬ ਨੇ ਜੀ ਜਸਪਾਲ ਗਿੱਲ ਸਾਹਿਬ 2,32,722। ਬੈਕਟ ਮੋਰਟਨ ਨੇ ਜੀ ਡਾਇਰੈਕਟਰ ਨੇ 2,11,781। ਵੈਂਡੀ ਡਾਊਨਿੰਗ ਹੈ ਜੀ ਐਸੋਸੀਏਟ ਡਾਇਰੈਕਟਰ ਨੇ ਸਕੂਲ ਸਪੋਰਟ ਸਰਵਿਸਿਜ਼ $2,00,000। ਪੌਲੀਨ ਗਰੇਵਾਲ ਜੀ ਐਸੋਸੀਏਟ ਡਾਇਰੈਕਟਰ 1,98,700। ਇੰਨੀਆਂ ਤਨਖਾਹਾਂ ਮੈਨੂੰ ਸਮਝ ਨਹੀਂ ਆਉਂਦੀ ਇੰਨਾ ਕਿੰਨਾ ਕੁ ਵੱਡਾ ਕੰਮ ਕਰਦੇ ਨੇ ਜੀ। ਇੰਨੀ ਵੱਡੀ ਤਨਖਾਹ ਦਿੱਤੀ ਗਈ ਹੈ। ਆਮ ਲੋਕਾਂ ਨੂੰ ਤਾਂ ਕੋਈ ਤਨਖਾਹ ਜੌਬਾਂ ਨਹੀਂ ਮਿਲ ਰਹੀਆਂ ਤੇ ਇਹਨਾਂ ਨੂੰ ਤਨਖਾਹ ਜੋਸ਼ੂਆ ਸਾਹਿਬ ਨੂੰ ਇਹੀ ਜਿਹੀ ਤਨਖਾਹ ਮਿਲਦੀ ਸੀ, ਫਿਰ ਵੀ ਆਪਦਾ ਕੰਮ ਨੂੰ ਚੱਜਣਾ ਨਹੀਂ ਸੀ ਕਰਕੇ ਜਿਹੜਾ ਇਹਨੂੰ ਫਾਇਰ ਕੀਤਾ ਗਿਆ। ਔਰ ਮੇਰਾ ਖਿਆਲ ਹੈ ਜੀ ਇਹ ਚੰਗਾ, ਇਹ ਸਟੀਵਨ ਲੈਚਰ ਸਾਹਿਬ ਨੇ ਕਿਹਾ ਇਹਦੀ ਰਿਪਲੇਸਮੈਂਟ ਅਸੀਂ ਆਪਣੇ ਆਪ ਕਰਾਂਗੇ ਜੀ। ਬਿਲਕੁਲ ਜੀ। ਤੇ ਸਰ ਹੁਣ ਥੋੜਾ ਜਿਹਾ ਅਸੀਂ ਪ੍ਰੋਗਰਾਮ ਦਾ ਸਮਾਪਤੀ ਵੱਲ ਨੂੰ ਹੋ ਚੁੱਕਿਆ ਰੁਖ ਕਰੀਏ ਤੇ ਮੈਂ ਅਖੀਰਲੀ ਨਿਊਜ਼ ਡਿਸਕਸ ਕਰਨਾ ਚਾਹੂੰਗੀ। ਉਂਝ ਤਾਂ ਬਹੁਤ ਸਾਰੀਆਂ ਲੜਾਈਆਂ ਦੀ ਗੱਲ ਅਸੀਂ ਸੁਣਦੇ ਹਾਂ, ਪਰ ਸੁਣਨ ਦੇ ਵਿੱਚ ਆਇਆ ਕਿ ਨਾਗਰਾ ਰੀਜਨ ਦੇ ਵਿੱਚ ਬੀਚ ਲੜਾਈ ਜਿਹੜੀ ਆ ਉਹ ਸਾਹਮਣੇ ਆਈ ਹੈ। ਸੋ ਇਹ ਬੀਚ ਲੜਾਈ ਵਰਡ ਹੀ ਸੁਣ ਕੇ ਬੜਾ ਅਟਪਟਾ ਜਿਹਾ ਲੱਗਿਆ। ਤੁਹਾਨੂੰ ਪਤਾ ਗੱਲ ਕੀ ਹੋਈ ਹੈ? ਜਿਹੜਾ ਪਿੱਛੇ ਜੇ ਬਹੁਤ ਜ਼ਿਆਦਾ ਮੀਂਹ ਝੱਖੜ ਆਇਆ, ਮੌਸਮ ਖਰਾਬ ਰਹੇ ਆ ਪਹਿਲਾਂ, ਇਹ ਇੱਕ ਪ੍ਰਾਈਵੇਟ ਪ੍ਰਾਪਰਟੀ ਤੇ ਜਿਹੜਾ ਪਬਲਿਕ ਬੀਚ ਹੈ ਉਹਦੇ ਵਿਚਾਲੇ ਇੱਕ ਫੈਂਸ ਸੀਗੀ। ਉਹ ਮੀਂਹ ਹਨੇਰੀ ਕਰਕੇ ਫੈਂਸ ਉੱਡ ਗਈ। ਅੱਛਾ, ਜਿਹੜੀ ਪ੍ਰਾਈਵੇਟ ਪ੍ਰਾਪਰਟੀ ਆ ਉਹ ਤੇ ਲੋਕ ਆਪਦੀ ਮੌਜ ਮੇਲਾ ਕਰ ਰਹੇ ਆ ਤੇ ਪਬਲਿਕ ਬੀਚ ਤੇ ਲੋਕ ਮੌਜ ਮੇਲਾ ਕਰ ਰਹੇ ਆ। ਗੱਲ ਐਸੀ ਹੋਈ ਕਿ ਪਬਲਿਕ ਵਾਲੀ ਸਾਈਡ ਤੋਂ ਜਿਹੜੇ ਲੋਕ ਸੀਗੇ ਉਹ ਪ੍ਰਾਈਵੇਟ ਪ੍ਰਾਪਰਟੀ ਤੇ ਜਾਣ ਲੱਗ ਪਏ। ਉੱਥੇ ਫਿਰ ਝਗੜਾ ਹੋਇਆ ਜੀ ਤੇ ਆਪਸ ਵਿੱਚ ਚੰਗਾ ਬਰੌਲ ਹੋਇਆ ਜੀ। ਸੈਂਕੜੇ ਬੰਦਾ ਸੀਗਾ ਜੀ ਜਿੰਨਾ ਦਾ ਅੱਜ ਤੱਕ ਕੰਮ ਹੋਇਆ। ਔਰ ਪਰ ਇੱਕ ਗੱਲ ਜ਼ਰੂਰ ਹੈਗੀ ਆ, ਪੁਲਿਸ ਆਈ, ਨੇੜੇ ਤੇੜੇ ਦੀਆਂ ਪਾਸਿਆਂ ਤੋਂ ਵੀ ਪੁਲਿਸ ਸੱਦਣੀ ਪਈ। ਬੰਦਾ ਹਜੇ ਤੱਕ ਇੱਕ ਹੀ ਚਾਰਜ ਕੀਤਾ। ਤੇ ਲੋਕਾਂ ਨੂੰ ਪੁੱਛਿਆ ਗਿਆ, ਜਦੋਂ ਪੁਲਿਸ ਇਨਵੈਸਟੀਗੇਟ ਕਰ ਰਹੀ ਹੈ ਤਾਂ ਲੋਕੀ ਕੋਆਪਰੇਟ ਨਹੀਂ ਕਰ ਰਹੇ। ਜੇ ਕੋਆਪਰੇਟ ਨਹੀਂ ਕਰਦੇ ਤਾਂ ਉਹ ਜਿਹੜਾ ਕੇਸ ਆ ਥੱਲੇ ਤੱਕ ਜਾਣਾ ਬਹੁਤ ਮੁਸ਼ਕਿਲ ਹੁੰਦਾ। ਹਾਲਾਂਕਿ ਇੱਕ ਬੰਦੇ ਦੇ ਸੱਟਾਂ ਲੱਗੀਆਂ ਨੇ ਜੀ। ਮੈਨੂੰ ਨਹੀਂ ਲੱਗਦਾ ਕਿ ਇਹ 'ਚ ਕੋਈ ਗੱਲ ਇਦੋਂ ਕੋਈ ਬਹੁਤ ਹੀ ਅੱਗੇ ਜਾਵੇਗੀ। ਗੱਲ ਮੈਨੂੰ ਲੱਗਦਾ ਰਫਾ ਦਫਾ ਹੋ ਜਾਏਗੀ। ਬਿਲਕੁਲ ਜੀ। ਸਰ ਹੁਣ ਜਿਹੜੇ ਸਾਡੇ ਕੁਝ ਦਰਸ਼ਕਾਂ ਨੇ ਸਵਾਲ ਪੁੱਛੇ ਸੀ ਉਹਨਾਂ ਦੇ ਜਵਾਬ ਜ਼ਰੂਰ ਦੇਣਾ ਚਾਹਾਂਗੇ। ਇੱਕ ਨੇ ਬ੍ਰੈਂਪਟਨ ਤੋਂ ਕਾਲ ਕੀਤੀ ਸੀ ਕਿ ਕਦੋਂ ਤੋਂ ਟੈਸਟ ਸੈਂਟਰ ਸ਼ੁਰੂ ਹੋਣ ਲੱਗੇ ਨੇ? ਹਾਂਜੀ, ਡਰਾਈਵ ਟੈਸਟ ਆਪਾਂ ਕੱਲ ਅਨਾਉਂਸ ਕੀਤਾ ਜੀ, ਆਲਰੇਡੀ ਖੁੱਲ ਗਏ ਨੇ ਜੀ ਸਾਰੇ। ਇੱਥੇ 52 ਜਾਂ 56 ਨੇ ਜੀ ਸਾਰੇ ਦੇ ਸਾਰੇ ਡਰਾਈਵ ਟੈਸਟ ਇਸ ਵੇਲੇ ਖੁੱਲ ਗਏ ਨੇ ਜੀ। ਤੁਸੀਂ ਕਿਸੇ ਵੀ ਥਾਂ ਤੇ ਜਾ ਕੇ ਤੁਹਾਨੂੰ ਸੋਸ਼ਲ ਡਿਸਟੈਂਸਿੰਗ ਦਾ ਖਿਆਲ ਰੱਖਣਾ ਪਵੇਗਾ। ਤੁਸੀਂ ਉੱਥੇ ਜਾ ਕੇ ਜੀ ਆਪਦਾ ਡਰਾਈਵ ਟੈਸਟ ਦੇ ਸਕਦੇ ਹੋ ਜੀ। ਬਿਲਕੁਲ। ਇਸ ਤੋਂ ਬਾਅਦ ਮੈਮ ਨੇ ਫਲਾਈਟਸ ਨੂੰ ਲੈ ਕੇ ਗੱਲ ਕੀਤੀ ਸੀ, ਉਮੀਦ ਕਰਦੇ ਹਾਂ ਉਹਨਾਂ ਨੂੰ ਜਵਾਬ ਮਿਲ ਗਿਆ ਹੁਣ। ਆਪਾਂ ਡਿਸਕਸ ਕਰ ਚੁੱਕੇ ਹਾਂ ਮੈਟਰ ਤੇ ਉਸ ਤੋਂ ਬਾਅਦ ਮੈਮ ਨੇ ਕਾਲ ਕੀਤੀ ਸੀ ਬੈਨੀਫਿਟਸ ਨੂੰ ਲੈ ਕੇ, ਜੋ ਕਿ ਮੈਟ ਲੀਵ ਤੇ ਸੀ, ਮਈ 'ਚ ਖਤਮ ਹੋਣ ਲੱਗੀ ਸੀ ਉਹਨਾਂ ਦੀ ਲੀਵ। ਹਾਂਜੀ, ਉਹਨਾਂ ਨੇ ਕਿਹਾ ਉਹਨਾਂ ਨੂੰ ਹਜੇ ਤੱਕ ਪੈਸੇ ਨਹੀਂ ਆਏ। ਮੇਰੇ ਖਿਆਲ ਇਹ ਗੱਲ ਕਹੀ ਸੀ ਜਿਵੇਂ ਹੁਣ ਮੈंने CERB ਦੀ ਜੇ ਉਹਨਾਂ ਨੇ ਗੱਲ ਕੀਤੀ ਹੈ ਜੀ, ਪੈਸੇ ਤੁਹਾਨੂੰ 10 ਦਿਨਾਂ 'ਚ ਆਉਂਦੇ ਆ ਜੀ। ਜੇ CERB ਦੀ ਤੁਸੀਂ ਗੱਲ ਕੀਤੀ ਹੈ ਤੁਹਾਨੂੰ 10 ਦਿਨਾਂ 'ਚ ਚੈੱਕ ਆਉਂਦਾ। ਜੇ ਤੁਹਾਡਾ ਡਾਇਰੈਕਟ ਅਕਾਊਂਟ ਹੈਗਾ ਤੇ ਤੁਸੀਂ ਪਿਛਲੇ ਕੁਝ ਸਾਲਾਂ 'ਚ ਟੈਕਸ ਭਰਿਆ ਹੋਇਆ, ਇਹ ਵੀ ਸ਼ਰਤ ਹੈ ਜੀ। $5,000 ਤੁਹਾਡਾ ਸਾਲ 'ਚ ਬਣਿਆ ਹੋਣਾ ਚਾਹੀਦਾ। $1,000 ਪਿਛਲੇ 4 ਹਫ਼ਤਿਆਂ 'ਚ ਬਣਿਆ ਹੋਣਾ ਚਾਹੀਦਾ। ਤੇ ਤੁਸੀਂ ਕੋਵਿਡ ਦੀ ਜਿਹੜੀ ਕੋਵਿਡ ਕਰਕੇ ਤੁਹਾਡੀ ਜੌਬ ਗਈ ਹੋਣੀ ਚਾਹੀਦੀ ਹੈ, ਆਪਦੀ ਮਰਜ਼ੀ ਨਾਲ ਨਹੀਂ ਛੱਡੀ ਹੋਣੀ ਚਾਹੀਦੀ। ਜੇ ਇਹ ਤੁਸੀਂ ਇਹਨਾਂ ਗੱਲਾਂ ਪੂਰੀਆਂ ਕਰਦੇ ਹੋ ਤਾਂ ਤੁਸੀਂ ਕੁਆਲੀਫਾਈ ਕਰਦੇ ਹੋ ਜੀ। ਜੇ ਤੁਸੀਂ ਇਹਨਾਂ ਗੱਲਾਂ ਨੂੰ ਪੂਰੀਆਂ ਨਹੀਂ ਕਰਦੇ ਤਾਂ ਯੂ ਡੋਂਟ ਕੁਆਲੀਫਾਈ ਫॉर CERB। ਤੁਹਾਨੂੰ ਜੇ ਕੋਈ ਨਹੀਂ ਚੈੱਕ ਆਇਆ ਜੀ
ਤਾਂ ਤੁਸੀਂ ਜਿਹੜੇ ਜਵਾਬ ਦਿੱਤੇ ਹੋਣੇ ਆ ਉਹ 'ਚ ਮੇਰੇ ਖਿਆਲ ਇੱਕ ਜਵਾਬ ਕੋਈ ਜ਼ਰੂਰ ਇਸ ਸਕਦਾ ਹੋਏਗਾ ਵੀ ਤੁਸੀਂ ਆਪਣੀ ਮਰਜ਼ੀ ਨਾਲ ਕੰਮ ਛੱਡਿਆ, ਜਿਹਦੇ ਕਰਕੇ ਸ਼ਾਇਦ ਤੁਹਾਨੂੰ ਚੱਕ ਨਹੀਂ ਆਇਆ, ਬਟ ਯੂ ਕੈਨ ਚੈੱਕ ਵਿਦ them ਅਗੇਨ ਪਲੀਜ਼। ਬਿਲਕੁਲ ਜੀ ਸਰ, ਹੁਣ ਸਮਾਂ ਹੋ ਚੁੱਕਿਆ ਤੁਹਾਡੇ ਇੰਟਰਸਟਿੰਗ ਫੈਕਟ ਜਾਣਨ ਦਾ। ਜਦ ਤੱਕ ਤੁਸੀਂ ਇੰਟਰਸਟਿੰਗ ਫੈਕਟ ਦੱਸੋ ਉਸ ਤੋਂ ਪਹਿਲਾਂ ਮੈਂ ਇੱਕ ਛੋਟੀ ਜਿਹੀ ਇਨਫੋਰਮੇਸ਼ਨ ਦੇਣਾ ਚਾਹਾਂਗੀ ਜ਼ਰੂਰ ਦਰਸ਼ਕਾਂ ਨੂੰ। ਜ਼ਰੂਰ ਜੀ। ਤੇ ਦਰਸ਼ਕਾਂ ਨੂੰ ਦੱਸ ਦਈਏ ਕਿਉਂਕਿ ਕਈ ਦਰਸ਼ਕ ਸਾਨੂੰ ਲਗਾਤਾਰ ਕੰਪਲੇਂਟ ਕਰ ਰਹੇ ਸੀ ਕਿ ਉਹਨਾਂ ਨੂੰ ਹਮਦਰਦ ਟੀਵੀ ਦੀ ਜਿਹੜੀ ਵੌਇਸ ਆ ਕਲੀਅਰ ਨਹੀਂ ਸੁਣ ਪਾ ਰਹੀ ਹੈਗੀ। ਸੋ ਖਾਸ ਤੌਰ ਤੇ ਦਰਸ਼ਕਾਂ ਨੂੰ ਹੈ ਕਿ ਜੇਕਰ ਤੁਸੀਂ ਹਮਦਰਦ ਟੀਵੀ ਦੇਖਣਾ ਚਾਹੁੰਦੇ ਹੋ ਵੱਖ-ਵੱਖ ਤੁਸੀਂ ਵੱਖ-ਵੱਖ ਜ਼ਰੀਏ ਦੇ ਤੁਸੀਂ ਤਹਿਤ ਦੇਖ ਸਕਦੇ ਹੋ ਹਮਦਰਦ ਟੀਵੀ। ਹਮਦਰਦ ਟੀਵੀ ਦੀ ਤੁਸੀਂ ਜਿਹੜੀ ਐਪ ਹੈ ਉਹ ਆਪਣੇ ਫੋਨਸ ਦੇ ਵਿੱਚ ਡਾਊਨਲੋਡ ਕਰ ਸਕਦੇ ਹੋ। ਇਸ ਤੋਂ ਇਲਾਵਾ YouTube ਤੇ ਸਾਡਾ ਹਮਦਰਦ ਮੀਡੀਆ ਗਰੁੱਪ ਤੁਸੀਂ ਫੋਲੋ ਕਰ ਸਕਦੇ ਹੋ। Facebook ਤੇ ਤਾਂ ਤੁਸੀਂ ਦੇਖਦੇ ਹੀ ਹੋ, ਨਾਲ ਹੀ ਦੁਨੀਆ ਭਰ ਵਿੱਚ ਵੀ ਤੁਸੀਂ ਕਿਸੇ ਵੀ IPTV ਬਾਕਸ ਦੇ ਉੱਤੇ ਸਾਡਾ ਚੈਨਲ ਦੇਖ ਸਕਦੇ ਹੋ। ਹਮਦਰਦ ਟੀਵੀ ਦੇ ਨਾਲ ਨਾਲ ਹਮਦਰਦ ਨਿਊਜ਼ਪੇਪਰ ਵੀ ਹੈ ਜੋ ਕਿ ਸਾਡਾ ਆਨਲਾਈਨ ਵੀ ਪਬਲਿਸ਼ ਹੁੰਦਾ ਹੈ। ਤੁਸੀਂ ਹਮਦਰਦ ਟੀਵੀ ਦੀ ਵੈਬਸਾਈਟ ਤੇ ਜਾ ਕੇ ਉਸ ਨੂੰ ਦੇਖ ਸਕਦੇ ਹੋ। ਸੋ ਬਹੁਤ ਸਾਰੇ ਤਰੀਕੇ ਨੇ ਜਿੱਥੇ ਤੁਸੀਂ ਹਮਦਰਦ ਟੀਵੀ ਨੂੰ ਦੇਖ ਸਕਦੇ ਹੋ। ਜੇ ਇਸ ਦੇ ਬਾਵਜੂਦ ਹਮਦਰਦ ਟੀਵੀ ਦੇਖਣ ਵਿੱਚ ਤੁਹਾਨੂੰ ਕੋਈ ਵੀ ਪਰੇਸ਼ਾਨੀ ਆ ਰਹੀ ਹੈ, ਤੁਸੀਂ ਸਾਨੂੰ ਸਾਡੇ ਟੋਰਾਂਟੋ ਜਾਂ ਫਿਰ ਸਾਡੇ ਚੰਡੀਗੜ੍ਹ ਆਫਿਸ ਦੇ ਵਿੱਚ ਤੁਸੀਂ ਕਾਲ ਕਰਕੇ ਸਾਨੂੰ ਦੱਸ ਸਕਦੇ ਹੋ, ਆਪਣੀ ਪਰੇਸ਼ਾਨੀ ਸਾਂਝੀ ਕਰ ਸਕਦੇ ਹੋ। ਤੁਸੀਂ ਸਾਨੂੰ ਕੋਈ ਇਨਫੋਰਮੇਸ਼ਨ ਦੇਣੀ ਹੈ, ਕੋਈ ਖਬਰ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਸਾਡੇ ਪ੍ਰੋਗਰਾਮ ਦੇ ਨਾਲ ਤੁਸੀਂ ਕਮੈਂਟ ਵੀ ਕਰ ਸਕਦੇ ਹੋ, ਲਾਈਵ ਪ੍ਰੋਗਰਾਮ 'ਚ ਕਾਲ ਵੀ ਕਰ ਸਕਦੇ ਹੋ। ਕੋਸ਼ਿਸ਼ ਕਰਾਂਗੇ ਤੁਹਾਡੀ ਸਮੱਸਿਆ, ਜੇਕਰ ਤੁਹਾਡੀ ਕੋਈ ਪਰੇਸ਼ਾਨੀ ਹੈ ਉਹਦੇ ਬਾਰੇ ਅਸੀਂ ਗੱਲਬਾਤ ਕਰ ਸਕੀਏ। ਸਰ ਓਵਰ ਟੂ ਯੂ। ਤਰਨ, ਅੱਜ ਕਿਸੇ ਦੇਸ਼ ਦੀ ਗੱਲ ਕਰਾਂਗੇ। ਇਹ ਦੇਸ਼ ਤਰਨ 0.2 ਸਕੁਆਇਰ ਕਿਲੋਮੀਟਰ ਹੀ ਹੈ, ਐਡਾ ਕੀ ਸਾਈਜ਼ ਹੈ ਇਹਦਾ। ਨਿਊਯਾਰਕ ਜਿਹੜਾ ਮੈਨਹਟਨ ਆ ਇਹ ਤੋਂ ਕਿਤੇ ਬਹੁਤ ਵੱਡਾ, ਹਾਲਾਂਕਿ ਮੈਨਹਟਨ ਨੂੰ ਬਹੁਤ ਛੋਟਾ ਏਰੀਆ ਹੈਗਾ। ਇਹਦੀ ਹੋਂਦ ਜੀ 11 ਫਰਵਰੀ 1929 ਨੂੰ ਆਈ ਸੀ, ਜਿੱਦਣ ਇਹ ਇੰਡੀਪੈਂਡੈਂਟ ਕੰਟਰੀ ਕਾਲ ਕੀਤਾ ਗਿਆ ਸੀਗਾ। ਇਹ ਇੱਕ ਧਰਮ ਦੀ ਸੀਟ ਹੈ, ਇੱਥੇ ਇੱਕ ਧਰਮ ਬਹੁਤ ਵੱਡਾ ਧਰਮ ਹੈ ਜੀ, ਉਹ ਇਸ ਜਗ੍ਹਾ ਦੇ ਉੱਤੇ ਇੱਥੇ ਉਹਨਾਂ ਦੀ ਵੱਡੀ ਜਿਹੜੀ ਸੀਟ ਹੈਗੀ ਆ। ਵੈਸੇ ਉਹ ਧਰਮ ਦੀ ਸੀਟ ਪਹਿਲਾਂ ਇਕੱਲਾ ਇੱਥੇ ਨਹੀਂ ਸੀ ਹੁੰਦੀ, ਕਿਸੇ ਫਰਾਂਸ ਵਿੱਚ ਵੀ ਹੁੰਦੀ ਸੀ, ਹੋਰ ਕੰਟਰੀ ਵਿੱਚ ਵੀ ਹੁੰਦੀ ਸੀ। ਅਖੀਰ ਇਹ ਹੁਣ ਇਸ ਜਗ੍ਹਾ ਤੇ ਹੈਗਾ। ਜਿਹੜੀ ਇੱਥੋਂ ਦੀ ਆਬਾਦੀ ਹੈਗੀ 800 ਕੁਛ ਆਬਾਦੀ ਹੈ ਜੀ, ਔਰ ਬਹੁਤੇ ਲੋਕ ਜਿਹੜੇ ਉੱਥੋਂ ਆ ਇੱਥੋਂ ਦੇ ਇਸ ਧਰਮ ਦੇ ਨਾਲ ਹੋਈ ਸੰਬੰਧਿਤ ਨੇ। ਇਹ ਦੁਨੀਆ ਦਾ ਸਭ ਤੋਂ ਛੋਟਾ ਧਰਮ ਹੈਗਾ ਜੀ, ਔਰ ਇਹਦਾ ਨਾਂ ਉੱਥੇ ਇੱਕ ਹਿੱਲ ਹੈਗੀ ਆ, ਕਈ ਹਿਲਸ ਨੇ, ਮੇਨ ਹਿੱਲ ਹੈਗੀ ਆ, ਉਸ ਹਿੱਲ ਕਰਕੇ ਇਸ ਕੰਟਰੀ ਦਾ ਨਾਂ ਵੀ ਉਹੀ ਹੈ। ਆਇਆ ਜੀ ਕੋਈ ਨਾਮ? ਨਹੀਂ ਜੀ, ਅਜੇ ਤੱਕ ਤੇ ਕੋਈ ਨਾਮ ਨਹੀਂ ਆਇਆ। ਕ੍ਰਿਸਚੀਅਨਟੀ ਦੇ ਨਾਲ ਸੰਬੰਧਿਤ ਹੈ ਜੀ। ਇਹ ਵੈਟੀਕਨ ਸਿਟੀ ਹੈ ਜੀ, ਦੁਨੀਆ ਦਾ ਸਭ ਤੋਂ ਛੋਟਾ ਕੰਟਰੀ ਵੈਟੀਕਨ ਸਿਟੀ ਇਟਲੀ ਦੇ ਨਾਲ ਲੱਗਦਾ ਜੀ। ਕੀ ਬਾਤ ਹੈ ਜੀ, ਬਹੁਤ ਬਹੁਤ ਧੰਨਵਾਦ ਜੀ ਸਰ। ਜਾਣਕਾਰੀ ਵੀ ਦਿੰਦੇ ਹੋ, ਰੋਚਕ ਤੱਥ ਵੀ ਸਾਂਝੇ ਕਰਦੇ ਹੋ ਤੇ ਖਬਰਾਂ ਵੀ ਡਿਸਕਸ ਕਰਦੇ ਹੋ। ਥੈਂਕ ਯੂ ਜੀ। ਅੱਜ ਇਹਨੇ ਕਾਫੀ, ਕੱਲ੍ਹ ਨੂੰ ਫੇਰ ਮਿਲਾਂਗੇ ਜੀ। ਸਤਿ ਸ੍ਰੀ ਅਕਾਲ। ਬਿਲਕੁਲ ਜੀ। ਸੋ ਦੋਸਤੋ, ਇਹ ਸੀ ਸਾਡਾ ਪ੍ਰੋਗਰਾਮ ਨਿਊਜ਼ ਐਂਡ ਵਿਊਜ਼। ਤੁਹਾਡੇ ਕੋਈ ਵਿਚਾਰ ਨੇ ਜ਼ਰੂਰ ਸਾਂਝੇ ਕਰਿਆ ਕਰੋ ਪ੍ਰੋਗਰਾਮ ਦੇ ਵਿੱਚ, ਚਾਹੇ ਕਮੈਂਟਸ ਦੇ ਜ਼ਰੀਏ, ਚਾਹੇ ਕਾਲਸ ਦੇ ਜ਼ਰੀਏ। ਫਿਲਹਾਲ ਪ੍ਰੋਗਰਾਮ ਵਿੱਚ ਦਿਓ ਇਜਾਜ਼ਤ। ਦੇਖਦੇ ਰਹੋ ਹਮਦਰਦ ਟੀਵੀ। ਸਤਿ ਸ੍ਰੀ ਅਕਾਲ।